ਜਿਹੜੀਆਂ ਅੱਜ ਉਹ ਸੂਬਾ ਦੀਆਂ ਸਨ ਗੱਲ ਹੀ ਕੱਢੀਆਂ ਨੇ, ਉਹਦੇ ਤੁਸੀਂ ਹੱਕ 'ਚ ਹੋ? ਮੈਂ ਤੁਹਾਨੂੰ ਜ਼ੁਲਮ ਪਹਿਲਾਂ ਕਿਹਾ ਕਿ ਮੈਂ ਜਿਹੜਾ ਨਾ 150 ਮਤਲਬ ਇਹ ਗੁਣਾ ਅਸੀਂ ਤਾਂ ਤੁਹਾਡੇ ਕੋਈ ਨਹੀਂ, ਨਾਲੋਂ ਅਸੀਂ ਜ਼ਿਆਦਾ ਤਾਂ ਗੁੱਸੇ 'ਚ। ਤਸਵੀਰਾਂ ਲਾਈਆਂ ਨਾ, ਅਸੀਂ ਤਾਂ ਤਸਵੀਰਾਂ ਲਾਈਆਂ ਨਾ। ਮੈਂ ਨਾ ਮੈਂ ਉਹ ਮੇਰੀ ਤੁਸੀਂ ਗੱਲ ਤਾਂ ਜਿਹੜੀ ਸੁਣ, ਜਿਹੜੀ ਇਹਦਾ ਜੱਟ ਤੁਸੀਂ ਲੈਲ ਹਵਾਲਾ ਪੁਰੀਆ, ਦਿੰਦੇ ਹੋ ਨਾ, ਮੇਰੀ ਗੱਲ ਉਹਦੇ ਸੁਣ ਦੋ ਜੱਟ। ਹਿੱਸੇ ਨੇ। ਹਾਂ, ਮੈਂ ਦੂਸਰੇ ਹਿੱਸੇ ਨੂੰ ਮੰਨਣ ਵਾਲਾ, ਪਹਿਲੇ ਜਿਹੜੀ ਤੁਸੀਂ ਸਾਨੂੰ ਪਹਿਲੇ ਨੂੰ ਸਨ ਮੰਨਣ ਗਾਲਾਂ ਵਾਲੇ ਹੋ। ਪਾਉਂਦੀਆਂ ਪਈਆਂ ਵੱਡੇ ਦੀਆਂ ਸੂਬਾ ਦੀਆਂ, ਕੋਈ ਬੰਦਾ ਉਸ ਛੋੜਿਆ ਜਿਸ ਨੂੰ ਉਸ ਗੱਲ ਨਹੀਂ ਕੱਢੀ, ਉਹਦਾ ਕੀ ਹੱਲ ਹੈ ਉਸ ਦਾ? ਉਹ ਮਤਲਬ ਨਿਕਲਦੀਆਂ ਨਾ ਮੈਂ ਹਾਂ, ਕੀ ਹੱਲ ਹੈ ਉਹਦਾ? ਕੀ ਹੱਲ? ਦੀ ਜ਼ਾਤ ਦੇਗੀ ਮੈਂ ਤਾਂ ਮੈਂ ਖੁਦਾ ਦੇ ਕਹਿੰਦਾ ਕਿ ਰਸੂਲ ਇਹ ਅੱਲਾਹ ਆ ਕਿ ਤਾਲਾ ਦੀ ਮੈਂ ਜ਼ਾਤ ਹੈ, ਤਾਂ ਖੁਦ, ਮੇਰੀ ਕਿਉਂਕਿ ਗੱਲ ਮੈਨੂੰ ਸੁਣੋ, ਤੇ ਮੈਨੂੰ ਤਾਂ ਦੇਖੋ ਸੁਣ ਨਾ, ਲਓ, ਮੇਰੀ ਵੀ ਗੱਲ ਸੁਣ ਲਓ ਨਾ, ਮੈਂ ਸੁਣ ਲੈਣਾ, ਤੁਹਾਡੀ ਮੇਰੀ ਵੀ ਵੀ ਸੁਣ ਸੁਣ ਲਓ ਲੈਣਾ। ਨਾ। ਅੱਛਾ, ਪਹਿਲੇ ਮੈਂ ਤੁਸੀਂ ਕਹਿੰਦਾ ਗੱਲ ਵਾਂ ਕਿ ਉਹਦਾ ਜਵਾਬ ਖੁਦਾ ਤਾਲਾ ਦੀ ਜ਼ਾਤ ਦੇਗੀ, ਤੇ ਜਿਹੜਾ ਉਹ ਜਵਾਬ ਦਿੰਦੀ ਹੈ ਨਾ, ਉਹ ਸਾਡੇ ਵਿੱਚੋਂ ਕੋਈ ਬੰਦਾ ਐਸਾ ਜਵਾਬ ਨਹੀਂ ਦੇ ਸਕਦਾ। ਅੱਛਾ, ਹੁਣ ਮੇਰੀ ਸੁਣ ਸੋ, ਮੈਂ ਕਰ ਲਵਾਂ। ਹਾਂਜੀ ਦੱਸੋ। ਮੈਨੂੰ ਖੁਦਾ ਤੇ ਖੁਦਾ ਦੇ ਰਸੂਲ ਨੇ ਹੱਕ ਦਿੱਤਾ ਹੈ ਕਿ ਜਿਤਨਾ ਉਸ ਕੀਤਾ ਉਤਨਾ ਤਾਂ ਮੈਂ ਕਰ ਲਈ, ਤੇ ਗੁਨਾਹ ਹੀ ਕੋਈ ਨਹੀਂ। ਤੇ ਇਹ ਹੈ ਮੈਂ ਕਿ ਤੁਹਾਨੂੰ ਗੁਨਾਹ ਹੈ? ਮੈਂ ਤੁਹਾਨੂੰ ਸਾਰਿਆਂ ਨੂੰ ਕਸਾਬ ਮੈਂ ਕੀ ਲੈਣਾ ਕਿਹਾ? ਜੁਰਮ ਹੈ। ਮੈਂ ਕਿਹਾ ਕਿ ਉਸ ਆਇਤ ਦਾ ਅਗਲਾ ਹਿੱਸਾ ਜਿਹੜਾ ਮੈਂ ਮੈਂ ਪਿਛਲਾ ਹਿੱਸਾ, ਬਿਨਾ ਮੈਂ ਪਿਛਲਾ ਮੈਂ ਛੋੜ ਉਹਦੇ ਕੇ ਤੇ ਅੱਗਾ ਚੱਲਦਾ। ਜਾਂਦੇ ਹੋ, ਪਿਛਲਾ ਤੇ ਕਿਉਂ ਨਹੀਂ ਮਾਫ ਪੜ੍ਹੇ? ਕਰ ਸਕਦੇ ਹੋ ਤੇ ਮਾਫ ਕਰ ਦਿਓ। ਦੇਖੋ ਮੈਂ ਯਾਰ, ਮੈਂ ਇਸ ਗੱਲ ਨੂੰ ਇਸ ਤਰ੍ਹਾਂ ਉਹਦੇ ਵਿੱਚ ਲੈਣਾ, ਉਹਨਾਂ ਨੇ ਇਹ ਆਪ ਨਹੀਂ ਕਿਹਾ ਕਿ ਛੱਡੋ, ਕਿਉਂ, ਠੀਕ ਹੈ ਉਹਨਾਂ ਨੇ ਜੱਜ ਕਿਹਾ ਸਾਹਿਬ, ਕਰ ਅਸੀਂ ਨਾ ਸਕਦੇ ਹੋ, ਅਸੀਂ ਮਾਫ ਕਰ ਦਾਂਗੇ। ਗੱਲ ਸੁਣੋ ਮੇਰੀ ਜਰਾ, ਮੇਰੀ ਜੱਜ ਸਾਹਿਬ ਗੱਲ ਸੁਣ ਲਓ। ਨਹੀਂ, ਅਸੀਂ ਮਾਫ ਕਰਨ ਵਾਲੇ ਹੁੰਦੇ ਕੋ ਨਾ, ਮੈਂ ਰੱਬ ਤੋਂ ਮਾਫੀ ਮੰਗੇ। ਇਸ ਬੰਦੇ ਨੇ ਇਹ ਜਿਹੜਾ ਲਾਂਤੀ ਉੱਤੇ ਜਿਹਦੀ ਤੁਸੀਂ ਛੱਡੋ ਨਾ। ਹਾਂ, ਜਿਹੜਾ ਨਹੀਂ, ਲਾਂਤੀ ਉਹ ਜਿਹੜਾ ਤੇ ਹੈ, ਜਿਹੜਾ ਹੀ ਕਰਨਾ ਉਹ ਤੇ ਇੱਕ ਕਰਨਾ ਹੀ ਜੱਗਾ ਸਾਹਿਬ, ਕਰਨਾ। ਇੱਕ ਮਿੰਟ, ਜੱਜ ਸਾਹਿਬ, ਇਹ ਲਾਂਤੀ ਬੰਦੇ ਜਿਹਦੀ ਅਸੀਂ ਤਸਵੀਰ ਲਾਈ ਹੈ ਨਾ, ਅਸੀਂ ਉਹਨੂੰ ਭਰਾ ਕਹਿੰਦੇ ਸਾਂ। ਅਸੀਂ ਕਹਿੰਦੇ ਸਾਂ ਤੁਸੀਂ ਸਾਡੇ ਵੱਡੇ ਭਰਾ ਹੋ ਯਾਰ, ਤੁਸੀਂ ਮਲਕ ਸਾਹਿਬ, ਮਲਕ ਸਾਹਿਬ, ਮਲਕ ਸਾਹਿਬ। ਇਹਨਾਂ ਨੇ ਕਈ ਵਾਰੀ ਗੁੱਸਾ ਵੀ ਕੀਤਾ, ਇਹਨਾਂ ਨੇ ਗਾਲਾਂ ਵੀ ਕੱਢੀਆਂ, ਪਰ ਇਹਨਾਂ ਨੇ ਕੁਛ ਅਰਸੇ ਤੋਂ ਨਾ 3-4 ਹਫ਼ਤਿਆਂ ਤੋਂ ਸਰਕਾਰੀ ਅਹਿਮਦੀਆਂ ਦੀਆਂ ਮਾਵਾਂ ਭੈਣਾਂ ਇਹਨੇ ਗਾਲਾਂ ਕੱਢਣਾ ਸ਼ੁਰੂ ਕੀਤੀਆਂ ਹੋਈਆਂ। ਅਸੀਂ ਕਿਹਾ ਕੋਈ ਨਹੀਂ ਯਾਰ, ਚੱਲ ਕੋਈ ਨਹੀਂ, ਵੱਡਾ ਹੈਗਾ, ਗੁੱਸਾ ਕਰ ਜਾਂਦਾ ਹੈ। ਪਰ ਕੱਲ ਇਸ ਬੰਦੇ ਨੇ ਖੁਦ ਕਿਹਾ ਕੋਈ ਬੰਦਾ ਆ ਕੇ ਇਹਦੇ ਨਾਲ ਗੱਲ ਕਰੇ। ਜਦੋਂ ਇਮਰਾਨ ਕੱਲ ਨੂੰ ਉੱਤੇ ਗਿਆ, ਉਹਨੇ ਜਾ ਕੇ ਗੱਲ ਕੀਤੀ, ਲਿਟਰੇਚਰ ਤੋਂ ਗੱਲ ਹੋਣੀ ਸੀ। ਇਹਨੇ ਇੱਕ ਦੱਲਾ ਇਹ ਹੈਪੀ, ਉਸ ਦੱਲੇ ਨੂੰ ਇਹਨੇ ਮੋਡਰੇਟਰ ਬਣਾਇਆ। ਪਰ ਬਨੀ ਇਸਰਾਈਲ ਵੀ ਉੱਥੇ ਮੋਡਰੇਟਰ ਸੀਗਾ, ਭਗਵਾਨ ਵੀ ਉੱਥੇ ਮੋਡਰੇਟਰ ਸੀਗਾ। ਜਦੋਂ ਗੱਲ ਸਟਾਰਟ ਹੋਈ ਹੈ ਉਹਨਾਂ ਦੋਨਾਂ ਦੀ, ਉਸ ਜਿਹੜਾ ਆਮਰ ਖੰਜ਼ੀਰ ਹੈ, ਜਿਹਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਖੰਜ਼ੀਰੀ ਇਸਲਾਮ ਦੇ ਨਾਲ ਉਹਦਾ ਤਾਲੁਕ ਹੈ। ਖੰਜ਼ੀਰੀ ਇਸਲਾਮ ਕਿਹੜਾ ਇਸਲਾਮ ਹੈ? ਉਹ ਇਸਲਾਮ ਹੈ ਜਿਹਦੇ 'ਚ ਸੀਕਰ ਬੈਠਾ ਅੰਬੀਆ ਨੂੰ ਗਾਲਾਂ ਕੱਢਦਾ ਹੈ, ਜਿਹਦੇ 'ਚ ਆਮਰ ਹੱਕ ਬੈਠਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਦਾਇਸ਼ ਦੇ ਉੱਤੇ ਗੰਦੀ ਗੱਲ ਕਰਦਾ ਹੈ, ਜਿਹਦੇ ਵਿੱਚ ਸਿਆਲ ਜਹੰਗ ਵਾਲਾ ਜਿਹੜਾ ਸੁਲਤਾਨ ਹੈ ਅੱਜ ਕੱਲ੍ਹ, ਉਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਇਜ਼ਵਾਜ ਦੇ ਉੱਤੇ ਗੰਦੀਆਂ ਗੱਲਾਂ ਕਰਦਾ ਹੈ, ਜਿਹਦੇ ਵਿੱਚ ਜੋਜ਼ਫ ਮਸੀਹ ਉਹ ਜਿਹੜਾ ਹੈ ਅੱਲਾਹ ਪਾਕ ਦੀ ਜ਼ਾਤ ਨੂੰ ਗਾਲਾਂ ਕੱਢਦਾ ਹੈ। ਇਹ ਆਮਰ ਖੰਜ਼ੀਰ ਦਾ ਖੰਜ਼ੀਰੀ ਇਸਲਾਮ ਦੀਆਂ ਤੁਹਾਨੂੰ ਮੈਂ ਗੱਲਾਂ ਦੱਸ ਰਿਹਾ। ਉਹਨੇ ਨਾ ਕੀ ਕੀਤਾ, ਉਹਨੇ ਤਾਰਕ ਚੌਹਾਨ ਦਾ ਨਾਮ ਲੈ ਕੇ ਨਾ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਹਜ਼ਰਤ ਮਸੀਹ ਮੌਊਦ ਅਲੈਹਿਸਸਲਾਤੁ ਵਸਸਲਾਮ ਦੀ ਔਲਾਦ ਨੂੰ। ਕੋਈ ਹਵਾਲਾ ਨਹੀਂ ਵਿਖਾਇਆ, ਕੋਈ ਕਿਤਾਬ ਨਹੀਂ ਵਿਖਾਈ, ਬਸ ਇੱਕ ਫਰਜ਼ੀ ਗੱਲ ਨਹੀਂ, ਜਿਵੇਂ ਬੰਦਾ ਕਿ ਉਹ ਇਹ ਕਹਿੰਦਾ, ਜਿਵੇਂ ਮੈਂ ਵੀ ਕਹਿ ਦੇਵਾਂ ਕਿ ਤੇਰੇ ਜਿਹੜੇ ਪਿੰਡ ਦੇ ਲੋਕੀ ਨੇ ਨਾ ਆਮਰ ਖੰਜ਼ੀਰ, ਉਹ ਕਹਿੰਦੇ ਨੇ ਕਿ ਇਹਨਾਂ ਦੀ ਜਿਹੜੀ ਮਾਂ ਹੈ ਨਾ, ਉਹਨੇ ਸਾਰੀ ਉਮਰ ਹੋਰ ਕੁਛ ਨਹੀਂ ਕੀਤਾ, ਉਹਨੇ ਪਿੰਡ ਵਾਲਿਆਂ ਨੂੰ ਖੁਸ਼ ਰੱਖਿਆ ਹੈ। ਜਿਹੜੇ ਬੰਦੇ ਦੀ ਇੱਥੇ ਜ਼ਿਆਦਾ ਛੜੇ ਸਾਡੇ ਪਿੰਡ ਵਿੱਚ ਇਸ ਲਈ ਸੀਗੇ ਕਿ ਇਹਦੀ ਮਾਂ ਅਵੇਲੇਬਲ ਸੀਗੀ, ਸੀ, ਇਸ ਲਈ ਲੋਕੀ ਸ਼ਾਦੀਆਂ ਹੀ ਨਹੀਂ ਕਰਦੇ ਸਨ, ਸੁੰਨਤ ਰਸੂਲ ਦੇ ਮੁਤਾਬਕ ਨਿਕਾਹ ਨਹੀਂ ਕਰਦੇ ਸਨ, ਇਸ ਲਈ ਕਿ ਇਹਦੀ ਮਾਂ ਜੋ ਅਵੇਲੇਬਲ ਸੀ, ਉਹ ਇੱਕ ਹੀ ਕਾਫੀ ਸੀ ਪੂਰੇ ਪਿੰਡ ਲਈ ਨਾ। ਅੱਛਾ, ਜਦੋਂ ਮਾਨੀ ਨੇ ਕਿਹਾ ਕਿ ਯਾਰ ਇਹ ਦੇਖੋ, ਇੱਕ ਬੰਦੇ ਦਾ ਨਾਮ ਲੈ ਕੇ ਇਹ ਗਲਤ ਗੱਲ ਕਰ ਰਿਹਾ ਹੈ। ਉਹ ਜਦ ਬਨੀ ਇਸਰਾਈਲ ਹੈ ਨਾ, ਜਿਹਦੀ ਮਾਂ ਨੂੰ ਮੈਂ ਚੌਕ ਵਿੱਚ ਖੜਾ ਕਰਕੇ ਫੁੱਲ ਦੇਵਾਂ, ਛੋਟੇ ਵੱਡੇ ਆਉਂਦੇ ਜਾਂਦੇ ਵਾਲੇ ਲੋਕਾਂ ਨੂੰ ਕਹਾਂ ਇਹਨੂੰ ਫੁੱਲ ਦੇ ਕੇ ਜਾਓ, ਉਹਨੇ ਮਾਨੀ ਨੂੰ ਥੱਲੇ ਲਾ ਦਿੱਤਾ, ਤੈਨੂੰ ਕਹਿੰਦਾ ਕਿ ਤੂੰ ਗੱਲ ਕਰ ਆਪਣੀ। ਇਹਨੇ ਕੀ ਕੀਤਾ, ਕਹਿੰਦਾ ਤਾਰਕ ਚੌਹਾਨ ਜਿਹੜਾ ਹੈਗਾ ਇਹਨਾਂ ਦੇ ਮਸੀਹ ਨੂੰ ਮੰਨਦਾ ਹੈ, ਤੇ ਉਹਨਾਂ ਦੀ ਔਲਾਦ ਨੂੰ ਜੋ ਮਰਜ਼ੀ ਉਹ ਕਵੇ, ਮੈਂ ਉਹਦੀ ਗੱਲ ਕਰ ਰਿਹਾ, ਮੈਂ ਖੁਦ ਨਹੀਂ। ਇਹ ਐਸਾ ਲਾਂਤੀ ਹੈ ਮਲਕ ਤਲਤ, ਇਹ ਜਿਹੜਾ ਹਰਾਮੀ ਲਾਂਤੀ ਹੈ, ਹਜ਼ਰਤ ਅਲੀ ਦੀ ਔਲਾਦ ਵਿੱਚ ਇੱਕ ਲਾਂਤੀ ਗਾਂਡੂ ਪੈਦਾ ਹੋ ਗਿਆ ਹੈ। ਇਹ ਕਹਿੰਦਾ ਹੈ ਕਿ ਆਮਰ ਖੰਜ਼ੀਰ ਦਾ ਕਸੂਰ ਹੀ ਕੋਈ ਨਹੀਂ ਹੈਗਾ, ਬਨੀ ਇਸਰਾਈਲ ਦਾ ਕਸੂਰ ਹੀ ਕੋਈ ਨਹੀਂ ਹੈਗਾ, ਭਗਵਾਨ ਦਾ ਕਸੂਰ ਹੀ ਕੋਈ ਨਹੀਂ ਹੈਗਾ।
ਇਹ ਕਸੂਰ ਉਹਨਾਂ ਦਾ, ਇਹ ਬਾਅਦ ਚ ਉਹਨਾਂ ਤੋਂ ਮਾਫੀਆਂ ਮੰਗਦਾ ਰਿਹਾ ਤੇ ਉਹਨਾਂ ਦੀ ਹੱਕ ਸੱਚ ਦੀ ਇਹ ਬਗੈਰਤ ਇਨਸਾਨ ਜਿਹੜਾ ਬਗੈਰਤ ਨਸਲ ਦਾ ਇਹ ਕੁੱਤਾ ਹੈ, ਪਤਾ ਨਹੀਂ ਕਿੱਥੇ ਦਾ ਇਹ ਮਲਕ ਹੈ, ਕਿਹੜੀ ਹਜ਼ਰਤ ਅਲੀ ਦੀ ਇਹ ਔਲਾਦ ਹੈ, ਪਤਾ ਨਹੀਂ ਉਹੀ ਹਜ਼ਰਤ ਅਲੀ ਨੇ ਜਿਨ੍ਹਾਂ ਦੇ ਅਸੀਂ ਸਮਝਦੇ ਹਾਂ ਜਾਂ ਕਿਸੇ ਹੋਰ ਅਲੀ ਦੀ ਇਹ ਔਲਾਦ ਹੈ, ਮੈਨੂੰ ਤਾਂ ਪਤਾ ਨਹੀਂ ਹੈ। ਇਹ ਕਹਿੰਦਾ ਹੈ ਕਿ ਉਹਨਾਂ ਨੂੰ ਖੁਸ਼ਾਮਦਾ ਕਰਦਾ ਰਿਹਾ, ਕਹਿੰਦਾ ਕਿ ਇਹਨਾਂ ਦਾ ਤਾਂ ਕੋਈ ਕਸੂਰ ਹੀ ਨਹੀਂ ਹੈਗਾ, ਇਹਨਾਂ ਨੇ ਤਾਂ ਕੋਈ ਗਲਤ ਕੰਮ ਹੀ ਨਹੀਂ ਕੀਤਾ, ਇਹਨਾਂ ਨੇ ਤਾਂ ਵਧੀਆ ਕੰਮ ਕੀਤਾ ਹੈ। ਤਾਂ ਉਹਨਾਂ ਦੀ ਗੋਦੀ ਵਿੱਚ ਬਹਿ ਕੇ ਹੁਣ ਸਾਨੂੰ ਗਾਲਾਂ ਕੱਢ ਰਿਹਾ ਹੈ। ਤਾਂ ਅੱਛਾ, ਫਿਰ ਉਸ ਤੋਂ ਬਾਅਦ ਜਦੋਂ ਇਹਨੇ ਸਾਰੀਆਂ ਗਾਲਾਂ ਕਢਵਾ ਲਈਆਂ ਅਮਰ ਖੰਜ਼ੀਰ ਕੋਲੋਂ, ਇਹ ਕਿਹੜੀ ਸ਼ੈ ਦਾ ਮੰਨਦਾ ਹੈ ਮਸੀਹ ਮੌਊਦ ਅਲੈਹਿਸਸਲਾਤੁ ਵਸਲਾਮ ਨੂੰ? ਉਹਨੇ ਗਾਲਾਂ ਹਜ਼ਰਤ ਮਸੀਹ ਮੌਊਦ ਅਲੈਹਿਸਸਲਾਤੁ ਵਸਲਾਮ ਨੂੰ ਡਾਇਰੈਕਟ ਕੱਢੀਆਂ ਨੇ। ਮਾਨੀ ਨੇ ਕਿਹਾ ਹੈ, ਮਾਨੀ ਨੇ ਹਵਾਲੇ ਦਿਖਾਏ ਨੇ, ਉਹਨੇ ਆਖਿਆ ਇਹ ਸ਼ਈਆ ਦੀ ਕਿਤਾਬ ਹੈ, ਫਲਾਂ ਜਗ੍ਹਾ ਤੋਂ ਪਬਲਿਸ਼ ਹੋਈ ਹੈ, ਇਹ ਵਹਾਬੀਆਂ ਦੀ ਕਿਤਾਬ ਹੈ, ਫਲਾਂ ਜਗ੍ਹਾ ਤੋਂ ਪਬਲਿਸ਼ ਹੋਈ ਹੈ, ਇਹਦੇ ਵਿੱਚ ਲਿਖਿਆ ਹਜ਼ਰਤ ਆਇਸ਼ਾ ਨੂੰ ਨੌਜ਼ ਬਿਲਾ ਜਿਹੜੇ ਅਹਿਲੇ ਤਸ਼ੀਹ ਨੇ ਉਹ ਡੈਸ਼ 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 ਸਮਝਦੇ ਨੇ, ਉਹਨਾਂ ਦਾ ਈਮਾਨ ਹੈਗਾ ਕਿ ਹਜ਼ਰਤ ਆਇਸ਼ਾ, ਉਹ ਕੁਰਾਨ ਦੀ ਜਿਹੜੀ ਆਇਤ ਹੈ ਉਹ ਕਹਿੰਦੇ ਨੇ ਹਜ਼ਰਤ ਆਇਸ਼ਾ ਲਈ ਨਹੀਂ ਉਤਰੀ, ਉਹ ਕਿਸੇ ਹੋਰ ਜ਼ੋਜਾ ਲਈ ਉਤਰੀ ਹੈ। ਇਹ ਸ਼ੀਆ ਦਾ ਉਹ ਦਿਖਾਉਂਦਾ ਰਿਹਾ ਹੈ, ਇਹਨੇ ਕੋਈ ਸ਼ੈ ਨਹੀਂ ਦਿਖਾਈ, ਇਹ ਗਾਲਾਂ ਕੱਢ ਰਿਹਾ ਸੀ, ਲਗਾਤਾਰ ਗਾਲਾਂ ਕੱਢ ਰਿਹਾ ਸੀ, ਬਗੈਰ ਹਵਾਲੇ ਤੋਂ, ਬਗੈਰ ਕਿਸੇ ਕਿਤਾਬ ਤੋਂ। ਇੱਕ ਮਿੰਟ ਸੁਣ ਰਿਹਾ ਨਾ ਮਲਕ ਤਲ, ਸੁਣ ਰਿਹਾ ਜਰਾ, ਉਹਨੂੰ ਮੈਂ ਸੁਣਾ ਦੇਵਾਂ ਜਰਾ ਨਾ। ਉਹ ਬਗੈਰ ਹਵਾਲੇ ਤੋਂ, ਬਗੈਰ ਕਿਸੇ ਕਿਤਾਬ ਤੋਂ ਗਾਲਾਂ ਕੱਢ ਰਿਹਾ ਸੀ, ਹਰਾਮੀ ਅਮਰ ਖੰਜ਼ੀਰ, ਆਪਣੀ ਮਾਂ ਦੀ ਉਹ ਤਰਬੀਅਤ ਸ਼ੋਅ ਕਰ ਰਿਹਾ ਸੀਗਾ। ਤੇ ਇਹਨਾਂ ਨੇ ਉਹਨੂੰ ਮਿਊਟ ਨਹੀਂ ਕੀਤਾ। ਇਹ ਬਨੀ ਇਸਰਾਈਲ ਜਿਹਦੀ ਮੈਂ ਮਾਂ ਨੂੰ ਫੁੱਲ ਦਿਆਂਗਾ ਦਿਨ ਰਾਤ ਚੌਕ ਵਿੱਚ ਖੜਾ ਕਰਕੇ, ਤੇ ਇਹ ਭਗਵਾਨ ਦੀ ਸੂਰ ਦੀ ਮਾਂ ਦੇ ਉੱਤੇ ਮੈਂ ਸੂਅਰ ਛੱਡਾਂਗਾ, ਜੰਗਲੀ ਸੂਅਰ। ਇਹਨਾਂ ਕੁੱਤੀ ਦਿਆਂ ਬੱਚਿਆਂ ਨੇ ਉਹਨੂੰ ਮੌਕਾ ਦਿੱਤਾ ਤੇ ਮਲਕ ਤਲਤ ਪਿੱਛੇ ਬਹਿ ਕੇ ਸੁਣ ਰਿਹਾ ਸੀ। ਇਹ ਬਗੈਰਤੀ ਕੀਤੀ ਹੈ ਮਲਕ ਤਲਤ ਨੇ। ਹੁਣ ਵੀ ਕੋਈ ਬੰਦਾ ਨਿਊਟਰਲ ਹੋ ਕੇ ਉਹ ਰਿਕਾਰਡਿੰਗ ਸੁਣ ਲਵੇ, ਉਹਦੇ ਵਿੱਚ ਤੁਹਾਨੂੰ ਸਾਰਾ ਸਮਝ ਆ ਜਾਏਗੀ ਕਿਹਨੇ ਬਗੈਰਤੀ ਕੀਤੀ ਹੈ। ਸਾਰਿਆਂ ਨਾਲੋਂ ਵੱਡਾ ਬਗੈਰਤ ਇਹ ਹੋਸਟ ਸੀ, ਇਹ ਬਗੈਰਤ ਹੈ ਮਲਕ ਤਲਤ, ਇਹ ਗਾਂਡੂ। ਮੈਨੂੰ 2 ਮਿੰਟ ਦਿਓ, ਮੈਂ ਗੱਲ ਤਾਂ ਸੁਣਨਾ। ਜੱਟ ਲੈਲ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ, ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ। ਉਹਨਾਂ ਨੇ ਉਹ ਕਰ ਜੋ ਉਹਨਾਂ ਕੋ ਹੋਇਆ ਨਾ, ਉਹ ਮੇਰਾ ਖਿਆਲ ਉਹ ਜਿਹੜਾ ਨਾ ਭੌਂਕ ਕੇ ਉਹਨਾਂ ਨੇ ਗਲੇ ਆਪਣੇ ਬੰਦ ਕਰ ਲਏ ਨੇ। ਤੁਹਾਡੀ ਸਾਰੀ ਗੱਲ ਠੀਕ ਹੈ, ਲੇਕਿਨ ਮੈਂ ਉਹ ਤੁਸੀਂ ਦੁਨੀਆ ਦੀ ਅਦਾਲਤ ਦੇ ਵਿੱਚ ਕੇਸ ਰੱਖਿਆ, ਮੈਂ ਕਹਿੰਦਾ ਵਾ ਖੁਦਾ ਤਾਲਾ ਦੀ ਅਦਾਲਤ 'ਚ ਰੱਖੋ। ਦੁਨੀਆ ਦੀ ਅਦਾਲਤ 'ਚ ਯਾਰ ਤੇ ਅਸੀਂ ਜੱਟ ਸਾਹਿਬ ਮਾਫੀ ਮੰਗਣ ਟੁਰ ਜਾਈਏ? ਮਾਫੀ ਕਮਾਲ ਕਰਦੇ ਹੋ ਯਾਰ ਤੁਸੀਂ। ਮੈਂ ਨਹੀਂ ਕੋਈ ਨਹੀਂ, ਉਹ ਡਿਫਰੈਂਸ ਹੈ, ਕੋਈ ਚੱਕਰ ਨਹੀਂ। ਜਰਤੇਸ਼ ਭਾਈ ਕਰਨ ਦਿਓ ਗੱਲ, ਮੈਂ ਆਪਣੀ ਗੱਲ ਦੱਸ ਰਿਹਾ, ਤੁਸੀਂ ਕੀ ਚਾਹ ਰਹੇ ਹੋ? ਮੈਂ ਕੀ ਚਾਹਣਾ? ਮੈਂ ਆਪਣਾ ਮੌਕਫ ਨਾ ਦੱਸਾਂ? ਨਹੀਂ ਦੱਸੋ ਤੁਹਾਨੂੰ ਕਹਿਣ ਡਿਆ ਕਿ ਤੁਸੀਂ ਵੀ ਇੰਜ ਕਰੋ। ਨਹੀਂ ਦੱਸੋ ਤੁਸੀਂ, ਅਜੀਬ ਲੋਕ ਹੋ ਤੁਸੀਂ। ਨਹੀਂ ਜਰਤੇਸ਼ ਭਾਈ ਨਾ ਕਰੋ ਯਾਰ, ਕਰਨ ਦੋ। ਜੋ ਇਖਤਲਾਫ ਵੀ ਹੈ ਤੇ ਇਟਸ ਓਕੇ, ਕੋਈ ਮਸਲਾ ਨਹੀਂ। ਉਹ ਵੀ ਕੁਰਾਨ ਦੀ ਤਾਲੀਮ ਦੱਸ ਮੈਂ ਦੱਸੋ ਕਰੋ, ਸੁਣੋ ਭਾਈ ਦੀ ਗੱਲ ਸੁਣੋ। ਮੈਂ ਆਪਣਾ ਮੌਕਫ ਦੱਸ ਰਿਹਾ ਕਿ ਉਸ ਆਇਤ ਦੇ 2 ਹਿੱਸੇ ਨੇ। ਮੈਂ ਜਿਹੜਾ ਦੂਸਰਾ ਹਿੱਸਾ ਨਾ ਕਿ ਮਾਫ ਕਰ ਸਕਦੇ ਹੋ ਤੇ ਕਰ ਦਿਓ, ਉਹਦਾ ਹੈ ਵੀ ਕਿ ਅੱਗੇ ਤੁਸੀਂ ਪੜੋਗੇ ਨਾ ਤੇ ਉਹ ਖੁਦਾ ਤਾਲਾ ਉਹਦਾ ਹਿਸਾਬ ਲਵੇਗਾ। ਮੈਂ ਉਸ ਅਦਾਲਤ 'ਚ ਕੀਤਾ ਜਿਹਦਾ ਹਿਸਾਬ ਜਿਹੜਾ ਹੈ ਨਾ ਉਹ ਦੁਨੀਆ ਦੀ ਅਦਾਲਤ ਨਾਲ ਬਹੁਤ ਵੱਡਾ ਹੁੰਦਾ। ਕਰ ਲਿਆ ਨੇ ਤੁਹਾਨੂੰ ਅਗਰ ਤੁਹਾਨੂੰ ਮੇਰੀ ਗੱਲ ਛੋਟੀ ਸਾਰੀ ਮੇਰੀ ਅਰਜ਼ ਸੁਣਿਓ ਕਿ ਦੁਨੀਆ ਦੀ ਅਦਾਲਤ 'ਚ ਉਹ ਭਾਈ ਉਹ ਤੁਹਾਡੀ ਗੱਲ ਠੀਕ ਹੈ, ਮੈਂ ਤੁਹਾਨੂੰ ਮਨਾ ਕਰਦਾ। ਸ਼ਾਇਦ ਜੱਟ ਲੈਲ ਭਾਈ ਠੀਕ ਹੈ ਤੁਹਾਡੀ ਗੱਲ ਅੱਲਾ ਤੇ ਸੁੱਟ ਦੇਣੀ ਚਾਹੀਦੀ ਹੈ। ਇੱਕ ਚੀਜ਼ ਦਾ ਪਤਾ ਹੈ, ਇਹਨੇ ਨਹੀਂ ਇਨਸਾਨ ਬਣਨਾ। ਗੱਲ ਤਾਂ ਹੁਣ ਸਾਨੂੰ ਵੀ ਤਾਂ ਕਰਨ ਦਿਓ ਨਾ। ਉਹੀ ਗੱਲ ਉਹਨਾਂ ਕੀਤੀ, ਉਹੀ ਤੁਸੀਂ ਕਰ ਰਹੇ ਹੋ ਤੇ ਸਾਨੂੰ ਵੀ ਤਾਂ ਕਰਨ ਦਿਓ। ਕੋਈ ਨਹੀਂ, ਕੋਈ ਕਰੋ ਭਾਈ, ਵਾਰੀ ਗੱਲ ਕਰੋ, ਕੋਈ ਨਹੀਂ। ਹਾਂਜੀ, ਉਹ ਹੁਣ ਵੀ ਇਹੀ ਗਾਲਾਂ ਕੱਢ ਰਿਹਾ ਔਰ ਸਨ ਕਿਸੇ ਜਗ੍ਹਾ ਤੇ ਇਹ ਹੁਕਮ ਵੀ ਨਹੀਂ ਹੈ ਕਿ ਤੁਸੀਂ ਅਗਰ ਮਾਫ ਨਹੀਂ ਕਰ ਸਕਦੇ ਤੇ ਕੋਈ ਗੁਨਾਹ ਵੀ ਨਹੀਂ ਹੈ। ਜਿਹੜਾ ਕੁਝ ਉਹ ਹੁਣ ਵੀ ਸਨ ਗਾਲਾਂ ਕੱਢ ਰਿਹਾ ਹੈ, ਉਸ ਪਿਓ ਦੀ ਝੋਲੀ 'ਚ ਬਹਿ ਕੇ, ਜਿਹਦੀ ਅੰਮਾ ਦੀ ਉਮਰ 95 ਸਾਲ ਹੈ, ਉਸ ਦੀ ਝੋਲੀ 'ਚ ਬਹਿ ਕੇ ਉਹ ਗਾਲਾਂ ਕੱਢ ਰਿਹਾ ਹੈ। ਉਹ ਸੁਣ ਰਹੇ ਹੋ ਤੁਸੀਂ? ਔਰ ਉਸ ਆਪਣੀ ਬੇਟੀ ਉਹਨਾਂ ਸਰਕਾਰੀ ਅਹਿਮਦੀਆਂ ਨੂੰ ਦਿੱਤੀ ਏ, ਬੈਰਤ ਨਹੀਂ ਨਾ ਦੇ ਸਕਿਆ। ਉਹ ਸਰਕਾਰੀ ਅਹਿਮਦੀ ਜਾਂਦੇ ਪਏ ਨੇ ਨਾ, ਕੋਈ ਬੈਰਤ ਨਹੀਂ ਜਾਂਦੇ ਪਏ। ਉਸ ਨੂੰ ਤੇ ਫੁੱਲ ਰੱਖਣ ਵਾਸਤੇ ਦਿੱਤਾ ਸੀ ਜਰਮਨੀ। ਪਿਆ ਕੁੱਤੇ ਯਾਰ ਭੌਂਕਦਾ ਕੁੱਤੇ। ਅੱਛਾ ਦੂਆ ਕਹਿ ਰਿਹਾ ਤੁਸੀਂ ਜਾ ਕੇ ਉਹਨਾਂ ਨੂੰ ਪੈਗਾਮ ਦਿਓ। ਤੂੰ ਪੈਗਾਮ ਦੇਵਣ ਵਾਲਿਆਂ ਨੂੰ ਗੱਲ ਹੀ ਦੇ, ਅਸੀਂ ਉਹਨਾਂ ਨੂੰ ਐਸੇ ਦਾਣੇ ਦੇ ਕੇ ਗਲਸਾਂ ਕੇ ਯਾਦ ਰੱਖ ਸੈਨੋ। ਕੁੱਤੀ ਦਾ ਬੱਚਾ
ਪੈਗਾਮ ਦੇਵਣ ਵਾਲਾ ਪੈਗਾਮ ਤੂੰ ਇਹਦੇ ਬੈਣ ਪਰ ਨਾ ਹੋਈ ਹੈ, ਤੂੰ ਪੈਗਾਮ ਦੇ ਕੇ ਗਲਣਾ ਹੈ। ਮੈਂ ਤੇ ਇੱਕ ਹੀ ਗੱਲ ਕਰਾਂਗਾ, ਇਸ ਬੰਦੇ ਨੇ ਜ਼ੁਲਮ ਕੀਤਾ ਹੈ, ਇਹਨੂੰ ਅਸੀਂ ਭਰਾ ਭਰਾ ਕਹਿੰਦੇ ਸਾਂ, ਇਹ ਭਰਾ ਮਾਰ ਨਿਕਲਿਆ ਹੈ, ਇਹ ਭਰਾ ਮਾਰ ਨਿਕਲਿਆ। ਸਾਡੇ ਵਿੱਚੋਂ ਸਾਰਿਆਂ ਨਾਲੋਂ ਜ਼ਿਆਦਾ ਇੱਜ਼ਤ ਇਹਨਾਂ ਦੀ ਇਹਦੀ ਇਮਰਾਨ ਕਾਲੂ ਕਰਦਾ ਸੀ। ਉਹ ਕੱਲ ਵੀ ਕਹਿੰਦਾ ਸੀ ਨਹੀਂ ਮੇਰਾ ਭਰਾ ਹੈ, ਮੇਰਾ ਭਰਾ ਹੈ, ਲੇਕਿਨ ਇਹ ਭਰਾ ਮਾਰ ਨਿਕਲਿਆ ਹੈ। ਇਹਨੇ ਸਾਡੇ ਨਾਲ ਕੀ ਕਰਨਾ ਸੀਗਾ, ਇਹਨੇ ਜਿਹੜੀ ਹਜ਼ਰਤ ਮਸੀਹ ਮੌਦ ਅਲੈਹਿਸਸਲਾਤੁ ਵਸਲਾਮ ਦੇ ਨਾਲ ਜੋ ਹਰਕਤ ਕਰਵਾਈ ਹੈ ਇਸ ਬੰਦੇ ਨੇ, ਆਮਰ ਖੰਜ਼ੀਰ ਨੂੰ ਬਿਠਾ ਕੇ, ਉਹਨੇ ਕੋਈ ਹਵਾਲਾ ਨਹੀਂ, ਕੋਈ ਕੁਛ ਨਹੀਂ, ਗੰਦੀਆਂ ਗਾਲਾਂ ਕੱਢੀਆਂ ਨੇ। ਤੇ ਇਮਰਾਨ ਫੇਰ ਵੀ ਜਿਹੜਾ ਇਮਰਾਨ ਸੀ ਉਹ ਹਵਾਲੇ ਵਿਖਾ ਕੇ ਗੱਲ ਕਰ ਰਿਹਾ ਸੀ। ਉਹਨੇ ਕੰਮ ਹੀ ਇੱਥੋਂ ਸ਼ੁਰੂ ਕੀਤਾ, ਉਹਨੇ ਤਾਰਕ ਚੌਹਾਨ ਦਾ ਨਾਮ ਲੈ ਕੇ ਉਹਨੇ ਗਾਲਾਂ ਕੱਢੀਆਂ ਨੇ। ਉੱਤੇ ਭਾਈਓ ਦੂਜੀ ਗੱਲ ਇਹ ਆ ਕਿ ਉਹ ਕਹਿੰਦਾ ਸੀਗਾ ਕਿ ਮੈਂ ਤਾਂ ਇਮਰਾਨ ਕਾਲੂ ਨਾਲ ਗੱਲ ਕਰਨਾ ਹੀ ਨਹੀਂ ਚਾਹੁੰਦਾ, ਮੈਂ ਤੂੰ ਬਚਦਾ, ਮੈਂ ਤੂੰ ਡਰਦਾ। ਇਮਰਾਨ ਕਾਲੂ ਨੇ ਕਿਹਾ ਸੀ ਇੱਥੇ ਮੋਡਰੇਟਰ ਆਪਣੇ ਬਿਠਾ ਕੇ ਤੂੰ ਗੱਲ ਕਰ ਰਿਹਾ ਹੈ, ਤੂੰ ਅਗਰ ਕਰਨੀ ਹੈ ਨਾ ਗੱਲ ਮੇਰੇ ਨਾਲ 1 to 1 ਕਰ ਲੈ, ਮੈਂ ਤੇਰੇ ਅੰਦਰੋਂ ਲੰਘ ਜਾਵਾਂਗਾ, ਮੈਂ ਤੇਰੇ ਅੰਦਰੋਂ ਲੰਘ ਜਾਵਾਂਗਾ, ਮੈਂ ਤੇਰੀ ਫਾੜ ਕੇ ਗਲੇ ਵਿੱਚ ਪਾ ਦਿਆਂਗਾ। ਪਰ ਆਮਰ ਖੰਜ਼ੀਰ ਵਿੱਚ ਹਿੰਮਤ ਨਹੀਂ ਪੈਦਾ ਹੋਈ। ਅਗਰ ਉਹਦੇ 'ਚ ਹਿੰਮਤ ਹੁੰਦੀ ਨਾ, ਜਾਂ ਐਡਾ ਵੱਡਾ ਮੁਜਾਹਦ ਹੁੰਦਾ, ਜਾਂ ਐਡਾ ਵੱਡਾ ਕਿਸੇ ਹਲਾਲੀ ਦਾ ਉਹ ਬੱਚਾ ਹੁੰਦਾ, ਤਾਂ ਕਹਿੰਦਾ ਹਾਂ ਆ ਜਾ। ਇਹ ਸਿਰਫ ਉਹਨਾਂ ਨੇ ਆਪਣੇ ਉੱਥੇ ਗੇਮ ਸੈੱਟ ਕਰਕੇ ਆਪਣੇ ਮੋਡਰੇਟਰ ਬਿਠਾ ਕੇ ਗੇਮ ਪਾਈਏ। ਪਰ ਉਹਨਾਂ ਮੋਡਰੇਟਰਾਂ ਦੀ ਜਿਹੜੀ ਮਾਂ ਨੂੰ ਮੈਂ ਚੌਕ ਦੇ ਵਿੱਚ ਖੜਾ ਕਰਕੇ ਨੰਗਿਆਂ ਕਰਾਂਗਾ। ਜੇ ਦੋਨੋਂ ਸਨ ਨਾ, ਬਨੀ ਇਸਰਾਈਲ ਤੇ ਭਗਵਾਨ, ਕਹਿੰਦੇ ਨੇ ਕਿ ਸਾਡੇ ਅਕਾਬਰ ਸਾਡੀ ਮਾਂ ਤੇ ਪਿਓ ਨੇ, ਤਾਂ ਮੈਂ ਤੇਰੇ ਅਕਾਬਰ ਨੂੰ ਗਾਲਾਂ ਕੱਢ ਰਿਹਾ, ਤਾਂ ਮੈਂ ਕੱਢਦਾ ਰਵਾਂਗਾ। ਬਨੀ ਇਸਰਾਈਲ ਤੇਰੇ ਅਕਾਬਰ ਨੂੰ ਵੀ ਤੇ ਭਗਵਾਨ ਤੇਰੇ ਅਕਾਬਰ ਨੂੰ ਵੀ, ਤੁਹਾਡੀਆਂ ਦੋਨਾਂ ਦੀਆਂ ਮਾਵਾਂ ਨੂੰ ਨੰਗੇ ਕਰਕੇ ਗਮਲੇ ਸਮੇਤ ਫੁੱਲ ਦੇਣੇ ਆ ਮੈਂ। ਤੁਸੀਂ ਜੋ ਕਰਨਾ ਕਰ ਲਓ, ਜੋ ਤੁਸੀਂ ਕਰਨਾ ਕਰ ਲਓ, ਠੀਕ ਹੈ ਨਾ। ਤੂੰ ਜੋ ਕਰਨਾ ਹੈ ਤੁਸੀਂ ਕਰ ਲਓ। ਮੈਂ ਤੁਹਾਡੀਆਂ, ਮੈਨੂੰ ਮਿਊਟ ਕੀਤਾ ਹੈ, ਬਲਾਕ ਕੀਤਾ ਹੈ ਆਪਣੀਆਂ ਲਾਈਵਾਂ ਤੋਂ, ਪਰ ਮੈਂ ਤੁਹਾਡੇ ਪਿੱਛੇ ਆ। ਭਾਵੇਂ ਵਰਿਆਮ ਕਰ ਦੇਵੇ ਮੈਨੂੰ ਬਲਾਕ, ਕੋਈ ਵੀ ਕਰ ਦੇਵੇ, ਮੈਂ ਤੁਹਾਡੇ ਪਿੱਛੇ ਆ। ਤੇ ਮਲਕ ਤਲਤ ਨੇ ਇਹ ਬਗੈਰਤੀ ਕੀਤੀ ਹੈ, ਇਹਨੇ ਦੱਸਿਆ ਕਿ ਬਹੁਤ ਵੱਡਾ ਬਗੈਰਤ ਹੈ। ਇਹਦੀ ਬਗੈਰਤੀ ਬਿਲਕੁਲ ਜਾਂ ਇਹ ਕੋਈ ਬੰਦਾ ਵੀ ਅਗਰ ਸਾਡੀਆਂ ਗੱਲਾਂ ਤੇ ਯਕੀਨ ਨਹੀਂ ਆਉਂਦਾ, ਕੋਈ ਬੰਦਾ ਵੀ ਮੁਨਸਬ ਬਣ ਕੇ ਉਹ ਰਿਕਾਰਡਿੰਗ ਸੁਣ ਲਵੇ, ਤੁਹਾਨੂੰ ਨਜ਼ਰ ਆਏਗਾ ਕਿ ਮਲਕ ਤਲਤ ਨੇ ਕਿੱਡਾ ਵੱਡਾ ਬਗੈਰਤ ਨਿਕਲਿਆ ਹੈ, ਕਿੱਡਾ ਵੱਡਾ ਲਾਂਤੀ ਇਨਸਾਨ ਹੈ ਨਿਕਲਿਆ। ਹਾਂਜੀ, ਅਸੀਂ ਕਿਸੇ ਨੂੰ ਕੋਈ ਮੁਨਸਿਫ ਨਹੀਂ ਬਣਾਉਂਦੇ। ਹੁਣ ਜਿਹੜਾ ਕੁਝ ਹੋਣਾ ਹੈ ਹੋ ਗਿਆ। ਹੁਣ ਤੂੰ ਪਿੱਛੇ ਨਾ ਵੈਸੀ ਮਲਕ ਤਲਤ, ਇਹ ਸਾਥੋਂ ਲਿਖਾ ਲੈ ਕਿ ਤੂੰ ਬਰੌਡ ਆਨ ਕਰਕੇ ਪਿੱਛੇ ਸਮਝ ਨਾ ਜਾਸੀ। ਜਿਹੜੇ ਦੇਰ ਤੂੰ ਸਮਝ ਟੁਰ ਗਿਓ, ਸਾਡਾ ਨੱਕ ਤੇ ਕੰਧੋਂ में वाट लवे, ये तेरी खत्म हो। ਆਮਰ ਭਾਈ ਮੈਂ ਮਾਜ਼ਰਤ ਆਮਰ ਭਾਈ, ਉਹ ਕਹਿ ਰਿਹਾ ਮੈਂ ਮਿਰਜ਼ਾ ਨੂੰ ਇਹ, ਮੈਂ ਮਿਰਜ਼ਾ ਨੂੰ ਉਹ ਗਾਲਾਂ ਕੱਢ ਰਿਹਾ ਤੇ ਕਹਿ ਰਿਹਾ ਮੈਂ ਮਾਫੀ। ਤੇਰੀ ਐਸੀ ਦੀ ਤੈਸੀ, ਉਹ ਤੇਰੇ ਘਰ ਦੀਆਂ ਇੱਜ਼ਤਾਂ ਤੇਰੀਆਂ ਇੱਜ਼ਤਾਂ, ਤੇਰੀ ਇੱਜ਼ਤ, ਉਹ ਤੇਰਾ ਜਿਹੜਾ ਕੁੱਲਾ ਹੈਗਾ ਉਹਦੀ ਇੱਜ਼ਤ। ਤਾਂ ਸਾਡੇ ਨਬੀ ਦੀ ਇੱਜ਼ਤ ਹੀ ਕੋਈ ਨਹੀਂ ਬਗੈਰਤਾ। ਤੂੰ ਕਹਿੰਦਾ ਤੂੰ ਅਹਿਮਦੀ ਹੈ, ਹਰ ਅਹਿਮਦੀ ਨਾਲ ਤੇਰਾ ਰੋਲਾ ਹੈ, ਬਗੈਰਤਾ ਹਰ ਅਹਿਮਦੀ ਨਾਲ ਤੇਰਾ ਰੋਲਾ ਹੈ। ਨਾਦਰ ਨੇ ਤੈਨੂੰ ਸਹੀ ਪਹਿਚਾਨਿਆ ਸੀ ਕਿ ਬੰਦਾ ਅਹਿਮਦੀ ਕੋਈ ਨਹੀਂ ਹੈਗਾ, ਜਾਂ ਹੈ ਵੀ ਏ ਤੇ ਇਹਨੂੰ ਕੁਛ ਨਹੀਂ ਪਤਾ ਹੈ। ਤੇਰਾ ਹਰ ਅਹਿਮਦੀ ਦੇ ਮੁਖਾਲਫ ਤੂੰ ਗੱਲ ਕਰਦਾ ਹੈ, ਹਰ ਅਹਿਮਦੀ ਦੇ ਮੁਖਾਲਫ ਤੂੰ ਕੁਰਾਨ ਦੇ ਮੁਖਾਲਫ ਗੱਲ ਕਰਦਾ ਹੈ। ਕੁਰਾਨ ਕਹਿੰਦਾ ਹੈ ਅੱਲਾਹ ਤੇ ਉਹਦੇ ਰਸੂਲ ਦੀ ਇਤਾਅਤ ਕਰੋ, ਇਹ ਬਗੈਰਤ ਕਹਿੰਦਾ ਹੈ ਕਿ ਰਸੂਲ ਦੀ ਇਤਾਅਤ ਕਰਕੇ ਤੁਸੀਂ ਮੁਸ਼ਰਕ ਹੋ ਜਾਂਦੇ ਹੋ। ਕੋਈ ਯਾਰ ਗੱਲ ਤੇਰੀ ਕਰਨ ਵਾਲੀ ਯਾਰ, ਅਸੀਂ ਤੇਰੀ ਇੱਜ਼ਤ ਕਰਦੇ ਨਹੀਂ ਯਾਰ, ਕੋਈ ਨਹੀਂ ਹਜ਼ਰਤ ਮਸੀਹ ਮੌਦ ਨੂੰ ਮੰਨਣ ਵਾਲਾ, ਹਜ਼ਰਤ ਮਸੀਹ ਮੌਦ ਉਹਦੀ ਕੁੜੀ ਨੂੰ ਗਾਲਾਂ ਕਢਵਾਉਂਦੇ ਉਹ ਖਬੀਸਾ, ਉਹ ਖਬੀਸਨੀ ਕੇ ਬੱਚੇ, ਆਮਰ ਖੰਜ਼ੀਰਨੀ ਕੇ ਬੱਚੇ, आमिर खंजीरनी के बच्चे चला गया। आमिर खंजीर को लेकर आओ इधर, आमिर खंजीर को। ओ केड़े तेरे पियो शराब पी के नमाज पढ़ाई है? दस ना, केड़े तेरे अब्बे शराब पी के नमाज पढ़ाई है? क्यों नहीं दसदा? बाकी भगवान नियो और बनी इसराइल, हैप्पी भी बीच भी, तुम्हारी सब की माओ की आंख, तुम्हारी सब काबर माओ, हसन अला यारी कहता है, नानियों की माओ की। सुन सैफी, हसन अला यारी कहता है कि वो जो था ना हजरत अली, उसने एक चुड़ैल की शादी हजरत उमर के साथ नौजुबिल्ला करवा दी थी। नई कहानी सुन लो। उन प्योवन तो जवाब नहीं देंगे। वो कौन सी बात ये है कि नियो भगवान और बनी इसराइल और हैप्पी दल्ले, तुम सब की माओ की आंख, तुम्हारी दादियों की आंख, तुम्हारी दादियों माओ को हमल करूंगा, चौक में खड़ा करके नंगे करके उनको उनके मैं फूल दूंगा, उनकी तुम्हारी माओ को। ओ कुत्ती के बच्चों कहते हो हमारी माएँ तुम्हारी अकाबर हैं,
तो तुम्हारी माओ को चोदूंगा मैं। ये मेरा पैगाम सुन लो। तुम लोगों की ऐसी की तैसी काफिर माओ के बच्चों, और तुम्हारी दादी है मुसलमान, नबी पाक पे ईमान रखने वाली, और तुम नबी पाक की इंसल्ट करो। ओ खबीसो, तेरी मां दी अख बनी इसराइल, तू बदमाश है ना। तू कहना मैं बंदे मर जाते ने, तेरी मैं मां नू फुੱਲ देआंगा, फुੱਲ ਵੱਡਾ ਵੀ ਤੇ ਨਿੱਕਾ ਵੀ ਤੇ ਆਂਦੇ ਜਾਂਦੇ ਵਾਲਿਆਂ ਨੂੰ ਕਵਾਂਗਾ ਇਹਨੂੰ ਫੁੱਲ ਦਿਓ, ਉਹਨੂੰ ਮੈਂ ਬੰਨ ਦੇਣਾ ਹੈਗਾ ਤੇਰੀ ਮਾਂ ਨੂੰ ਉੱਥੇ ਖੰਬੇ ਦੇ ਨਾਲ, ਚੌਕ ਦੇ ਖੰਬੇ ਦੇ ਨਾਲ ਬੰਨ ਦੇਣਾ ਹੈ, ਤੇ ਆਂਦੇ ਜਾਂਦੇ ਨੂੰ ਕਹਿਣਾ ਹੈ ਜਾਨਵਰ ਨੂੰ ਵੀ ਤੇ ਇਨਸਾਨ ਨੂੰ ਵੀ ਇਹਨੂੰ ਫੁੱਲ ਦੇ ਕੇ ਜਾਓ, ਇਹਨਾਂ ਦੀਆਂ ਮਾਵਾਂ ਨੂੰ ਫੁੱਲ ਦਿਓ। ਇਹ ਮਲਕ ਤਲਤ ਇੱਕ ਲਾਂਤੀ ਖਬੀਸ ਇਨਸਾਨ ਹੈ, ਜਾ ਰਹੀ ਹੈ। ਇਹ ਖਬੀਸ ਇਨਸਾਨ ਨੇ ਕੱਲ ਪਿੱਛੇ ਬਹਿ ਕੇ ਜ਼ਿਆਦਤੀ ਕਰਵਾਈਏ। ਕੱਲਾ ਬੰਦਾ ਉੱਥੇ ਸਮਝ ਕੇ ਨੇ ਗਾਲਾਂ ਕਢਵਾਈਆਂ ਨੇ, ਬਗੈਰ ਕੋਈ ਹਵਾਲਾ ਨਹੀਂ ਦਿਖਾਇਆ ਉਹਨੇ। ਉਸ ਗਾਂਡੂ ਨੇ ਮੈਂ ਉੱਥੇ ਆਮਰ ਖੰਜ਼ੀਰ ਨੇ ਗਾਲਾਂ ਕੱਢੀਆਂ ਨੇ, ਗੰਦੀਆਂ ਗੰਦੀਆਂ, ਕੰਜਰ ਦੇ ਆ ਬਚਿਆ ਤੇਰੀ ਮਾਂ ਕੰਜਰੀ। ਉਹ ਕੰਜਰੀ ਜਦੋਂ ਵਿਆਹ ਕੇ ਉਹ ਪਿੰਡ ਵਿੱਚ ਆਈ, ਸਾਰੇ ਬੰਦਿਆਂ ਨੇ ਨਿਕਾਹ ਸੁਨਨਤ ਰਸੂਲ ਕਰਨਾ ਉੱਥੇ ਛੱਡ ਦਿੱਤਾ। ਉਹਨਾਂ ਨੇ ਕਿਹਾ ਇੱਕ ਆ ਗਈ ਹੈ ਮਾਈ, ਮਾਈ ਅੱਗੇ ਦੀ ਗੱਲ ਸੁਣ ਲੋ ਕੀ ਮਾਈ ਹਾਜਰ ਆ ਗਈ ਹੈ। ਜਿਹੜੀ ਉਹ ਰਿਕਾਰਡਿੰਗ ਚਲਾਈ ਜਾ ਰਹੀ ਹੈ, ਔਰ ਸੁਣਾ ਖੰਜੀਰ ਦੇ ਬੱਚੇ ਨੂੰ, ਇਹਦੀ ਮੈਂ ਭੈਣ ਨੂੰ ਚੋਦਾਂ, ਗਸ਼ਤੀ ਮਾਂ ਦੇ ਬੱਚੇ ਦੀ ਨੂੰ, ਇਹ ਖੰਜੀਰੂ ਨੂੰ ਕਹਿ ਇੱਧਰ ਆਵੇ, ਤੇਰੀ ਕੁੜੀ ਨੂੰ ਲੰਨ ਮਾਰਾਂ, ਤੇਰੀ ਨੂੰ ਨਹੀਂ ਗਾਲ ਨਹੀਂ ਕਰਨੀ ਜਗਿਆ ਮੈਨੂੰ ਕਰਨ ਦਿਓ ਗੱਲ, ਯਾਰ ਸੁਣ ਰਹੇ ਨੇ ਸੁਣਨ ਦਿਓ। ਉਹ ਜਦੋਂ ਤੇਰੀ ਮਾਂ ਉੱਥੇ ਵਿਆਹ ਕੇ ਆਈ ਨਾ ਪਿੰਡ ਵਿੱਚ ਆਮਰ ਖੰਜ਼ੀਰ, ਤੇ ਪਿੰਡ ਦੇ ਬੰਦਿਆਂ ਨੇ ਸੁਨਨਤ ਰਸੂਲ ਕਰਨਾ ਛੱਡ ਦਿੱਤੀ। ਉਹਨਾਂ ਕਿਹਾ ਉਹ ਨਿਕਾਹ ਦੀ ਜ਼ਰੂਰਤ ਹੀ ਨਹੀਂ, ਹਾਜਨ ਆ ਗਈ ਏ, ਇਹ ਹਾਜਨ ਨੇ ਸਾਨੂੰ ਸਾਰਿਆਂ ਨੂੰ ਤਾਰ ਲੈਣਾ। ਤੋਰੇ ਬੜੀ ਸਰਵਿਸ ਦਿੱਤੀ ਉੱਥੇ, ਸਾਰੀ ਸਰਵਿਸ ਉਹ ਪ੍ਰੋਵਾਈਡ ਕਰਦੀ ਰਹੀ ਉਸ ਪਿੰਡ ਦੇ ਵਿੱਚ। ਉਹ ਕੰਜਰੀ ਦੇ ਆ ਬੱਚਿਆ, ਤੇਰੀ ਮਾਂ ਸਾਬਤ ਸ਼ੁਦਾ ਕੰਜਰੀ ਏ, ਸਾਬਤ ਸ਼ੁਦਾ ਕੰਜਰੀ ਏ, ਜਿਹੜੀ ਉੱਥੇ ਨੰਗਾ ਨਹਾਉਂਦੀ ਹੁੰਦੀ ਸੀ। ਪਿੰਡ ਦਾ ਜਿਹੜਾ ਉਹ ਕਿੱਕਰ ਸੀ ਨਾ, ਉਹਦੇ ਥੱਲੇ ਨੰਗੀ ਨਹਾਉਂਦੀ ਸੀ, ਸਾਰਾ ਪਿੰਡ ਵੇਖਦਾ ਸੀ ਉਹਨੂੰ ਛੱਤਾਂ ਉੱਤੇ ਚੜ ਕੇ ਕਿ ਉਹ ਨਹਾਉਂਦੀ ਪਈ ਇਹ ਹਾਜਨ ਨਹਾ ਰਹੀ ਏ, ਹਾਜਨ ਨਹਾ ਰਹੀ ਏ। ਤੇਰੀ ਮਾਂ ਐਸੀ ਕੰਜਰੀ ਏ। ਤੇ ਜਦੋਂ ਉਹ ਕੰਜਰੀ ਗੰਦੀ ਹੁੰਦੀ ਸੀ ਨਾ, ਤੇ ਤੇਰਾ ਪਿਓ ਕੰਜਰ ਦੱਲਾ ਸੀ ਨਾ, ਉਹ ਆਪਣੀ ਚਿੱਟੀ ਦਾੜੀ ਨਾਲ ਉਹਦਾ ਜਿਸਮ ਸਾਫ਼ ਕਰਦਾ ਹੁੰਦਾ ਸੀਗਾ। ਉਹ ਬਗੈਰਤਾ ਤੂੰ ਕੰਜਰ ਏ, ਤੇ ਇਹ ਜਿਹੜਾ ਤਲਤ ਮਲਕ ਇਹ ਵੱਡਾ ਕੰਜਰ ਏ, ਇਹ ਐਡਾ ਵੱਡਾ ਹਰਾਮੀ ਏ, ਲਾਂਤੀ ਏ। ਹਜ਼ਰਤ ਅਲੀ ਦੇ ਨਸਲ ਦੇ ਵਿੱਚ ਇੱਕ ਗਾਂਡੂ ਪੈਦਾ ਹੋ ਗਿਆ। ਇਹ ਉਹ ਗਾਂਡੂ ਏ ਜਿਹਨੇ ਉੱਥੇ ਬਹਿ ਕੇ ਗਾਲਾਂ ਕਢਵਾਈਆਂ, ਤੇ ਬਾਅਦ ਦੇ ਵਿੱਚ ਕਹਿੰਦਾ ਹੈ ਆਮਰ ਖੰਜ਼ੀਰ ਮੈਂ ਮਾਜ਼ਰਤ ਬਨੀ ਇਸਰਾਇਲ, ਤੂੰ ਮੇਰਾ ਪਿਓ ਏ, ਉਹ ਤੂੰ ਬੜਾ ਅੱਛਾ ਕੰਮ ਕੀਤਾ ਹੈ, ਉਹ ਤੂੰ ਬਹੁਤ ਵਧੀਆ। ਉਹ ਬਗੈਰਤ ਦਿਆ ਬੱਚਿਆ, ਤਾਰਕ ਚੌਹਾਨ ਦਾ ਨਾਮ ਲੈ ਕੇ ਕਿੰਨੇ ਗਾਲਾਂ ਕੱਢਣਾ ਸ਼ੁਰੂ ਕੀਤੀਆਂ। ਉਹ ਤੈਨੂੰ ਤਕਲੀਫ ਹੋਈ ਹੈ ਆਪਣੀਆਂ ਮਾਵਾਂ ਦੀ, ਆਪਣੀਆਂ ਭੈਣਾਂ ਦੀ ਬਗੈਰਤਾ। ਉਹ ਬਗੈਰਤ ਮਲਕਾ, ਤੈਨੂੰ ਅਸੀਂ ਭਰਾ ਕਹਿੰਦੇ ਸਾਂ, ਤੂੰ ਭਰਾ ਮਾਰ ਨਿਕਲਿਆ ਹੈ। ਤੂੰ ਗਾਂਡੂ ਹੈ, ਗਾਂਡੂ। ਇਹ ਤੇਰੇ ਵੰਗਰੇ ਗਾਂਡੂ ਜਿਹੜੇ ਹੁੰਦੇ ਨੇ ਨਾ, ਇਹ ਐਵੇਂ ਦੇ ਹੀ ਕੰਮ ਕਰਦੇ ਨੇ। ਤੂੰ ਐਡਾ ਵੱਡਾ ਗਾਂਡੂ ਹੈ, ਤੂੰ 4 ਹਫ਼ਤਿਆਂ ਤੋਂ ਸਾਨੂੰ ਗਾਲਾਂ ਕੱਢ ਰਿਹਾ ਸਰਕਾਰੀ ਕਹਿ ਕੇ। ਉਹ ਕੁੱਤਿਆ, ਉਹ ਕੁੱਤੀ ਨਸਲ ਦੇ ਆ ਕੁੱਤਿਆ, ਤੇਰੀ ਹਜ਼ਰਤ ਅਲੀ ਦੀ ਨਸਲ ਨਹੀਂ ਹੈ ਤੇਰੀ। ਤੂੰ ਆਪਣਾ ਚੈੱਕ ਕਰਵਾ, ਡੀਐਨਏ ਚੈੱਕ ਕਰਵਾ, ਗੰਦੀ ਨਸਲ ਤੂੰ ਡੀਐਨਏ ਚੈੱਕ ਕਰਵਾ। ਤੂੰ ਕੋਈ ਤੇਰਾ ਤਾਲੁਕ ਨਹੀਂ ਹੈਗਾ ਹਜ਼ਰਤ ਅਲੀ ਦੀ ਨਸਲ ਨਾਲ। ਤੂੰ ਡੀਐਨਏ ਚੈੱਕ ਕਰਵਾ, ਤੂੰ ਇੱਥੇ ਦਾ ਹੀ ਹੈ, ਇਹ ਬੜੇ ਸਗੀਰ ਦਾ ਹੀ ਹੈ, ਤੇ ਤੂੰ ਹਿੰਦੂਆਂ ਦੀ ਔਲਾਦ ਹੈ, ਤੇਰਾ ਕੋਈ ਤਾਲੁਕ ਨਹੀਂ ਹੈ। ਤੂੰ ਡੀਐਨਏ ਆਪਣਾ ਚੈੱਕ ਕਰਵਾ। ਬਕਵਾਸ ਕਰਦਾ ਹੈ ਉਹ ਬਗੈਰਤਾ। ਉੱਥੇ ਬਹਿ ਕੇ ਗਾਲਾਂ ਕਢਵਾਉਂਦਾ ਰਿਹਾ, ਪਿੱਛੇ ਬਹਿ ਕੇ ਸੁਣਦਾ ਰਿਹਾ, ਉਹਨਾਂ ਨੂੰ ਖੁਸ਼ ਕਰ ਰਿਹਾ ਸੀ, ਆਪਣੇ ਬਨੀ ਇਸਰਾਈਲ ਨੂੰ, ਤੇ ਉਸ ਬਗੈਰਤ ਨੂੰ, ਭਗਵਾਨ ਨੂੰ, ਤੇ ਆਮਰ ਖੰਜ਼ੀਰ ਨੂੰ, ਤੇ ਬਾਅਦ ਚ ਉਹਨਾਂ ਤੋਂ ਮਾਫੀਆ ਮੰਗ ਰਿਹਾ ਸੀ। ਉਹ ਲਾਂਤੀਆ, ਉਹ ਲਾਂਤੀ ਸ਼ਖਸਾ ਸਾਨੂੰ ਗਾਲਾਂ ਕੱਢਦੇ, ਸਾਡੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢਦਾ। ਕੁੱਤੇ ਦੇ ਆ ਪੁੱਤਰਾ, ਤੇਰੀਆਂ ਧੀਆਂ ਨੂੰ ਗਾਲਾਂ ਕੱਢੀਆਂ ਤਾਂ ਫਿਰ ਤੈਨੂੰ ਤਕਲੀਫ ਹੁੰਦੀ ਹੈ। ਉਹ ਗਸ਼ਤੀ ਜਿਹੜੀ ਉਹ ਮੁਸਲਮਾਨ ਗਸ਼ਤੀ ਵਿਆਹ ਕੇ ਲੈ ਕੇ ਆਇਆ ਹੈ, ਉਹ ਕਿਸ ਖਾਤੇ ਵਿੱਚ ਵਿਆਹ ਕੇ ਲੈ ਕੇ ਆਇਆ ਹੈ? ਕਿਸ ਖਾਤੇ ਵਿੱਚ ਉਸ ਗਸ਼ਤੀ ਨੂੰ ਵਿਆਹ ਕੇ ਲੈ ਕੇ ਆਇਆ? ਦੱਸ ਸਾਨੂੰ। ਇੱਥੇ ਸਾਨੂੰ ਗਾਲਾਂ ਕੱਢਦਾ ਹੈ, ਤੇਰੇ ਮੂੰਹ ਵਿੱਚ ਪਾ ਦੇਾਂਗੇ, ਤੇਰੇ ਮੂੰਹ ਵਿੱਚ ਪਾਵਾਂਗੇ, ਤੇ ਪਾ ਕੇ ਕੱਢਣ ਵੀ ਨਹੀਂ ਦੇਵਾਂਗੇ। ਤੂੰ ਟੱਟੀ ਕਰੇਗਾ, ਟੱਟੀ ਮੂੰਹ ਦੇ ਵਿੱਚੋਂ। ਬਗੈਰਤਾ ਸੁਣ, ਇਹ ਬਗੈਰਤਾ ਸੁਣ, ਤੇਰੀ ਐਸੀ ਦੀ ਤੈਸੀ। ਆਮਰ ਖੰਜ਼ੀਰ ਨੂੰ ਕਹਿੰਦਾ ਮਾਫ ਕਰ ਦਿਓ, ਮਾਜ਼ਰਤ ਭਾਈ ਆਮਰ ਭਾਈ ਮਾਜ਼ਰਤ। ਇੱਕ ਮਿੰਟ ਥੱਲੇ ਜਾ ਕੇ ਮੈਂ ਆਨਾ, ਮੈਂ ਦੂਸਰੇ ਮੋਬਾਈਲ ਤੋਂ ਨਾ ਉਹ ਕੀ ਨਾਮ ਲੈਂਦੇ ਮੈਂ ਕਾਲ ਪਾਣਾ। ਇੱਕ ਮਿੰਟ ਮੈਂ ਰਿਕਾਰਡਿੰਗ ਚਲਾਣੀ ਇਹਨਾਂ ਦੀ, ਕੀ ਕਹਿੰਦੇ ਪਏ। ਬਗੈਰਤ ਦੇ ਆ ਬੱਚਿਆ, ਉੱਥੇ ਬਹਿ ਕੇ ਸਾਨੂੰ ਗਾਲਾਂ ਕਢਾਉਂਦਾ ਰਿਹਾ। ਉਹ ਕੁੱਤੇ ਦੇ ਆ ਪੁੱਤਰਾ, ਰਿਕਾਰਡਿੰਗ ਸੁਣ। ਉਸ ਟਾਈਮ ਮਰ ਗਿਆ ਸੀ, ਕਿੱਥੇ ਵੜ ਗਿਆ ਸੀ? ਉੱਥੇ ਜਿੱਥੋਂ ਨਿਕਲਿਆ ਸੀ ਉੱਥੇ ਵੜ ਗਿਆ ਸੀ ਮਲਕ ਤਲਤ। ਉਹ ਸੁਣ ਰਿਕਾਰਡਿੰਗ, ਉਹ ਸੁਣ ਰਿਕਾਰਡਿੰਗ ਜਿੱਦੋਂ ਇਸ ਕੁੱਤੀ ਮਾਂ ਦੇ ਬੱਚੇ ਨੇ, ਇਸ ਕੰਜਰੀ ਮਾਂ ਦੇ, ਸਾਬਤ ਸ਼ੁਦਾ ਕੰਜਰੀ ਮਾਂ ਦੇ ਬੱਚੇ ਨੇ, ਤੇ ਦੱਲੀ ਮਾਂ ਦੱਲੇ ਪਿਓ ਦੇ ਬੱਚੇ ਨੇ, ਆਮਰ ਖੰਜ਼ੀਰ ਨੇ, ਉਹ ਤਾਰਕ ਚੌਹਾਨ ਦਾ ਨਾਮ ਲੈ ਕੇ ਗਾਲਾਂ ਕੱਢੀਆਂ ਨੇ। ਇਹ ਗਸ਼ਤੀ ਮਾਂ ਦੇ ਬੱਚੇ ਦੀ ਮੌਜੂਦਗੀ ਵਿੱਚ ਬਨੀ ਇਸਰਾਈਲ, ਗਸ਼ਤੀ ਮਾਂ ਦੇ ਬੱਚੇ ਦੀ, ਸੂਰਨੀ ਮਾਂ ਦੇ ਬੱਚੇ ਦੀ ਮੌਜੂਦਗੀ ਵਿੱਚ। ਇਹ ਸਾਡੇ ਕੋਲੋਂ ਲਿਖਾਲ ਹੈ। ਤੁਹਾਡੀ ਭੈਣ ਨੂੰ ਜਾਈਏ ਅਸੀਂ, ਉਹ ਤੁਹਾਡੀਆਂ ਭੈਣਾਂ ਨੂੰ ਚੌਕਾਂ ਉੱਤੇ ਲਟਕਾ ਕੇ ਫੁੱਲ ਦਈਏ। ਉਹ ਕੁੱਤੀ ਦੇ ਉਹ ਬੱਚਿਓ, ਜ਼ੁਲਮ ਕਰਦੇ ਹੋ। ਫੁੱਲਾਂ ਦਾ ਪੂਰਾ ਬਾਗ ਹੀ ਦੇ ਦਿੰਦੇ। ਥੋੜਾ ਸਮਝ ਕੇ ਕਹਿੰਦੇ ਹੋ, ਥੋੜਾ ਸਮਝ ਕੇ ਜ਼ੁਲਮ ਕਰਦੇ ਹੋ ਸਾਡੇ ਉੱਤੇ।
ਉਹ ਮਲਕ ਤਲਤਾ ਤੂੰ ਵੱਡਾ ਬਗੈਰਤ ਨਿਕਲਿਆ, ਤੂੰ ਐਡਾ ਵੱਡਾ ਬਗੈਰਤ ਨਿਕਲਿਆ ਮੈਂ ਸੋਚ ਨਹੀਂ ਸਕਦਾ ਸੀ। ਮੈਂ ਕਹਿੰਦਾ ਸੀ ਕੋਈ ਨਸਲੀ ਬੰਦਾ ਹੈ, ਪਰ ਤੂੰ ਵੱਡਾ ਬਗੈਰਤ ਹੈ। ਤੇਰੀ ਗੰਦੀ ਨਸਲ ਹੈ, ਤੂੰ ਗੰਦਾ ਬੰਦਾ ਹੈ, ਤੂੰ ਗੰਦ ਕਰਵਾਇਆ ਹੈ, ਤੂੰ ਗੰਦ ਕਰਵਾਇਆ ਹੈ, ਤੂੰ ਗੰਦ ਕਰਵਾਇਆ ਹੈ, ਤੂੰ ਗੰਦੀ ਨਸਲ ਦਾ ਗੰਦਾ ਬੰਦਾ ਹੈ, ਤੂੰ गंदा। हेलो अस्सलाम वालेकुम। वालेकुम सलाम। ये कल मुझे एक बात समझ नहीं है, आमिर नजीर साहब के मलक अवान साहब तो ਤਾਰਕ ਚੌਹਾਨ ਦਾ ਨਾਮ ਲੈ ਕੇ, ਤੇਰੇ ਪਿਓ ਤਾਰਕ ਚੌਹਾਨ ਦਾ ਨਾਮ ਲੈ ਕੇ ਸਾਮਰ ਖੰਜ਼ੀਰ ਨੇ ਕੰਜਰੀ ਮਾਂ ਦੇ ਬੱਚੇ ਨੇ, ਇਹਦੀ ਮਾਂ ਦੇ ਉੱਥੇ ਬੋਰਡ ਲੱਗੇ ਹੋਏ ਨੇ ਕਿ ਕੰਜਰੀ ਮਾਂ ਦਾ ਬੱਚਾ ਹੈ, ਇਹਦੀ ਮਾਂ ਕੰਜਰੀ ਹੈ, ਇਹਨੇ ਗਾਲਾਂ ਕਢਵਾਈਆਂ ਨੇ। ਉਹ ਸੂਰਨੀ ਦੇ ਉਹ ਬੱਚਿਓ ਉੱਥੇ ਮਿਊਟ ਲਾ ਕੇ ਥੱਲੇ ਸੁੱਟ ਕੇ ਗਾਲਾਂ ਕਢਵਾਉਂਦੇ ਰਹੇ ਹੋ। ਇਹ ਇਲਮੀ ਸੀ, ਇਹ ਇਲਮੀ ਗੱਲਾਂ ਸਨ, ਅਖਲਾਕ ਦੀਆਂ ਗੱਲਾਂ ਕਰਦਾ ਬਨੀ ਇਸਰਾਈਲ। ਉੱਥੇ ਮੈਂ ਦੱਸਣਾ ਸ਼ਨਾਖਤੀ ਕਾਰਡ ਤੇਰੀ ਵੇ ਸੁਣ की बात कर रहा था कि सुन ले ना, सुन ले, मैं तेन अगले दिन ही फोन करके समझाया, जेड़ा बंदा गालां कढदा है, जेड़ा बंदा गालां कढदा है ਉਹਨੂੰ ਗਾਲਾਂ ਵਾਪਸ ਪੈਣੀਆਂ ਚਾਹੀਦੀਆਂ ਕਿ ਨਹੀਂ ਪੈਣੀਆਂ ਇਹਦੀ ਚਾਹੀਦੀਆਂ। ਭੈਣ ਨੂੰ ਕੁੱਤੇ ਯੈਣ, ਇਹਨਾਂ ਦਾ ਭਰਾ ਕਹਿੰਦਾ ਪਿਆ ਕਿ ਮਲਕ ਅਵਾਨ ਤੈਨੂੰ ਸਪੋਰਟ ਕਰਦਾ ਪਿਆ ਸੀ। ਇਸ ਕੁੱਤੀ ਦੇ ਬੱਚੇ ਨੇ ਸਪੋਰਟ ਕੀਤਾ ਹੈ ਉਹਨੂੰ, ਮਲਕ ਤਲਤ ਨੇ। ਬਨੀ ਇਸਰਾਈਲ ਜਿਹਦੀ ਮੈਂ ਮਾਂ ਨੂੰ ਫੁੱਲ ਦਵਾਂ ਅਖਲਾਕੀ ਤੌਰ ਤੇ, ਇਹਨਾਂ ਨੇ ਸਪੋਰਟ ਕੀਤਾ ਹੈ ਭਗਵਾਨ ਉਹ ਸੂਰਨੀ ਦੇ ਬੱਚੇ ਨੇ। ਜਿਹੜਾ ਸਾਧ ਚੌਧਰੀ ਨਾਂ ਦੇ ਆਈਡੀ ਹੈ, ਉਹ ਕਹਿੰਦਾ ਪਿਆ ਕਿ ਤੈਨੂੰ ਮਲਕ ਤਲਤ ਕੱਲ ਸਪੋਰਟ ਕਰਦਾ ਪਿਆ ਸੀ, ਇਹ ਗਸ਼ਤੀ ਦੇ ਬੱਚੇ ਨੂੰ। ਉਹ ਯਾਰ ਮਲਕ ਤੁਸੀਂ ਤੇਰੀ ਸਾਰੀ ਭੈਣ ਨੂੰ ਰਿਕਾਰਡਿੰਗ ਸੁਣੋ, ਕੁੱਤੇ ਨਾਲ ਇਹ ਲੜਨ ਮਾਰਾਂ ਕੁੱਤਾ ਮੈਂ। ਮਲਕ ਤਲਤ ਉਹਦੇ ਪੈਰ ਚੱਟ ਰਿਹਾ ਸੀ, ਆਮਰ ਖੰਜ਼ੀਰ ਦੇ ਪੈਰ ਚੱਟ ਰਿਹਾ ਸੀ ਇਹ ਕੁੱਤਾ। ਐਡਾ ਬਗੈਰਤ ਹੈ ਇਹ ਮਲਕ ਤਲਤ ਪੁੱਤਰ, ਤੂੰ ਤੈਨੂੰ ਨਹੀਂ ਛੱਡਣਾ ਹੁਣ। हमें तो ये कॉल सुन। हमें तो कभी इजाजत नहीं दी इन्होंने। ਨਹੀਂ ਨਹੀਂ, ਤੁਹਾਡੀ ਇਜਾਜ਼ਤ ਤੋਂ ਤੁਸੀਂ ਪਤਾ ਨਹੀਂ ਕਿੰਨੀ ਗੱਲ ਕਰਦੇ ਹੋ। ਤੁਸੀਂ ਪਹਿਲ ਕਰਦੇ ਹੋ ਨਾ ਤੇ ਤੁਹਾਨੂੰ ਇਜਾਜ਼ਤ ਨਹੀਂ ਦਿੰਦੇ, ਤੇ ਅਸੀਂ ਪਹਿਲ ਨਹੀਂ ਕਰਦੇ। ਅਸੀਂ ਆਨੇ ਆ ਕਿ ਕਿਸੇ ਨਾ। ਨਾਲ ਪਹਿਲ ਨਾ ਕਰੋ, ਹਾਂ ਤੇ ਜਿਸ ਵੇਲੇ ਅਗਲਾ ਪਹਿਲ ਕਰੇ ਫਿਰ ਉਹਦਾ ਕੱਖ ਨਾ ਛੱਡੋ। ਹਾਂ ਠੀਕ ਹੈ। ਹੁਣ ਤੇਰੀ ਭੈਣ ਨੂੰ, ਹੁਣ ਤੇਰੀ ਨੂੰ ਲੁੱਲ ਦੇਣਾ ਹੀ ਹਾਂ ਅਸੀਂ ਤੈਨੂੰ ਤਿਆਰ ਹੋਈ ਜਾ। ਤੇਰੀ ਮਾਂ ਨੂੰ ਕੰਜਰੀ ਨੂੰ ਨਾ ਅਸੀਂ ਉਹ ਯਾਰ ਨਹੀਂ। 95 ਸਾਲ ਦੀ ਨੂੰ ਦੁਬਾਰਾ ਕੰਜਰੀ ਬਣਾਵਾਂਗੇ, ਕੰਜਰੀ ਟੈਨਸ਼ਨ ਬਣਾਣਾ ਨਾ ਲੈ। ਇੱਥੇ ਉਹਦੀ ਕਵਰ ਚ ਪੈਪ ਪਾ ਕੇ ਮੂਤਰ ਨਾਲ ਕਹਿਣਾ ਜ਼ੱਤਾ ਹਾਂ, ਭਾਈ ਤੇਰੀ ਮਾਂ ਨੂੰ ਦੁਬਾਰਾ ਕੰਜਰੀ ਬਣਾਉਣਾ ਹੈ, ਕੁੱਤੀ ਦੇ ਆ ਹਾਂ। ਬੱਚਾ, ਤੇਰੀਆਂ ਧੀਆਂ ਨੂੰ ਵੀ ਕੰਜਰੀ ਬਣਾਉਣਾ ਹੈ ਹੁਣ ਅਸੀਂ। ਹਾਂ ਕੁੱਤੇ ਦੇ ਆ ਪੁੱਤਰਾ, ਤੂੰ ਤਾਰਕ ਚੌਹਾਨ ਨਾਲ ਮਿਲ ਕੇ ਗਾਲਾਂ ਕੱਢਾਂ ਸਾਨੂੰ। ਇਹਨੂੰ ਕਹੋ, ਇਹਨੂੰ ਕਹ ਆਇਆ ਤੇਰੀ ਭੈਣ ਨੂੰ ਯਾ ਲੈਂਦਾ ਕਾਲੂ ਆਇਆ 1 ਬਾਈ 1 ਇੱਥੇ ਆ ਨਾ 1 to 1 ਆ ਜਾ, ਆ ਜਾ ਕੱਢ ਤੇਰੀ ਗਾਲਾਂ। ਮਾਂ ਨੂੰ ਯਾ ਲੈਂਦਾ ਕੁੱਤੇ ਰਿਆ ਬੱਚਿਆ। ਮੋਡਰੇਟਰ ਆਪਣੇ ਰੈਫਰੀ ਰੱਖ ਕੇ, ਆਪਣੇ ਅੰਪਾਇਰ ਰੱਖ ਕੇ, ਭੈਣ ਬਦਮਾਸ਼ ਹੈ। ਹਾਂ, ਆਪਣੇ ਅੰਪਾਇਰ ਰੱਖ ਕੇ ਖੇਲ ਰਿਹਾ ਸੀ। ਇੱਥੇ ਆ ਨਾ ਹੁਣ, ਕੱਲਾ ਆ ਨਾ ਇੱਥੇ। ਉਹਨੂੰ ਮਤਲਬ ਪਿਓ ਨੂੰ ਥੱਲੇ ਕੋ ਲਾਂਦੇ ਕੱਲਾ ਸੋ ਤੁਹਾਡੀ ਭੈਣ ਨੂੰ ਮੈਂ ਚੋਦਾ ਥੱਲੇ ਨਾ ਹਲਾਂਦੇ, ਤੁਹਾਡੀ ਭੈਣ ਨੂੰ ਯਾ ਲੈਂਦਾ ਫਿਰ ਉੱਤੇ ਬੈਠਾ ਹੀ। ਉਹ ਜਗਿਆ ਗਾਲਾਂ ਨਾ ਕੱਢੀ। ਨਹੀਂ, ਇਹ ਜੋ ਤਾਰ ਭਾਈ ਨੇ ਬਰਾਜ ਜੂ ਲਾਈਏ, ਇਹ ਆ ਜਾਵਨ ਇੱਥੇ, ਆ ਹੁਣ ਜਾਵਨ ਬਿਲਕੁਲ ਆਉਣ, ਅਸੀਂ ਤੇ ਨਹੀਂ ਆਏ। ਆਓ। ਜੀ ਜ਼ਰਤਸ਼ ਭਾਈ ਸੈਫੀ ਸਾਹਿਬ, ਜੱਗਾ ਸਾਹਿਬ, ਆਪਣਾ ਭਾਈ ਤਾਹਿਰ ਸਾਹਿਬ, ਸਭ ਨੂੰ अस्सलाम वालेकुम। ਜੀ ਵਾਲੇकुम अस्सलाम। ਯਾਰ ਗੱਲ ਹੈ ਕਿ ਇਹ ਅਗਰ ਸਮਝਦਾਰੀ ਤੋਂ ਮਲਕ ਸਾਹਿਬ ਕੰਮ ਲੈਂਦੇ ਨਾ, ਜਿੱਥੇ ਦੋਵਾਂ ਪਾਸੋਂ ਗਾਲਾਂ ਸ਼ੁਰੂ ਹੋਏ ਤੇ ਬਰਾਡ ਬੰਦ ਕਰ ਦਿੰਦੇ, ਉੱਥੇ ਕਿਹੜਾ ਇਹਨਾਂ ਨੂੰ ਜੁਰਮਾਨਾ ਪੈ ਜਾਣਾ ਸੀ। ਬਰਾਡ ਸੁੱਟ ਕੇ ਘਰ ਚਲੇ ਜਾਓ, ਛੱਡੋ ਪਰ ਨਹੀਂ ਗੱਲ ਹੋ यार ਰਹੀ। क्यों ये हमेशा इसी तरह ये करता है, पीछे जाके सह जाता है। ਹਾਂ ਨਹੀਂ, ਉਹ ਸੈਣ ਤੋਂ ਬਿਹਤਰ ਹੈ ਕਿ ਉਹ ਬਰਾਡ ਸੁੱਟ ਦੇ ਤਾਂ ਕਿ ਫਸਾਦ ਜਿਹੜਾ ਅੱਗੇ ਫੈਲੇ। नहीं जेले उस आख्या है मलक तलत ते उस साडे न तले सुटदा रही क्यों भाई वजह। ਉਹੀ ਮੈਂ ਗੱਲ ਕਰਦਾ ਪਿਆ ਨਾ, ਇਨਸਾਫ ਦਾ ਤਕਾਜ਼ਾ ਹੈ ਸੀ, ਕਿਉਂਕਿ ਉਹ ਵੀ ਮੈਨੂੰ ਲੱਗਦਾ ਤੁਹਾਡੀ ਜਿਹੜੀ ਬਰਾੜ ਹੈ ਉਹ ਸੁਣਦੇ ਪਏ ਨੇ। ਤੇ ਮੇਰਾ ਮੈਸੇਜ ਇਹੀ ਹੈ ਕਿ ਅਗਰ ਮਲਕ ਸਾਹਿਬ ਸਮਝਦਾਰੀ ਤੋਂ ਕੰਮ ਲੈਂਦੇ, ਉਹ ਬਰਾੜ ਸੁੱਟ ਦਿੰਦੇ। ਜਦੋਂ ਕਾਲੂ ਸਾਹਿਬ ਸ਼ਿਕਾਇਤ ਕਰ ਰਹੇ ਨੇ ਕਿ ਤੁਹਾਡੇ ਮੋਡਰੇਟਰ ਜਿਹੜੇ ਨੇ ਉਹ ਜਾਨਬਦਾਰੀ ਤੋਂ ਕੰਮ ਲੈ ਰਹੇ ਨੇ, ਇਨਸਾਫ ਤੋਂ ਨਹੀਂ ਲੈ ਰਹੇ, ਤੇ ਜੇ ਗੱਲ ਮਿਸਾਲ ਦੇ ਤੌਰ ਤੇ ਮੈਂ ਕੱਢੀ ਹੈ ਕਿਸੇ ਨੂੰ ਵੀ, ਅਮਨ ਨਜ਼ੀਰ ਨੂੰ ਕੱਢੀ, XYZ ਨੂੰ ਕੱਢੀ, ਤੇ ਉਹ ਮੈਨੂੰ ਕੱਢੇ। ਅਕਾਬਰੀਨ ਨੇ ਉਹਨੂੰ ਮਿਰਜ਼ਾ ਸਾਹਿਬ ਉਹ ਠਹਿਰ ਜਾਓ ਯਾਰ, ਕੀ ਹੋ ਗਿਆ? ਖਾਦਮ ਭਾਈ ਨੂੰ ਗੱਲ ਕਰਨ ਦਿਓ ਪਲੀਜ਼। ਮਿਰਜ਼ਾ ਸਾਹਿਬ ਨੇ ਉੱਥੋਂ ਬਹਿ ਕੇ ਉਹਨਾਂ ਨੂੰ ਆਪਣੇ ਕਬਰ ਮੁਬਾਰਕ ਤੋਂ ਤਾਂ ਕਿਸੇ ਨੂੰ ਗੱਲ ਨਹੀਂ ਕੱਢੀ, ਜਾਂ ਉਹਨਾਂ ਦੇ ਅਹਿਲੇ ਖਾਨਾ ਨੇ ਜਾਂ ਖਾਨਦਾਨ ਨੇ। ਉਹਨਾਂ ਨੂੰ ਵਿੱਚ ਲਪੇਟਣ ਦਾ ਕੀ ਮਕਸਦ ਹੈ? ਗੱਲ ਜੇ ਅਵਲ ਤਾਂ ਮੈਂ ਜਿੰਨੀ ਸੁਣੀ ਹੈ, ਉਹਨੇ ਕਾਲੂ ਸਾਹਿਬ ਨੇ ਕੋਈ ਨਹੀਂ ਕੱਢੀ, ਉਹਨੇ ਉਹਨਾਂ ਦੇ ਫਤਵੇ ਹੀ ਪੜ੍ਹੇ ਨੇ। ਲੇਕਿਨ ਤੁਹਾਨੂੰ ਗੁੱਸਾ ਕਾਲੂ ਤੇ ਕਾਲੂ ਨਾਲ ਡਾਇਰੈਕਟ ਹੋਵੋ। ਮਤਲਬ ਇਹ ਜਾਣ ਕੇ ਇੱਕ ਫਸਾਦ ਫਿਲ ਅਰਜ਼ ਕਰਨਾ ਚਾਹੁੰਦੇ ਨੇ।
ਤੇ ਮਲਕ ਸਾਹਿਬ ਨੂੰ ਚਾਹੀਦਾ ਸੀ, ਮੇਰਾ ਇਹੀ ਮੈਸੇਜ ਹੈ ਕਿ ਬਰਾੜ ਨੂੰ ਸੁੱਟ ਦਿੰਦਾ। ਕਹਿੰਦੇ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਣੀ, ਕਿਸੇ ਹੋਰ ਜਾ ਕੇ ਜਿਹੜਾ ਫੋਰਮ ਤੇ ਤੁਸੀਂ ਗੱਲ ਕਰੋ। ਖਾਦਮ ਭਾਈ ਗੱਲ ਇਹ ਵੇ ਕਿ ਜਦਾਂ ਇਹਨਾਂ ਨੂੰ ਇੱਕ ਮਿੰਟ ਕੀ ਨਾ ਮੁਰਸ਼ਿਦ, ਇੱਕ ਮਿੰਟ, ਜਦਾਂ ਅਹਿਮਦ ਰਜ਼ਾ ਬਰੇਲਵੀ ਨੇ ਇਹਨਾਂ ਨੂੰ ਕਿਹਾ ਕਿ ਤੁਹਾਡਾ ਵਹਾਬੀਆਂ ਦਾ ਖੁਦਾ ਇੰਜ ਹੈ, ਉਹ ਮੁਖੰਨਸ ਹੈ, ਉਹ ਨੱਚਦਾ ਹੈ, ਉਹ ਲਵਾਤਤ ਕਰਿੰਦਾ ਹੈ, ਉਹ ਕਰਵਾਉਂਦਾ ਹੈ, ਤਾਂ ਅਸੀਂ ਆਖਦੇ ਹਾਂ ਵੀ ਅਹਿਮਦ ਰਜ਼ਾ ਬਰੇਲਵੀ ਦਾ ਸਿਰ ਫੱਦੋ। ਆਮਿਰ ਨਜ਼ੀਰ ਤੈਨੂੰ ਤਾਂ ਅਹਿਮਦ ਰਜ਼ਾ ਬਰੇਲਵੀ ਕਹਿੰਦਾ ਹੈ ਕਿ ਤੂੰ ਕਿਸੇ ਜ਼ਾਨੀ ਮਾਂ ਦਾ ਬੱਚਾ ਹੈ, ਤੁਹਾਡੇ ਨਿਕਾਹ ਨਹੀਂ ਹੈ। ਜਿਹੜਾ ਅਮਲ ਤੇਰਾ ਮਾਂ ਪਿਓ ਕਰਿੰਦਾ ਤੂੰ ਖਾਲਿਸਤਨ ਜ਼ਨਾ ਕਰਿੰਦੇ ਹੋ, ਉਸ ਨਤੀਜੇ ਦੇ ਵਿੱਚ ਜਿਹੜਾ ਪੈਦਾ ਹੁੰਦਾ ਤੇਰੇ ਦੇ ਸਾਹਮਣੇ ਨਜ਼ੀਰ ਪੈਦਾ ਹੁੰਦੇ ਨੇ। ਖਾਦਮ ਹੁਸੈਨ ਰਿਜ਼ਵੀ ਸਾਹਿਬ, ਗੱਲ ਇਸ ਤਰ੍ਹਾਂ ਸੀ ਕਿ ਇਹਦੇ ਬੰਦੇ ਨੇ ਜਿਹੜਾ ਸੈਫੀ ਭਾਈ 1 ਮਿੰਟ ਦੇ ਆ ਜੇ, 1 ਮਿੰਟ 1 ਸੈਕਿੰਡ। ਅਠਵਾਲ ਸਾਹਿਬ ਤੁਹਾਡੇ ਕੋਲ ਬੰਦਾ ਆਣ ਲੱਗਾ, ਉਹ ਕਹਿੰਦਾ ਪਿਆ ਉਹਨੂੰ ਕਹੋ ਕਿ ਮਲਕ ਦੀ ਫੋਟੋ ਲਾ ਦੇਵੇ ਤੇ ਉਹਦੀ ਇਮਰਾਨ ਕਾਲੂ ਦੀ ਫੋਟੋ ਚੱਕ ਲੰਦੋ ਇਮਰਾਨ ਕਾਲੂ ਦੀ ਵੀ ਲਾ ਦਿੰਦੇ ਬੰਦਾ ਕੱਲਣ ਦੇ ਆਵੇ ਹੁਣ ਖੰਜ਼ੀਰ ਇਹ ਉਹਨੂੰ ਆਣ ਲੱਗਾ ਤੁਹਾਡੇ ਕੋਲ ਹੁਣ। ਅੱਛਾ ਖਾਦਮ ਹੁਸੈਨ ਸਾਹਿਬ, ਸਾਦ ਨਾਮ ਦਾ ਬੰਦਾ, ਸਾਦ ਚੌਧਰੀ ਨਾਮ ਦੀ ਆਈਡੀ ਆਏਗੀ, ਉਹ ਹੈ ਪਾਗਲ ਜਿਹੀ। ਠੀਕ ਹੈ ਖਾਦਮ ਹੁਸੈਨ ਸਾਹਿਬ, ਇਹ ਜਿਹੜਾ ਹੈ ਨਾ ਮਲਕ ਤਲਤ ਜਿਹਨੇ ਇਹਨੇ ਜਿਹੜੀ ਤੁਹਾਡੀ ਆਵਾਜ਼ ਹੀ ਕੱਟ ਗਈ ਹੈ। ਉਹ ਪਿਜੋ ਦਾ ਫੋਨ ਆ ਗਿਆ। ਅੱਛਾ, ਜਦਾਂ ਖਾਦਮ ਸਾਹਿਬ ਇਹਨਾਂ ਦੀ ਅਜ਼ਾਨ ਹੁੰਦੀ ਪਈ ਆਈ ਬਰੇਲਵੀਆਂ ਦੇ ਵਹਾਬੀਆਂ ਦੀ, ਤੇ ਉਹ ਬਾਬੇ ਖਾਦਮ ਰਿਜ਼ਵੀ ਨੇ ਕੀ ਕਿਹਾ? ਇਹ ਤਾਂ ਸੂਰ ਤੇ ਸੂਰਾਂ ਦੀ ਅਜ਼ਾਨ ਹੈ, ਉਹਨਾਂ ਦਾ ਗੱਲਾਂ ਫੱਦੋ। ਅਸੀਂ ਆਖਿਆ ਤੁਹਾਨੂੰ ਸੂਰ ਤੇ ਸੂਰ ਹੋ ਤੁਸੀਂ। ਅੱਛਾ, ਤੁਹਾਨੂੰ ਉਹ ਆਦਾ ਤੇਰੀ ਮਾਂ ਨੂੰ ਜ਼ਾਨੀ ਤੇ ਜ਼ਾਨੀ ਉਹ ਆਦਾ ਹੈ, ਅਸੀਂ ਤਾਂ ਨਹੀਂ ਨਾ ਕਹਿੰਦੇ। ਫਤਾਵਾ ਰਿਜ਼ਵੀਆ ਜਿਲਦ ਨੰਬਰ 15 ਸਫਾ ਨੰਬਰ 546। ਉਹ ਭਾਈ ਜੀ ਉਸ ਦਾ ਗਾਟਾ ਫੱਦੋ, ਅਹਿਮਦ ਰਜ਼ਾ ਬਰੇਲਵੀ ਦਾ ਫੱਦੋ। ਤੇਰੀ ਮਾਂ ਨੂੰ ਤਾਂ ਜ਼ਾਨੀ ਤੇ ਜ਼ਾਨੀਅਤ ਜ਼ਾਨੀ ਉਹ ਤੇਰੇ ਪਿਓ ਨੂੰ ਕਹਿ ਰਿਹਾ। ਦੇਖੋ ਜੀ, ਕੱਲ ਇਸ ਤਰ੍ਹਾਂ ਹੋਇਆ, ਉਹਨਾਂ ਨੇ ਭਗਵਾਨ ਸਾਹਿਬ ਨੂੰ ਘੱਲਿਆ, ਭਗਵਾਨ ਸਾਹਿਬ ਆਏ ਨੇ ਉਹਨਾਂ नहीं, भगवान साहब उतर जाए, नहीं, हम इससे कोई बिल्कुल बात नहीं करेंगे। ये वो इंसान है, बेनस्ल और बेगैरत इंसान है, जिन्होंने वहां पे जानबदारी से मुजाहरा किया है। कोई बात किसी किस्म की तैर साहब नहीं करनी, उतार दें इससे, किसी किस्म की हमने कोई बात नहीं करनी। अब भगवान है, भगवान का पाप है, हमने नहीं करना। नहीं गल सुन लो यार, अब 1 मिनट पाइयो, 1 मिनट गल सुन लो। 1122 आ गया, ਭਗਵਾਨ ਸਾਹਿਬ ਨੂੰ ਬੈਠਣ ਦਿਓ, ਮੈਂ ਗੱਲ ਕਰਾਂਗਾ, ਠੀਕ ਹੈ? यार 112 सब ਤੁਸੀਂ ਕਿੱਥੋਂ ਨਾਜ਼ਿਲ ਹੋ ਗਏ ਯਾਰ ਜ਼ਰਤਜ ਸਾਹਿਬ ਮੈਨੂੰ ਗੱਲ ਕਰਨ ਦਿਓ ਨਾ, ਕੁਝ ਨਹੀਂ ਹੁੰਦਾ। ਜ਼ਰਤਜ ਭਾਈ 1 ਮਿੰਟ ਜ਼ਰਤਜ ਭਾਈ, ਕੁਝ ਨਹੀਂ ਹੋ ਗਿਆ, ਕੁਝ नहीं हो गया। हाँ जी भगवान साहब, अस्सलाम वालेकुम। वालेकुम सलाम। मैं तो, मुझे किसी ने नहीं भेजा, मैं तो वैसे सुन रहा था बात, और ताहिर साहब ने रिक्वेस्ट भेजी है। अच्छा, और उसके बाद भी चले, अच्छी बात है। ਓਏ ਅਮਰ ਖੰਡੀਰਾ ਤੇਰੀ ਭੈਣ ਨੂੰ ਕੁੱਤੇ ਦਾ ਲੰਨ ਚੜਾ। यार जग्गा साहब 1 मिनट ना, ਜੱਗਾ ਸਾਹਿਬ 1 ਮਿੰਟ ਯਾਰ, 1 ਮਿੰਟ ਕੋਈ ਨਹੀਂ, ਉਹਦੀ ਕੰਜਰੀ ਮਾਂ ਨੂੰ ਜਹਿ ਲੈਣੇ ਪਹਿਲਾਂ, ਇਹਦੀ ਨੂੰ ਜਹਿ ਲਈ। ਭਗਵਾਨ ਸਾਹਿਬ ਨੂੰ ਕੋਈ ਬੰਦਾ, ਇੱਕ ਤੇ ਫਿਲਹਾਲ ਕੋਈ ਬੰਦਾ ਵੀ ਜਿੰਨੀ ਦੇਰ ਸ਼ੁਰੂਆਤ ਨਾ ਕਰਨ, ਜਿਸ ਤਰ੍ਹਾਂ ਬਨੀ ਇਸਰਾਇਲ ਸਾਹਿਬ ਕਰਦੇ ਨੇ ਤੇ ਬਾਕੀ ਬਦ ਅਖਲਾਕ ਲੋਕ ਕਰਦੇ ਨੇ, ਉਨੀ ਦੇਰ ਇਹਨਾਂ ਨੂੰ ਕੋਈ ਬੰਦਾ ਮਿਊਟ ਨਾ ਕਰੇ, ਠੀਕ ਹੈ ਜੀ? ਜਿੰਨੀ ਦੇਰ ਇਹ ਬਦ ਅਖਲਾਕੀ। ਜੇ ਭਗਵਾਨ ਸਾਹਿਬ ਮੈਨੂੰ ਇਹ ਦੱਸੋ ਕਿ ਤੁਸੀਂ ਇਸ ਟਾਈਮ ਅਖਲਾਕ ਦਾ, ਅੱਛੇ ਅਖਲਾਕ ਦਾ ਠੇਕਾ ਚੁੱਕਿਆ ਹੈ, ਇੰਜੀ ਗੱਲ ਹੈ? मैंने तो हर वक्त यही लोगों को कहा है। मैं तो अभी, अगर आप तलत साहब की ब्राड सुन रहे थे, अभी नीचे लिख रहा था बार कि तलत साहब गालियां ना दें। मुझे ये बताएं, आपको क्या वो दिन याद है जिस दिन यूसुफी मुझे गालियां मलक तलत की ब्राड पे बैठ के दे रहा था, और आपने एक काले रंग के बंदे की तस्वीर लगाकर ये कहा था, ये देख तेरा यूदीन, मैं आगे वो बोलना नहीं चाहता, यानी नबी करीम सल्लल्लाहु अलैहि वसल्लम की तरफ निस्बत आपने बनाई थी। आपको वो दिन याद है अपना? मेरी आईडी से? हाँ जी, उस टाइम पता नहीं, शायद कोई और रहा, आज से 1.5 साल पुरानी बात है ये। नहीं, आप शायद किसी और के साथ कंफ्यूज कर रहे हैं। मेरी आईडी से मैंने ऐसा कभी नहीं। कोई बात नहीं। अब क्योंकि आपने अभी ठेका उठा लिया है अच्छे अखलाक का ना, तो हम कोई बात नहीं, आप ना टेंशन ना ले, हम आपको आप गलत रंग देना चाह रहे हैं। हम आपको इखलाक सिखाएंगे, टेंशन ना लें। अच्छा, अगर तो आपने बात करनी है तो फिर यहाँ इखलाक सिखा कर भेजेंगे, यहाँ आपसे अलग प्यार कर लेंगे। अभी अच्छा ठीक है, मुझे ये बताएं, जगह साहब आपके पास दूसरा इंडिया है?
बिल्कुल है। एक मिनट ठहरे, मुझे गाड़ी साइड पे लगा लेने दे। एक मिनट, मैं आपके भाई का, आपके सारे जो आपके भाई हैं उनका इखलाक दिखाना चाहता हूँ। ठहर जाए एक मिनट यार, या तो आप मुझे तब दिखाएं अगर मेरे से छुपा हो किसी का इखलाक, ठीक है। दादे का दिखाएंगे या हैप्पी का दिखाएंगे, जिसका भी, या तो वो मेरे से छुपा हो, ठीक है, तब आप दिखाएं। अपना भी टाइम जाया करें, लोगों का भी करें, बात करें जो आपने करनी। अगर तो सिर्फ आपने बात करनी है तो मुझे नीचे उतार दें। नहीं नहीं, आपने भी करनी है। हम सिर्फ ये चाहते हैं कि आपको थोड़ा मेरी राय लें ना, मेरी राय, मेरी राय लें। आप मैं मलक साहब का, हाँ सुन ले, मैं आपकी राय लूंगा। अभी आपकी राय लेता हूँ। जग्गा साहब वीडियो आई व्हाट्सएप पे, जग्गा भाई आ गई है। हाँ, दूजे मोबाइल च फॉरवर्ड करके और प्ले कर दियो। हम आपसे दर्स ले रहे हैं। हमने आपसे इखलाक सीखना है, मलक साहब से इखलाक सीखना है, आमिर नजीर साहब से इखलाक सीखना है और बनी इसराइल से इखलाक सीखना है। जिसके साथ मैं आज बैठा था उसने 5 बार मुझे प्रोवोक करने की कोशिश की। गालियां निकाल भाई मैं कहना चाहता हूं भाई, मैं अपना जिम्मेदार। नहीं सुनेंगे भगवान साहब बहुत अच्छा। बनी इसराइल हुन वीडियो चलांदा रही है। हाँ, बनी इसराइल चलाएगा। बनी इसराइल साहब मर्द बन के वीडियो रोकनी नहीं, नाल बैठा इनु सुनाई, वीडियो रोकनी नहीं, अखलाक देखो। बिस्मिल्लाह करें जी। मैं कह रहा हूँ मेरे से मेरी बात करें, नहीं मैं आपकी ही बात कर रहा हूँ, क्योंकि आपने देखे ना, आपने इजमाई तौर पर, सुन ले, आपने इजमाई तौर पर इखलाक का ठेका उठा लिया ना। सुनो तो जी, हम आपको इखलाक यहाँ आप हमें सिखा देंगे देना चाह रहे हैं। सुन ले, यहाँ हम आपका इखलाक, मेरी बात सुनिए भगवान साहब, यहाँ हम आपका इखलाक ले लेंगे या अपना इखलाक आपको दे देंगे। अब मैं आपका इखलाक दिखाने लगा हूँ, वो देख लीजिएगा। और दूसरी तरफ साकी साहब का, अब मुझे आपने फाइनल करके बताना है कि इसमें तलत साहब, मलक साहब या अमर साहब या बनी इसराइल साहब या दूसरे दादा जी या तो सारे किदा इखलाक लेना है। 1 मिनट म्यूट ला के वीडियो सुन लो। 2 मिनट से बात कर रहे हैं, नाम आपने लोगों के लिए सर 2 मिनट। हाँ, मैं ये पूछना चाहता हूँ कि ये इखलाक, ये जो इखलाक मैं आपको दिखाने लगा हूँ, ये इखलाक हम अडॉप्ट कर लें या ना करें। ये मलक साहब की बराड है, मलक साहब की हुकूमत है यहाँ पे, और ठीक है, एक आपका बंदा है और एक आमिर नजीर साहब का बंदा है। मेरा बंदा कोई नहीं, मेरे से मेरी बात करें। ठीक है। अखलाक उन्हीं लोगों ने, ठेका उन्हीं लोगों ने लिया भाई। और खुतबाते महमूद साल 1938 और मसीह मऊद वली अल्लाह थे और वली अल्लाह भी कभी कभी जना कर लिया करते हैं। अगर उन्होंने कभी कभार जना कर लिया तो इसमें हर्ज क्या हुआ? लिखा है कि हमें हजरत मसीह मऊद पर इतराज नहीं, क्योंकि वो कभी कभी जना करते थे। दस दादा तेरी मां दे नाल किन्नी वारी कीता सी? जी मोहम्मद सल्लल्लाहु अलैहि वसल्लम ने अपनी आयशा ने दस्सिया, अपनी आयशा ने दस्सिया, तलत मलक दी मां दे नाल किन्नी वारी दस्सिया कि मैं हैज दी हालत च होनी सा ते मोहम्मद ने बुला चढ़ ਜਾਂਦਾ ਸੀ ਮੇਰੇ ਤੇ। कभी कभी क्यों करदा हुंदा सी? बिल्कुल बिल्कुल, कभी कभी क्यों करदा सी? जी मोहम्मद बिन अब्दुल्लाह ने पता कभी कभी क्यों करदा। मोहम्मद बिन अब्दुल्लाह ਜਿਹੜਾ मोहम्मद रसूल अल्लाह ਜਿਹੜਾ ਨਾ ਤੇਰਾ ਉਸ ਦੌਰ ਦੀ ਜਿਹੜੀ ਵੈਗਰਾ ਸੀ, ਉਸ ਵੈਗਰਾ ਤੇ ਫੀਲ ਖਾਨ ਦੇ ਨਾਲ ਵੀ ਉਹਦੀ ਨਹੀਂ ਸੀ ਉੱਠਦੀ। ਜੀ मोहम्मद रसूल अल्लाह ਚੂੜਾ ਮਿਰਜ਼ਾ ਕਾਦੀਆਨੀ ਸਾਰੇ ਵੈਗਰਾ ਖਾ ਕੇ ਗਿਆ ਦਿੰਦਾ ਸੀ ਸਾਰੀਆਂ ਨੂੰ। ਮਿਰਜ਼ਾ ਕਾਦੀਆਨੀ ਜ਼ਾਨੀ ਜੀ ਜੀ ਤੇ ਇਹਦਾ ਜਵਾਬ ਜਾਨਾ ਜੀ ਮੇਰੀ ਵੀਡੀਓ ਚਲਾਉਣ ਦਾ ਕੀ ਤੋਕ ਹੈ? ਮੇਰਾ ਇਹਦੇ ਨਾਲ ਲੈਣਾ ਦੇਣਾ ਨਹੀਂ, ਮੇਰਾ ਮੁਹੰਮਦ ਨਾਲ ਲੈਣਾ ਦੇਣਾ। ਹਰਾਮੀ ਜੱਗਾ ਸਾਹਿਬ ਉਹ ਜੱਗਾ ਜੀ ਮੇਰੇ ਨਾਲ ਗੱਲ ਕਰੋ, ਮੇਰੀ ਵੀਡੀਓ ਚਲਾ ਰਹੇ ਹੋ, ਮੇਰੇ ਨਾਲ ਗੱਲ ਕਰੋ। ਤੁਹਾਡੀ ਮਾਵਾਂ ਦੇ ਉੱਤੇ ਚੜਦਾ ਰਿਹਾ ਮਿਰਜ਼ਾ ਕਾਦੀਆਨੀ, ਮੁਹੰਮਦ ਚੜਦਾ ਰਿਹਾ, ਤੁਹਾਡੀਆਂ ਮਾਵਾਂ ਦੇ ਉੱਤੇ ਚੜਦਾ ਰਿਹਾ ਮਿਰਜ਼ਾ ਕਾਦੀਆਨੀ ਜ਼ਾਨੀ। ਦੇ ਜਵਾਬ ਇਹ ਬਗੈਰਤ ਬੋਲਦੀ ਹੈ, ਤਾਂ ਬਗੈਰਤ ਸੀ ਮਿਰਜ਼ਾ ਕਾਦੀਆਨੀ, ਬੜਾ ਸ਼ਰਮ ਨਹੀਂ ਹੈ ਕਿ ਉਹਦੇ ਮੁਹੰਮਦ ਨੂੰ ਬੱਚਾ ਸੀ ਮਿਰਜ਼ਾ ਕਾਦੀਆਨੀ, ਰਸੂਲ ਅੱਲਾਹ ਨੂੰ ਦਾ ਬੱਚਾ ਸੀ ਮਿਰਜ਼ਾ ਕਾਦੀਆਨੀ ਜ਼ਾਨੀ ਸੀ। ਉਹਦੇ ਬਾਰੇ ਚ ਮੈਂ ਤੋਹੀਨ ਕਰਨ ਡਿਆ, ਕੰਜਰ ਨੂੰ ਕੋਈ ਸ਼ਰਮ ਨਹੀਂ ਹੈ, ਸ਼ਰਮ नहीं है। भैन चोद ਨੂੰ ਪਿਆਰ ਦੇ ਨਾਲ ਸਵਾਲ ਕਰਨ ਦੇ ਭਗਵਾਨ ਦੀ। ਠੀਕ ਹੈ ਜੀ, ਆ ਮੇਰੀ ਤਸਵੀਰ ਵੱਡੀ ਕਰ ਦਿਓ ਤਾਰ ਸਾਹਿਬ, ਜਾਂ ਕੋਈ ਮੋਡ ਬੈਠਾ ਤੇ ਤਸਵੀਰ ਵੱਡੀ ਕਰ ਦਿਓ। ਇਹ ਜਿਹੜੀ ਵੀਡੀਓ ਇਹਨਾਂ ਇਹਦਾ ਇਹ ਸਕਰੀਨਸ਼ਾਟ ਹੈ। ਇੱਕ ਨੇ ਜੀ ਹਮਾਰੇ ਪਿਆਰੇ ਦਾਦਾ ਜੀ ਕੁਰਾनिस्ट, म्यूट करो शायद साहब, शोर आ रहा है पिछों।
ਮੇਰੀ ਤਸਵੀਰ ਅਗਰ ਕੋ ਮੋੜ ਬੈਠਾ ਤੇ ਵੱਡਾ ਕਰ ਦੇ। ਅਗਰ ਤੇ ਉਧਰ ਬਰਾੜ ਸੁਣ ਰਹੇ ਹੋ ਤੁਸੀਂ, ਅਖਲਾਕ ਦੇ ਠੇਕੇਦਾਰੋ, ਇਹ ਤੁਹਾਡੀ ਤਰਬੀਅਤ ਯਾਫਤਾ ਦਾਦਾ ਜੀ ਦੇ ਹਨ। ਦੂਸਰਾ ਆਮਰ ਨਜ਼ੀਰ ਸਾਹਿਬ ਦੇ ਸੁਣਾ ਕੋਈ ਤਲਕ ਨਹੀਂ ਹੈ ਕਿੰਨੇ ਕਿਹਾ ਅੱਛਾ ਕਿ ਮੈਂ ਠੀਕ, ਮੈਂ ਦੱਸਣਾ ਇਹਨਾਂ ਦਾਦਾ ਜੀ ਨੂੰ ਯਾਰ ਮੋੜ ਨਹੀਂ ਕੋ ਬੈਠਾ ਹੈ। ਮੈਂ ਭਗਵਾਨ ਸਾਹਿਬ ਨਾਲ ਗੱਲ ਕਰ ਰਿਹਾ, ਮੋੜ ਨਹੀਂ ਕੋ ਬੈਠਾ ਹੈ। ਦਾਦਾ ਜੀ ਦਾ ਜ਼ਰੂਰਤ ਨਹੀਂ ਹੈ ਨਾ, ਦਾਦਾ ਜੀ ਥੱਲੇ ਲਾਓ, ਦਾਦਾ ਜੀ ਨੂੰ ਥੱਲੇ ਲਾਓ, ਦਾਦਾ ਜੀ ਥੱਲੇ ਲਾਓ, ਦਾਦਾ ਜੀ ਭਗਵਾਨ ਸਾਹਿਬ ਹੈ ਨਾ, ਮੈਂ ਭਗਵਾਨ ਸਾਹਿਬ ਨਾਲ ਗੱਲ ਕਰਾਂ। ਮਾਂ ਚ ਦਵਾਈ ਜਾ ਰਹੇ ਹੋ ਜੱਗੂ ਦਾਦਾ ਯਾਰ ਦਾਦਾ ਜੀ ਕੋਈ ਗੱਲ ਨਹੀਂ, ਤੁਹਾਡਾ ਅਖਲਾਕ ਮੇਰੀ ਗੱਲ ਸੁਣ ਦਾਦਾ ਜੀ, ਤੁਸੀਂ ਮਿਊਟ ਤੇ ਲਾਓ, ਤੁਸੀਂ ਜਾਓ ਥੱਲੇ, ਦਾਦਾ ਸਾहब ਤੁਸੀਂ थले जाओ। जग्गू दादा गालियां ना निकालो यार। हम ये है कि हमारे सामने 3 अखलाक आ चुके हैं। राजा साहब, राणा साहब एक मिनट म्यूट कर रहे हो। हमारे सामने 3 अखलाक आ चुके हैं, सुन ले, हमारे सामने 3 अखलाक आ चुके हैं। एक अखलाक है कुरानिस्ट दादाजी का, दूसरा बरेलवी मुसलमान जो कि कुरान और सुन्नत को मानता है और अपने नाम के साथ मुफ्ती रखता है, उसका अखलाक आ चुका है। 2 अखलाक हो गए। और तीसरा जो इन दोनों का ठेकेदार बना हुआ है, अखलाक का ठेकेदार बना हुआ है और गालियां पूरी अहमदियत को दे रहा है, उनकी माओ बहनों को दे रहा है। इखलाक का ठेकेदार मलक तलत, जिसकी बराड पर, जिसकी हुकूमत में ये सारे काम हो रहे हैं, ये 3 बंदे हैं। हमें बता दिया जाए कि हमने क्या करना है, हमने वही करेंगे जो आप कहेंगे। हमने अखलाक मुफ्ती बशर से लेना है, हमने अखलाक कुरानी से लेना है, जो बनी इसराइल जैसे आज गालियां दे रहा था, वहां पे बैठ के कुत्ते की मिसाल दे रहा था, कभी कह रहा था तुम्हारे बाप का नाम नहीं मिल रहा, कभी किसी को कोई प्रवोक कर रहा था कि कोई आके गाली दे। ये बंदा बनी इसराइल नासर, वो कुवैत वाला, उसको 5 मिनट बिठा के उसकी सुनी है, क्यों कि वो गुस्से में था, वो गाली दे रहा था। मैं इनको एक्सपोज कर रहा था, मुझे 2 मिनट नहीं ये बंदा सुन सका। और यही हाल उसके आपका है। आपके जो अखलाक के चैंपियन है मलक तल्ला साहब 2 मिनट बात नहीं कर सकते, और आप यहाँ पे हमें अखलाक के आके दर्स दे रहे हैं। भाई कौन लोग हो, कित्थों आए हो, कौन लोग हो तुसी, अखलाक दे दर्स दे रहे हो। औरतां दे कपड़े उतारना तुहाडी शरीयत च जायज़ है, तुसी सानू अखलाक दे दर्स दे रहे हो। औरतां दे कपड़े उतारना किहदी शरीयत च जायज़ है, दसो बोलने आपने तो मुझे नहीं। दूसरी बात सुन लें, दूसरी बात ये है, पहले सवाल का तो जवाब ले लें। अच्छा जी, मैं सवाल कर रहा था, ठीक है जी, कर लें। मेरी तस्वीर किसी ने वड्डी नहीं की थी, ਵੱਡਾ अगर मेरी तस्वीर उठा देना मैं सबूत दे नाल जरा सामने 1122 को बड़ा करें प्लीज, 1122 को बड़ा एक बार तस्वीर दिखा दें कि ये हमारे प्यारे तल्लत मलक अवान साहब, जो कि कहते हैं मैं हजरत अली की औलाद से हूँ, और नबी करीम सल्लल्लाहु अलैहि वसल्लम को एल वाली गाली वो बंदा दे रहा है, एल वाली गाली। ਉਹ ਤਸਵੀਰ ਐਕਸਟੈਂਡ ਕਰਨ ਦੇ ਆਪਸ਼ਨ ਨਹੀਂ ਆਉਂਦੇ ਆਪਣੇ। चलो कोई नहीं मसला, कोई मसला, खैर खैर सब क्या को नाम पता है है। 1122 साहब, बात इस एल तरह है। वाली गाली मोहम्मद रसूलुल्लाह बोलन को दोगे उन्हें, तल्लत मलक साहब पढ़वा रहे हैं, बोलन दोगे। और इखलाक का दर्स किसे दे रहे हैं, हमें दे रहे हैं। भाई ये बोलन वीडियो वीडियो जाके देख दिखाओ ना नहीं। कुवैत, और बताओ कि मैंने अपनी बराड़ में बैठ के ये नबी करीम सल्लल्लाहु अलैहि वसल्लम को गालियां दिलवाई हैं। भगवान अगर तुम कहते हो कि हमारा सामना करना है, तो भाई उस वहाँ की हुकूमत का तो सामना कर लो। ये वीडियो लेके जाओ ना, हम देते हैं वीडियो वहाँ पे। 1122 2 मिनट म्यूट करो, भगवान ਨੂੰ ਗੱਲ ਕਰਨ ਦਿਓ ਪਲੀਜ਼। जी बिस्मिल्लाह, भगवान साहब ਇਹਨੇ ਕੱਲ ਉੱਥੇ ਮਿਊਟ ਲਾ ਕੇ ਗਾਲਾਂ ਕਢਵਾਈਆਂ ਨੇ ਆਮਰ ਖੰਜ਼ੀਰ ਕੋਲੋਂ। ਇਹ ਗੱਲ ਕਰਨ ਦੀ कोई गल नहीं, ਕੱਲ ਲੈ ਚੁੱਕਿਆ ਇਹ ਉੱਤੇ ਲਾ ਦਿਓ ਥੱਲੇ। ਥੱਲੇ ਚਲਾ ਜਾਵੇ, ਇਹਨੂੰ ਕਿਸੇ ਨੇ ਨਰੋਂਦਾ ਭੇਜਿਆ ਮਸਲਾ ਹੱਲ ਨਹੀਂ, भगवान साहब नहीं, कोई मसला हल नहीं करना। मेरे होंगे नहीं कि मैं खड़े ਤੁਸੀਂ उतर ਮਸਲਾ ਹੱਲ ਕਰਨ ਬੈਠੇ ਹੋ ਜਾਂ कोई मसला हल नहीं करना। कोई मलक तल्ला गाल ताले थे। अगर भगवान साहब ने किसी ने कड्डी, मैं थले एहतजाजन उतर जाऊंगा, गाल नहीं करनी किसी ने। ਨਹੀਂ ਗੱਲ ਕਿਉਂ ਕਰਨੀ ਹੈ, ਬਲਕਿ ਤੁਸੀਂ बंदे ਬੰਦੇ ने इस बंदे ने म्यूट ला के गाਲਾਂ कढवाਈਆਂ ਨੇ। इस बंदे ने म्यूट ला के गाਲਾਂ कढवाਈਆਂ ने। कोई गल नहीं, कोई गई आई नहीं होई, कोई गई आई नहीं होई। ਅਸੀਂ याद रखियां ने। ਮੈਂ ਲਾ ਜਾਣਾ ਥੱਲੇ, ਤੁਸੀਂ ਕਰੋ ਗੱਲਾਂ ਫਿਰ। ਇਹ इस बंदे ने गाਲਾਂ कढवाਈਆਂ ने। इस बंदे ने गाਲਾਂ कढवाਈਆਂ ने। 1122 भाई म्यूट तो करवाए ना। भाईजान हमने आपको बात ही नहीं करने देनी, आप जाए अपनी ब्रॉड अच्छा अच्छा, पहली बात ये है यार गल इस तरह ना करो फिर। देखो मेरी उन्होंने सुनी है सारी गल, करो कर लो मैंने देखो 1122 साहब, मैंने 1 मिनट जरता साहब ने दसन मेरी बात सुने। हमने आज बिल्कुल हमने किसी की बात नहीं सुननी यार। भाई ये तो फिर वही होगा जिस तरह उन्होंने मेरी बात वहां पे नहीं सुनी, आप उनकी नहीं यहाँ पे सुन रहे हो। ਇੱਕ ਮਿੰਟ ਯਾਰ, ਇੱਕ ਮਿੰਟ ਮੈਨੂੰ ਵੀ ਦੇਣਾ ਤਾਂ 30 ਸੈਕਿੰਡ ਨਾ। ਕੀ ਹੋ ਗਿਆ ਓਏ, ਮੈਨੂੰ ਦੱਸੋ ਓਏ। ਬੰਬਾਸੀ ਸਾਹਿਬ ਆਗੇ ਨੂੰ ਸਾਰੇ ਮਸਲੇ ਹੱਲ ਕਰ ਦੇ। ਬੋਲਣਾ ਨਹੀਂ ਕਰਦਾ ਓਏ,
ਬੰਬਾਸਟਰ ਇੱਕ ਮਿੰਟ ਬੰਬਾਸਟਰ ਸਾਹਿਬ ਹੋਇਆ ਇਹ ਵੇ ਯਾਰ 1122 ਇੱਕ ਮਿੰਟ ਯਾਰ ਸਰ ਕੀ ਹੋਇਆ ਪਲੀਜ਼ ਇੱਕ ਮੈਨੂੰ ਦੱਸ ਦਿਓ ਯਾਰ ਮਿਊਟ ਤੇ ਕਰਿਓ ਯਾਰ ਮੈਂ ਦੇਖ ਰਿਹਾ ਤੂੰ ਮਲਕ ਨੂੰ ਕੱਲ ਬੜੀਆਂ ਗਾਲਾਂ ਕੱਢੀਆਂ ਨੇ ਰਾਣੇ ਤੂੰ ਚੁੱਪ ਰਿਹਾ ਅੱਛਾ ਮੈਂ ਕਿੱਥੋਂ ਗਾਲ ਕੱਢੀ ਯਾਰ ਇਹੀ ਤਾਂ ਰੌਲਾ अच्छा अभी बात करने देंगे या नहीं देंगे? बस भगवान को मैंने बात नहीं करने देनी। नहीं करने देनी। दर्तश भाई एक मिनट दियो यार, एक मिनट यार प्लीज दर्तश भाई, रिक्वेस्ट है दर्तश भाई, रिक्वेस्ट है प्लीज। ਮੈਨੂੰ ਵੀ ਨਹੀਂ ਕਰਨ ਦੇਣੀ ਦਰਤਸ਼ ਅੱਜ ਸਾਹਿਬ ਤੁਸੀਂ ਕਰ ਲਓ ਗੱਲ ਯਾਰ, ਤੁਹਾਡੀ ਰਹਿ ਨਾ ਜਾਵੇ। ਗੱਲ ਦੱਸਾਂ ਕੀ ਹੈ, ਕੱਲ ਚੰਗੀ ਭਲੀ ਫਾਇਰਿੰਗ ਹੋਈ ਹੈ ਜਿਹਦੇ ਵਿੱਚ ਮੈਂ ਹਿੱਸਾ ਨਹੀਂ ਲਿਆ, ਲੇਕਿਨ ਉਹਦੇ ਵਿੱਚ ਗਲਤੀ ਨਾਲ ਜਾਂ ਦਾਨਿਸ਼ਤਾ ਜਾਂ ਨਾ ਦਾਨਿਸ਼ਤਾ ਧੀ ਭੈਣ ਮੇਰੀ ਵੀ ਪੁਣੀ ਗਈ, ਮੇਰੇ ਵੀ ਮਾਂ ਪਿਓ ਨੂੰ ਗਾਲਾਂ ਪਈਆਂ, ਉਹ ਟਕਾ ਕੇ ਪਈਆਂ ਨੇ। ਮਤਲਬ ਕਿ ਮੈਂ ਕਿਸੇ ਨੂੰ ਕੋਈ ਗਾਲ ਹੀ ਨਹੀਂ ਕੱਢੀਆਂ ਬਾਅਦ ਚੋਂ ਆ ਕੇ ਅਮਨਦੀਪ ਨੂੰ, ਉਹ ਹਜੇ ਵੀ ਮੈਂ ਕੱਢਣੀਆਂ ਨੇ, ਉਹ ਤੇ ਮੈਂ ਨਹੀਂ ਚੱਲਦਾ। ਉਹਦਾ ਤੇ ਮੇਰੀ ਇੱਕ ਰਾਦਾ ਜੰਗ ਚੱਲਣ ਡਈ, ਉਹ ਇਸ ਮਸਲੇ ਨਾਲ ਨਹੀਂ ਹੱਲ ਹੈਗਾ। ਹੁਣ ਦੇਖੋ ਕੱਲ ਇੰਨਾ ਕੁ ਬਦਕਲਾਮੀ ਹੋਈ ਹੈ, ਇੰਨੀ ਕੁ ਬਦਕਲਾਮੀ ਹੋਈ ਹੈ, ਅਸੀਂ ਸਾਰੇ ਅਡਲਟ ਆ ਯਾਰ, ਬਾਲ ਬੱਚੇਦਾਰ ਆ, ਸਾਡੇ ਬੱਚੇ ਨੇ ਅਡਲਟ ਹੋ ਗਏ ਨੇ, ਕੋਈ ਨਾਨੇ ਵੀ ਬਣ ਗਏ ਹੋਣਗੇ ਵਿੱਚੋਂ ਮੇਰੇ ਸਮੇਤ। ਉਹ ਥੋੜਾ ਜਿਹਾ ਹੌਸਲਾ ਕਰ ਰੱਖੋ ਯਾਰ, ਥੋੜਾ ਜਿਹਾ ਕਾਮ ਡਾਊਨ ਹੋਵੋ। ਹੁਣ ਇਹ ਜਿਹੜਾ ਕੰਮ ਆ ਜਾ ਸੁਣਾਇਆ, ਇਹ ਕੋਈ ਸੁਣਨ ਵਾਲੀ ਗੱਲ ਹੈ? ਇਹਨੂੰ ਨਹੀਂ ਪਤਾ, ਦਾਦਾ ਕਿਸੇ ਨੂੰ ਵੀ ਨਹੀਂ ਮੰਨਦਾ। ਅੱਛਾ ਇਹਨੂੰ ਆ ਰਾਜਾ ਇਹਨਾਂ ਰਾਣਾ ਸਾਹਿਬ ਥੱਲੇ ਲਾਓ ਯਾਰ, ਰਾਣਾ ਸਾਹਿਬ ਥੱਲੇ ਲਾਓ, ਲਾ ਦਿਓ ਇਹਨਾਂ ਨੂੰ ਥੱਲੇ ਲਾ ਦਿਓ, ਥੱਲੇ ਲਾ ਦਿਓ ਇਹਨਾਂ ਨੂੰ, ਮਾਂ ਭੈਣ ਇੱਕ ਕਰਕੇ ਇਹਨੂੰ ਥੱਲੇ ਲਾ ਦਿਓ, ਥੱਲੇ ਲਾ ਦਿਓ ਇਹਨਾਂ ਨੂੰ, ਚੁੱਕਿਆ ਕਰੋ। नहीं भगवान ਆਏਂਗੇ ਬੰਦੇ ਨੂੰ ਚੁੱਕਿਆ ਕਰੋ, ਇਹਨੂੰ ਥੱਲੇ ਲਾਓ ਯਾਰ, अच्छा सैफी क्या ਦਿਮਾਗ ਖਰਾਬ ਕਰਨ ਦੇ ਨੇ ਥੱਲੇ ਲਾ ਦਿਓ ਇਹਨਾਂ ਨੂੰ ਯਾਰ, ਇਹਨਾਂ ਥੱਲੇ ਲਾਓ ਯਾਰ, ਰਾਣਾ ਸਾਹਿਬ ਨੂੰ, ਰਾਣਾ ਸਾਹਿਬ ਥੱਲੇ ਲਾਓ, भगवान जाए उसी ब्रॉड पे। ਜਾਓ ਜਾ ਕੇ ਆਪਣੀ ਰਾਣਾ ਜੀ ਮਾਫ ਕਰ 1122 ਤੇਰੀ ਵੀ ਮੈਂ ਬਕਵਾਸ ਬੜੀ ਦੇਰ ਸੁਣੀ, ਮੈਂ ਖਬਰ ਕਰ ਰਹਾ ਹਾਂ। ਯਾਰ ਰਾਣਾ ਸਾਹਿਬ ਜਿਹੜੀ ਗੱਲ ਕੀਤੀ ਹੈ ਤੁਸੀਂ ਉਸ ਗੱਲ ਤੇ ਰਹਿਣ ਦਿਓ। 1122 साहब बात तो करने दें। नहीं करने ਤੁਸੀਂ 30 ਸੈਕਿੰਡ ਲੈਣੇ ਸਰ, 30 ਸੈਕਿੰਡ ਦੀ ਗੱਲ ਮੈਂ ਅਮਰ ਨੂੰ ਗਾਲਾਂ ਕੱਢੀਆਂ ਨੇ, ਦੂਜੇ ਪਾਸੋਂ ਕਹਿੰਦੇ ਸੀ मैंने 1122 साहब मैंने आपकी सारी बात नहीं भगवान पूरे बात नहीं तहम्मुल से सुनी। अच्छा ਹੁਣ ਇਹ ਮੇਰੀ ਗੱਲ ਸੁਣੋ, तुम दफा हो जाओ यहाँ से, दफा हो जाओ। बोल नहीं से करने देते। यार मेरी बात सुनो जरता साहब, जरता साहब, 112 साहब अगर ਅਸੀਂ ਉਹਨੂੰ ਮੌਕਾ ਨਹੀਂ ਨਾ ਦਿਆਂਗੇ, मैं कह रहा हूँ आप नाराज हो ਲਾਓ ਨੇ ਸਾਰੇ ਥੱਲੇ ਲਾ ਦੇਣੇ, ਮਿਊਟ ਲਾਓ, ਭਗਵਾਨ ਕਰ ਗੱਲ बात करने देनी बेशक। ਕਰਨ ਦੇ ਲੱਗਾ ਜਿਹੜਾ ਦਰਤਾ ਸਾਹਿਬ ਉਹਨਾਂ ਨੂੰ ਭਗਵਾਨ ਸਾਹਿਬ ਨੂੰ ਥੱਲੇ ਲਾਓ, बात नहीं करने देनी। ਮੌਤ ਵੀ ਯਾਰ ਕਿਉਂ ਨਹੀਂ ਗੱਲ ਕਰ ਯਾਰ ਕਰਨ ਦਿਓ ਗੱਲ ਯਾਰ, ਕਰਨ ਦਿਓ ये ਤੁਸੀਂ साडा ਉਹਨਾਂ ਵਾਲਾ ਹੀ ਸੂਲ ਕਰਨ ਲੱਗੇ ਹੋ। ਕਰਨ ਦਿਓ ਭਾਈ ਇੱਕ ਮਿੰਟ ਤੁਹਾਨੂੰ ਚੁੱਕਨੇ ਆ ਫੇਰ। ਹਾਂ ਭਗਵਾਨ ਭਗਵਾਨ ਸਾਹਿਬ ਸਾਹਿਬ ਕਰੋ ਗੱਲ, ਬਿਸਮਿल्ला। पहली बात यह है 1122 साहब कि मैंने आपकी सारी बात तहम्मुल से सुनी। दूसरी बात यह है कि ये चीज़ वेरीफाई पहले करें किसी पे इल्ज़ाम लगाने से कि मैं उस ब्रॉड में मॉडरेटर ही नहीं। तो ये कहना या ये किसी पे इल्ज़ाम रखना कि मैंने किसी को म्यूट करवा के गालियाँ निकलवाई हैं, तो ये गलत इल्ज़ाम है। मैं तो मॉडरेटर ही नहीं उधर। तीसरी बात यह है कि दादा खुद अभी आके कह के गया कि मैं कुरानिस्ट नहीं, और मैंने वीडियो से पहले आपसे ये दरख्वास्त की थी कि सिर्फ मेरी ज़ात का मैं जिम्मेदार हूं। अगर तो मैंने इस तरह का कुछ किया है तो बिल्कुल मैं उसका जिम्मेदार हूं। अब चौथा जो आपका सवाल था कि हमें इखलाक किसका लेना चाहिए, जो आपने वीडियो चलाई, तो अगर मैं तो नहीं आपको फोर्स कर सकता कि आप इसका इखलाक लें, आप उसका इखलाक लें। मेरी राय आप ले सकते हैं कि क्या ये अमल दुरुस्त हुआ है, उस पर मैं अपना जवाब दे सकता हूं कि बिल्कुल इखलाकियात से गिरी हुई बात हुई है, दादा की तरफ से भी और जो भी उनके मुखालिफ थे मुफ्ती मुबशर गालबन उनकी तरफ से भी। सो ये मेरी राय है। और जो कल भी बात हुई बिल्कुल वो गलत बात हुई, इस तरह बात नहीं होनी चाहिए थी, जो उस पर भी मेरी राय है। अब आपका इसके अलावा कोई मेरी जात के मुतालिक सवाल है तो वो बात करें। जो आप कह रहे हैं कि मैं इखलाक का कह रहा हूं, तो बिल्कुल मैं तो शुरू से कह रहा हूं कि गालियां वगैरह नहीं देनी चाहिए, और गालियों के अलावा इल्मी जो है वो करना चाहिए, क्रिटिसिज्म। इस पे आपका कोई सवाल है, कोई आपने इतराज करना है, वो करें ताकि उस पे बात करें। जी बात करें आप। 1122 साहब करेंगे बात। हाँ जी हाँ जी मैं करता हूँ।
मैंने कहा भगवान साहब वहां पे शोर लगा हुआ था कि यहाँ से किसी को भेजें, यहाँ से किसी को भेजें, यहाँ से किसी को भेजें, ठीक है। नहीं, मुझे उनने नहीं भेजा प्यारे भाई, मैं सिर्फ ये बता दूं। हाँ, मुझे उन्होंने नहीं भेजा। मैं जब यहाँ पे आया हूँ, ठीक है, इससे आते वक्त मेरे फॉर यू पे वही चल रही थी भाई लाइव, तो मैंने वहां से जब निकला हूँ तो मैंने यही सोच के निकला था कि अभी शायद को हो सकता है वो बंदा भेजे ना, क्योंकि वो अखलाक के ठेकेदार जो हैं, क्योंकि आप कहें या ना कहें, आप बनी इसराइल, हैप्पी, महमूद और दादाजी, ये सारे आपके दोस्त हैं। दोस्त से मुराद वो मैंने खुद दादाजी के मुंह से ये अल्फाज सुने हुए हैं कि मैं कुरान का फॉलोअर हूं। अगर ये अल्फाज मैंने ना सुने होते, ठीक है, तो फिर मैं यकीन माने उसको कुरानिस्ट कभी ना कहता। कुरानिस्ट तो आप भी अपने आप को नहीं कहते और वो भी नहीं अपने आप को कहता, जिस तरह हम अपने आप को मिर्ज़ाई नहीं कहते, कादियानी नहीं कहते, ठीक है, आप हमें कहते हैं। ये हमने उसको कुरानिस्ट ही कहना है, क्यों कि मैंने उसके मुंह से ये बात सुनी है कि मैं कुरान का फॉलोअर हूं, ठीक है। पहले वो हजरत अली के लिए हजरत आयशा को गालियां निकालता होता था। वो 151 नंबर हदीस की डीपी उसने 5 साल लगाई रखी है, 151 नंबर, जिसमें उम्मुल मोमिनीन हज़रत आयशा की लगी हुई है हदीस, वो मैं बताना नहीं चाहता, वो सबको पता ही होगा। वो हदीस की डीपी उसने लगाई रखी है, ठीक है। और उसके अलावा वो शुरू से राफदी था, राफदियों से जैसे मलकवान साहब निकले हैं, हम में से यानी कि थोड़ी सी अलग सोच हुई है उनकी, और अपने आप को कुरानिस्ट वो नहीं कहते। इसी तरह दादाजी वहां से निकले और आके कुरानिस्ट बन गए। अब कुरानिस्ट बनने के बाद वो आपके साथ मिल गए। जब वो आपके साथ मिल गए हैं तो हमें मजबूरन उनको कुरानिस्ट करना पड़ेगा। आप भी कुरानिस्ट नहीं है, आप भी अपने आप को कुरानिस्ट नहीं कहते, आप अपने आप को बनी इसराइली कहते हैं, या जो भी कुरान मजीद में लक़ब यूज हुआ है वो कहते हैं। कुरानिस्ट तो हमने आपका नाम रखा हुआ है, जिस तरह आप हमें मरज़ई कादियानी कहते हैं, हालांकि हमारा नाम जो है अहमदी है, हम अपने आप को अहमदी कहते हैं। तो इसलिए वो भी अभी आके कभी कभी जब, क्योंकि उसकी गालियां सामने आ जाती हैं दादाजी की, तो वो बचने के लिए यही कहेगा कि मैं कुरानिस्ट नहीं हूँ। जाहिरी बात है, अब गालियों का देखा जाए तो गालियां, अभी मैंने ये जो तस्वीर वाला वाकया सुनाया है, ठीक है, मेरी अगर याददाश्त कमजोर है तो कोई बात नहीं, आप यूसुफी से पूछें कि यूसुफी क्या तुम्हें जब इसको 1122 वाली आईडी से मैं बैठा हुआ था मलकवान साहब की बराड़ पे, आप लोग मोड़ थे, मैं मोड़ भी नहीं था, क्या वो जब मुझे गालियां दे रहा था यूसुफी, क्या आपने उसके मुकाबले में नबी करीम सल्लल्लाहु अलैहि वसल्लम की ये जितनी भी इस तरह के काम हुए सारे अल्हम्दुलिल्लाह इखलाक के चैंपियन मलक तल्ला साहब की बराड़ पे हुए हैं। और ये वही मलक तल्ला साहब हैं जिनसे उनकी गुस्ताखी की वजह से अमन नजीर ने बाइकाट किया हुआ था। बात तो करने देना आप। हाँ जी, तो इसलिए हम आपके साथ उनको मिलाते हैं, बाकी आप ना मिलाएं वो तो सारी बात है। अभी मैं बताता हूँ यहाँ पे अगर कोई बंदा, अच्छा मेरी बात बीच में फिर पॉइंट्स ज्यादा हो जाएंगे ना, थोड़ी करके कर लें, मसला नहीं। पहली बात तो ये है कि एक शख्स अपने मुंह से अभी थोड़ी देर पहले इकरार करके गया कि मैं किसी चीज को नहीं मानता। राणा साहब ने उसकी गवाही दी, राणा साहब ने उसकी गवाही, एक सेकंड सिर्फ गाल करन, राणा साहब ने उसकी गवाही भी दी कि वो किसी चीज को नहीं मानता, ठीक है। अब आप जो है वही वतीरा कर रहे हैं धक्के के साथ कि नहीं जी वो बिल्कुल आपके ग्रुप का है, आप उसकी जिम्मेदारी उठाएं, क्यों नहीं उठा रहे। तो इस तरह तो मैं भी कह सकता हूं कि मलक तल्ला तवान जो है वो अहमदी हैं, आप उनकी जिम्मेदारी उठाएं, क्यों नहीं उठा रहे। सुबह से यही तो बरौड लगा के आप बैठे हैं कि हम मलक तो साहब हम उठा रहे हैं ना, हमने तो अच्छा ये देखें, बात तो करने बात दें, मैं सिर्फ इतनी सी छोटी सी बात का जवाब दे दूं कि हम मलक तलत को आज भी वो जो अपने आप को कहता है कि मैं अहमदी हूं, आज भी हम उसको अहमदी समझते हैं। वो जैसा भी है, उसने गालियां दी हैं, हम भी अपनी बराड़ पे बैठ के उसको कुछ भी कह रहे हैं, वो हमारा जो भी है तो अहमदी है ना। वो कह रहा है मैं मानता हूं, सच्चा मानता हूं, बेशक उसने नबी करीम सल्लल्लाहु अलैहि वसल्लम को गंदी गालियां दिलवाई हैं। कल भी उसने मिर्जा मसरूर अहमद साहब को दिलवाई हैं, उनके खानदान को दिलवाई हैं, मसीह मौत को दिलवाई हैं। नबी करीम सल्लल्लाहु अलैहि वसल्लम को 1000 मरतबा इस बंदे ने गालियां दिलवाई हुई हैं। कोई बात नहीं, मैं तो कबूल करता हूं, इसीलिए तो उसको रो रहे हैं कि भाई ये काम छोड़ दो, हमारा इसमें तुम्हारे साथ इख्तलाफ है। ये हम अच्छा ये 1122 साहब ये बताएं ना कि मतलब सर आपके साथ हमारा ये इख्तलाफ है, आपकी वजह से आपके नबी करीम सल्लल्लाहु अलैहि वसल्लम को गालियां पड़ती हैं।
ਜੱਜਾ ਜੀ तो रोड़ा ਗੱਲ पै ਸੁਣ जाएगा ਲਓ। एक सेकंड गाल करन दे दादा रोड़ा पै जाएगा 1122 साहब ठीक है आपकी बात उम्दा है कि आप मलिक साहब की जो हरकत है उस पर एहतजाज कर रहे हैं और ये एहतजाज गालबन वैसे हरकतें जो आप बता रहे हैं कि मलिक साहब की ब्रॉड पे इस तरह गालियां पड़ती हैं काफी अरसे से वैसे तो ये अमल हो रहा था। अरे भैया यकदम- आपने सुनी ली है अभी अभी सुन लिया अगर सुन तो कहते हैं लिया। तो दोबारा हाँ, सुन सुना ली देते है। हैं। नहीं सुन लिया मैंने मैं कह रहा हूँ आप मजम्मत करते हैं, पहले ये छोटी सी अल्फाज बता दें कि आप मजम्मत करते हैं ना दादाजी की। 1122 साहब से 1122 जी हम सुनना चाहते हैं, आप शुरू से सुनवाएं, ये शुरू कहाँ से हुआ है? भगवान साहब मैं आप बता बताएं, देता हूँ, सुना दें सुन ले आपको? सुन ले यार 1122 33 साहब 40 से साहब बात एक कर मिनट रहा हूँ मेरे भाई भगवान साहब एक बंदा है जो 1122 मेरे साहब नाल से थोड़ी जी बात गल कर लेंदा प्लीज प्लीज माजरत नाल। अच्छा 33 मैं 40 जाना है साहब मैं सिर्फ ਜਿਹੜਾ ਵਾ ਆਖਰੀ ਗੱਲ ਕਰ ਜਾਂ अच्छा कि ਜਿਹੜਾ तलत साहब दी तुसा दस रहे हो कि जी ये शख्स ब्रॉड लगवा के वहां गालियां निकलवाता है काबरीन को नबी इस करीम पे सल्लल्लाहु आपने अलैहि वसल्लम को नबी करीम सल्लल्लाहु अलैहि वसल्लम को भी चले ये तो पुराना अमल है ना या का हर या रोज जो है अपग्रेड वो हो रहा है, हाँ हर कल रोज कल अपग्रेड से हो जो रहा है। इतना जोर पकड़ा है जी उसमें मुझे लगता है कि आपको जितने कल्प्रिट हैं सबकी तस्वीरें लगानी चाहिए और सबकी मजम्मत करनी चाहिए खाली हाँ जी मलिक साहब की नहीं। ठीक या है। तो उधर इमरान कालू साहब की भी तस्वीर लगाएं। इमरान कालू का उनको कोई भी जो गुनाह ही है नहीं है, इमरान कालू को हम कैसे गुनाहगार गुनाह नहीं समझते है? ही नहीं है इमरान का इसमें। क्या गुनाह है वहाँ पे भी कैसे भाई? इमरान का तो कोई गुनाहगार गुनाह ही नहीं नहीं है है। बताएं। इमरान नहीं, कालू का क्या कोई गुनाह गुनाह नहीं है। अगर इमरान कालू की आप कोई भी गुस्ताखी लेकर आ जाए, सुन ले इमरान कालू को 33 साहब फांसी लगानी 33 साहब चाहिए। एक मिनट ठहर जी ना, आपसे बात करता हूँ, एक मिनट ठहर जी। भगवान साहब तो 1122 साहब फिर आप आप जो इमरान कालू की कोई भी गुस्ताखाना अल्फाज ले आए नबी करीम सल्लल्लाहु अलैहि वसल्लम और सहाबा के लिए, और किसी का नहीं। ये सनाउल्लाह बटालवी शटालवी इसकी कोई मैं जिम्मेदारी नहीं लेता। मैं अब्दुल कादिर जिलानी साहब की भी कोई नहीं, मैं किसी भी जो सिर्फ सहाबा और नबी करीम सल्लल्लाहु अलैहि वसल्लम और किसी के बाकी उसके अकाबर बाद की किसी हाँ। के अकाबर की निशानदेही 1122 साहब आपने तो नहीं करनी ना। मैं अगर अपना अकाबर किसी बाबे को भी बना लूं, कोई उसकी गुस्ताखी करेगा तो मेरे लिए गुस्ताखी है। निशानदेही ना करें कि किसका अकाबर कौन होना चाहिए और उसको ये इस पे महदूद भी ना करें। हाँ जो आप गुस्ताखी की बात कर रहे हैं तो मैं कह रहा हूं कि सारे कल्प्रिट इकट्ठे रखें, इकट्ठी मजम्मत करें। और मलक साहब की आप जो मजम्मत कर रहे हैं वो बेचारे तो कल यार तरला डालते रहे हैं कि ना यार करो ना करो, खुदा हाँ का ठीक है वास्ता, ठीक है। रसूल का भगवान वास्ता, साहब वो सुने, तरले भगवान साहब डालते सुने, रहे हैं। इनको नीचे भगवान उतारा है, साहब वो सुन कहते ले, हैं हमें भगवान नीचे क्यों साहब उतारे। एक सबसे बड़ा इल्जाम जो लगता है ना वो इमरान कालू पे लगता है कि उसने नाउज बिल्ला उसने कोई कल शातमियत की है। अगर आप और आपके जो भेजने वाले हैं जिन्होंने आपको भी भेजा ना कि जाके इमरान कालू का नाम लो, उनको भी बता दें अगर कोई गुस्ताखी है लेकर आए मेरे सामने रखें, मैं माफी मांगूंगा सबसे नहीं पहले। आपसे उनने शर्त अगर लगाई उसने है ना कोई लाख अगर रुपए इल्जामी की, जवाब अगर तो सुन ले, आप उनसे अकाबर की बात बात है, करें सुन ले। ब्रॉड पे। आप सुनते जाएं, मलिक अकाबर साहब की की बात ब्रॉड सुन ले। लगी है, हाँ सुन जी तो लेना एक जी बात जी तो सुन ले। मलिक जी साहब जी की ब्रॉड सुना। लगी है, उनने 1 लाख रुपया आपसे शर्त लगाई है ना। किस आप बात पे? जाएं तो जाके मलिक साहब साबित ने कर क्या दें। हाँ सुन ले, भगवान साहब 1 लाख रुपया और मैं भी लगा दूसरी लेता हूँ बात फिर। ये है, ऐसे दूसरी बात शर्तें ये है। लगाने से नहीं, मैं 1 लाख रुपया लगा लेता हूँ फिर। हाँ मैं आपकी बताता नजर हूँ में मैं जो बताता गाली हूँ। है ही नहीं, मैं उसको गाली बना के कैसे साबित करूंगा? अच्छा ये बताएं कैसे साबित करूं? नहीं 1122 मुझे आप साहब, बताएं, ये जो आपकी मुझे नजर बता में दें। गाली नहीं होगी मैं उसको कैसे गाली बना के साबित करके लाख अच्छा रुपया मुझे लूंगा ये आपसे? तो बता देना, मुझे ये तो खुद बता दें। गालियां भाई देता रहे वहां पे आपकी बैठ नजर के। में वो 1122 गाली साहब, है खुद ही गालियां नहीं, तो देता मैं रहे। आपको अब मैं बताता हूँ किस तरह। 1122 भाई बस सुन ले 1122 भाई, भाई मुझे मुझे सिर्फ सिर्फ गालियां 10 निकाली है सेकंड इस दे दें गंदे कि भगवान आप साहब बात मुझे का जवाब आखिरी दे बात दें। कर लेने दे फिर आप करिएगा। बात अच्छा ये करें। है कि जो भी वहां पे आमर नजीर साहब बकवासियात कर रहे थे वो हमारे लिए गाली है, क्यों कि वो एक अल्लाह के सच्चे नबी को दे रहे थे। अब जो वो गाली दे रहे थे वो उनकी नजर में और आपकी नजर में गाली ना हो, हम कैसे आपको साबित करके वो लाख रुपया ले लेंगे? वो हमारे लिए गाली है। जब वो हमारी बराड पर एक अहमदी मुसलमान की बराड पर बैठकर अहमदी मुसलमान के अकाबर को गाली दे रहे हैं और वो अहमदी मुसलमान के लिए गाली है, वो आपके लिए गाली नहीं है, हम कैसे साबित करें भाई? समझ गया हूं। अपनी गलती जिस तरह सुन ले, जिस तरह दादाजी ने एल वाली गाली नबी करीम सल्लल्लाहु अलैहि वसल्लम को दी है। दादाजी प्लीज यार इंज ना करो, मेरी बात सुन। दादाजी ने वैसे चुकन नहीं सोची, दादाजी ने कोई बहस है नहीं, दादाजी ने कोई बहस है नहीं। जग्गू दादा आपकी बात नहीं है यार। दादाजी जग्गू थोड़ी दादा, गल नहीं है, जो- थोड़ी सिर्फ ये जो बात तुसी आप जो कर रहे मर्जी करो, मलक साहब ਦੀ ਬਰਾੜ ਤੇ ਕਰੋ, ਮਲਕ ਸਾਹਿਬ ਦੀ ਬਰਾੜ ਤੇ ਕਰੋ, ਜੋ ਮਰਜ਼ੀ ਕਰੋ। ਅੱਜ ਐਲ ਵਾਲੀ ਗੱਲ ਕੱਢੀ ਜੇ ਬੇ ਵਾਲੀ ਕੱਢੋ, ਜਿਹੜੀ ਕੱਢਣੀ ਜੇ ਕੱਢੋ, ਨਬੀਆਂ ਨੂੰ ਗਾਲਾਂ ਕੱਢੋ। ਤੁਸੀਂ ਕੁਰਾਨ ਕੋਲੋਂ ਇਹੀ ਸਿੱਖਿਆ,
ਬਨੀ ਇਸਰਾਈਲ ਦੇ ਕੋਲੋਂ ਤੇ ਮੇਰੀ ਗੱਲ ਸੁਣੋ, ਭਗਵਾਨ ਕੋਲੋਂ ਤੇ ਤੁਸੀਂ ਹੈਪੀ ਵੀ ਕੋਲੋਂ ਮਿਰਜ਼ਾ ਤੁਸੀਂ ਇਹੀ ਸਾਹਿਬ ਸਿੱਖਿਆ ਤੋਂ ਹੀ ਕੁਝ ਸਿੱਖਿਆ ਕਿ ਇੱਕ ਹਾਂਜੀ ਦੂਜੇ ਦੀ ਕਿਰਦਾਰ ਨਸ਼ੀ ਕਰਨੀ, ਹੋਰ ਤੁਸੀਂ ਹਾਂਜੀ ਕੁਝ ਵੀ ਨਹੀਂ ਮਿਰਜ਼ਾ ਸਾਹਿਬ ਕੋ ਸਿੱਖਿਆ। ਉਹ ਕਿਰਦਾਰ ਨਸ਼ੀ ਮੇਰੀ ਨਹੀਂ ਗੱਲ ਹੁੰਦਾ, ਸੁਣੋ, ਕਿਰਦਾਰ ਜਦੋਂ ਕਸ਼ੀ ਹੁੰਦਾ ਸਾਡਾ ਹੈ। ਮੁਕਾਬਲਾ ਹੀ ਐਸੇ ਦੁਸ਼ਮਣ ਨਾਲ ਪਿਆ ਏ ਕਿ ਜਿਹੜਾ ਬੰਦਾ ਮੈਂ ਬਰਾੜ ਤੇ ਗਿਆ ਵਾਂ, ਅੱਜ ਸਵੇਰ ਦਾ 50 ਵਾਰੀ ਗਿਆ ਵਾਂ, 50 ਵਾਰੀ ਤੁਸੀਂ ਅਖਲਾਕ ਦੇ ਠੇਕੇਦਾਰੋ, ਤੁਸੀਂ ਮੈਨੂੰ ਗਾਲਾਂ ਕੱਢ ਕੇ ਮਾਵਾਂ ਭੈਣਾਂ ਦੀ ਥੱਲੇ ਲਾਇਆ। ਅਲਹਮਦੁਲਿਲਾ, ਅੱਲਾ ਦੇ ਫਜ਼ਲ ਦੇ ਨਾਲ ਇੱਕ ਗੱਲ ਦਾ ਜਵਾਬ ਨਹੀਂ ਤੁਹਾਨੂੰ ਦਿੱਤਾ। ਇਹ ਸਾਬਤ ਕਰਨ ਵਾਸਤੇ ਗਿਆ ਸਾਂ ਕਿ ਤੁਸੀਂ ਗਾਲ 'ਚ ਪਹਿਲ ਕਰਦੇ ਹੋ, ਤੁਸੀਂ ਗਾਲ 'ਚ ਹਮੇਸ਼ਾ ਪਹਿਲ ਕਰਦੇ ਹੋ। ਇਹ ਸਾਬਤ ਕਰਨ ਗਿਆ ਸਾਂ ਤੇ ਸਾਬਤ ਕਰਕੇ ਉਤਰਿਆ ਵਾਂ। भगवान ने ਫਿਰ गालियां ਰਹੀ ਗੱਲ निकाली हैं, इस ਸੁਣ ਲਓ, भगवान ने गालियां निकाली हैं कल भी, ਸੁਣ ਲਓ ਕੁਰਾनिस ਦੀ ਸੁਣ इसने ਲਓ, कल भी गालियां निकाली हैं। ਕੁਰਾनिस ਵਾਲੇ ਦੀ ਸੁਣ ਲਓ। साहब आप बात ਗਿਆ कर ਵਾ ली है 3 मेरा ਵਾਰੀ ਬਨੀ ਇਸਰਾਈਲ ਨਾਲ ਗੱਲ ਕਰਨ। ਬਨੀ ਇਸਰਾਈਲ ਨੇ ਜਾਣ ਬੁੱਝ ਕੇ ਮੈਨੂੰ ਕੁੱਤੇ ਦੀ ਮਿਸਾਲ ਦੇ ਰਿਹਾ। ਮੈਂ ਤਾਂ ਅਮਨ ਨਜ਼ੀਰ ਵੱਲ ਪਰਤਾਤੀ ਨਾ ਉਸ ਟਾਈਮ, ਮੈਂ ਕਿਹਾ ਅਮਨ ਨਜ਼ੀਰ ਤੁਹਾਨੂੰ ਕਹਿ ਰਿਹਾ ਜੀ, ਮੈਨੂੰ ਨਹੀਂ ਕਹਿ ਰਿਹਾ, ਠੀਕ ਹੈ। ਉਹ ਤਾਂ ਮੈਂ ਜਾਣ ਬੁੱਝ ਕੇ ਪਰਤਾਈ ਉਹਦੇ ਵੱਲ, ਵਰਨਾ ਉਹ ਮੈਨੂੰ ਕਹਿ ਰਿਹਾ ਸੀ ਕਿ ਮੈਂ ਪ੍ਰਵੋਕ ਹੋ ਕੇ ਗਾਲਾਂ ਕੱਢਾਂ। 112 भाई मुझे लगता है आप फिर उसके सिर्फ बाद मुझे मेरे बिठा बाप के पे गल बात गई, सुनाना चाहते हैं। मेरे तो बाप मैं के नीचे उत्ते बैठ बनी के इस्राइल सुन लेके लेता गया। हूं। अच्छा, क्यों भगवान लेके गया? का- सर हाँ। फिर आंदा मैं सुन गाला लेना, मुझे मुझे कड्डियां ने लगता है- ਜਦੋਂ ਤੁਸੀਂ अच्छा, ਇੰਜ ਦੀਆਂ ਹਰਕਤਾਂ मुझे ਕੱਢੋਗੇ, लगता है यार, ਜ਼ਾਹਰੀ आप- ਗੱਲ आप- ਹੈ राजाब साहब आप- का ਇੱਕ बात ਗਾਲ कर ਅਗਰ रहे हैं साहब, ਕੱਢੋਗੇ, ਤੁਹਾਡਾ ਕੀ ਛੋਟੀ ਵਿੱਚ ਗਾਲ ਆਏਗਾ ਕੱਢੋਗੇ, ਰਾਣਾ ਸਾਹਿਬ? ਮੁਕਾਬਲੇ 'ਚ ਹੋ ਸਕਦਾ ਵੱਡੀ ਗਾਲ ਅਗਲਾ ਬੰਦਾ ਕੱਢ ਦੇ। नहीं आप और राणा साहब थोड़ा ਅਗਲਾ लगा ਬੰਦਾ भाई ਖੋਖਰੀ यार ਰੋਟੀ ਥੋੜੀ ਖਾਂਦਾ ਪਿਆ, ਅਗਲਾ ਬੰਦਾ ਵੀ ਕਣਕ ਦੀ ਰੋਟੀ ਖਾਂਦਾ। ਯਾਰ ਗੱਲ ਨੂੰ ਮਕਾਣਾ ਨਹੀਂ ਜੇ ਮਕਾਨਾ राणा साहब ने कहा। सुन लो। सुन तार तो भाई सही आ जाओ, ना, तार भाई तो सलाम अलैकुम, अगर तार तो- भाई ओ सिर्फ मेरे 1 मिनट भाई, दीजिएगा। ओ मेरे भाई हाँ जी, अगर हाँ तो मुझे बैठा के सुनाना चाहते हैं तो ऐसा करें, राणा साहब पास मेरा नंबर है, ये ब्रॉड की रिकॉर्डिंग मुझे अच्छा, भेज कल देना, मैं तुमने सुन गालियां लूंगा। क्यों दी थी? ठीक है। तुम्हारा क्या हाँ, लेना देना था? मैं तुमने बताता क्यों हूँ गालियां दी? सारे उस क्लास हाँ, से हाँ। होने लग गया। और दूसरी तुमने दूसरी क्यों बात गालियां आपने दी? की। उस दूसरे पासे भी है ना, होने लग गया। 112 सुन लो, से- आपके 112 भगवान से बात साहब, करने। भगवान साहब, आपके 112 आपके भाई से वालिदैन बात आपके करने दे, काबर सैफी भाई। हैं, ठीक है। सुन ले सैफी भाई 112 साहब से बात करने दें। हाँ जी, मैंने भगवान से बात करनी है। हाँ जी, मैं सिर्फ अच्छा, आखिरी मिनट बात 112 करूँ, साहब आप कीजिएगा। 112 मैं फिर भी साहब गाड़ी हाँ। साइड पे खड़ी करके बात कर रहा हूँ, मैंने गाड़ी भी चलानी है अभी, मुझे सिर्फ 1 मिनट दे दें। बल्कि भगवान साहब यार आपके आप मुझे नजदीक बोलने सुन ही ले, नहीं सुन दे ले, रहे, उसका जवाब ही नहीं सुन देने तो दे रहे, ले, आपने सिर्फ आखिरी बात, इतराज सिर्फ करने। आखिरी बात सुन ले। ये उसके बाद पिछली आपकी बार भी सुनूंगा। आपने आखिरी बात ही कहा था। मैंने नहीं, मैं आखिरी 1 मिनट सुन ले। बात यह है जी, कि सुनाइए। आपने कल एक असूल रखा, जब इमरान खान को नीचे बिठा के आप ऊपर से गालियां दे रहे थे, ठीक है। आप जब गालियां दे रहे थे उस टाइम आपने असूल रखा कि हमारे वालिदैन हमारे काबर हैं, ठीक है। हमारे वालिदैन हमारे काबर हैं, इसलिए हम आपके काबर को गालियां देंगे। भाई मेरे वालिद भी मेरे लिए काबर हैं। आज तंजिया तौर पर वो बनी इस्राइल ने मेरे वालिद पे बात की थी। यार मुझे मेरे बताओ, से मेरी बात मैंने करें तो गाल मेरे भाई। निकाली है, मैंने वापसी पे किसको मेरे गाल से निकालूं? मेरी आप बात मुझे करें, अपने मेरी वालिद बात का करें नाम मेरे बताएं, से। फिर मैं भी आपके वालिद का नाम लेकर गाली मेरे निकालूं। से मेरी बात करें, बनी इसराइल ने क्या किया, तो दादी भाई ने बनी क्या किया, इसराइल हैप्पी ने क्या सारे किया। अच्छा, मतलब मेरे कि से देखिए मेरी करें बात सुने, मेरी बात सुने। मेरी अभी मेरी फिर बात बात सुनिए। यह है कि आपने आखिरी जब बात बात आपने करनी कर है, लिया, मुझे आपने जवाब बात तो करनी है, देने मैं देना। अब मेरे पास अब वो अल्फाज याद नहीं है मुझे जो कल आपने गालियां दी हैं। गालियां आपने भी दी हुई हैं, मैं बता देता हूँ ना, उसका हाँ, जवाब लें, उसका गालियां जवाब आपने लें, भी दी बिल्कुल। हुई हैं। जबकि आपको किसी ने, इमरान खालू ने भी अगर वो वो जो मोड जो इनको कहा था उसने, का बनी गलत इस्राइल इस्तेमाल को, कर रहा इसको था, नहीं कहा था, बनी इस्राइल को कहा था, हाँ, इसको बनी नहीं कहा इस्राइल था। इख्तियार का जवाब गलत लें, इख्तियारात का जवाब गलत लें। इस्तेमाल कर रहा था। इसको नहीं कहा था उसने कुछ भी, बनी ठीक इस्राइल है, को कहा था। जवाब ले उसको लें, कहा था जवाब और तो ले। आपने उसके वालिदैन को अपने काबर बना लिया। नहीं भाई तक अच्छा इससे बोलना यार नहीं। अपना अच्छा, एक जवाब सेकंड ये अभी है, मैं इस आपकी बात बात का- कर रही हूँ। हाँ, गाड़ी चलाएं आप, मेरा जवाब तो ले लें पहले, जवाब तो ले लें। भगवान ने पहली यार बात मैंने तो निकल ये जाना, है, मेरे पास एक सिर्फ 2 मिनट है। ਥੱਲੇ ਇਹਨੂੰ mute यार ਕਰ सब ਦਿਓ ਨੂੰ ਜਲਦੀ ਏ, ਸਭ ਨੂੰ ਜਲਦੀ ਏ ਨਹੀਂ, ਯਾਰ, ਨਹੀਂ। ਸਾਰੇ ਫਿਰ ਕਰੋ, ਫਿਰ ਭਗਵਾਨ ਇੰਜ ਕਰੋ, in ਮੈਨੂੰ one line- ਰਿਕਾਰਡਿੰਗ ਭੇਜਿਓ, ਮੈਂ ਕੱਲ ਭਗਵਾਨ ਭਾਈ ਆਵਾਂਗਾ, ਗੱਲ ਮੈਂ ਇਹਨਾਂ ਸੁਣੋ। ਦਾ ਜਵਾਬ ਦਿਆਂਗਾ। ਮੇਰੀ ਗੱਲ ਸੁਣੋ, ਇਹਨਾਂ ਨੇ ਇੱਕੋ ਲਾਈਨ ਦੇ ਵਿੱਚ ਉਹਨਾਂ ਜੋ ਕਰਨਾ ਸੀ ਉਹ ਕਰ ਲਿਆ। ਸੁਲ੍ਹਾ ਕੋਈ ਨਹੀਂ ਹੋਣੀ, ਉਹਨੂੰ ਕੋਈ ਅਖੀਰ ਵੇਖੇ, ਅਸੀਂ ਉਹਦਾ ਵੇਖਾਂਗੇ, ਉਹ ਸਾਡਾ। ਉਹਨੂੰ ਆਖੋ ਕਢਾਏ That's ਗਾਲਾਂ it. ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੂੰ ਆਏ ਹੋ ਗਾਲਾਂ ਗਈ। ਕਢਾਏ ਸਾਨੂੰ ਗਾਲਾਂ। ਤੁਰ ਕੇ ਆ 12 ਲੱਖ ਇਸ ਤੋਂ ਅੱਛਾ, ਬਾਅਦ ये ਜਿਹੜੀ आखिरी ਗੱਲ कालू ਜਿਹੜੀ- कालू वाली ਹੁਣ गाल ਜੋ ਦਾ ਸਾਡੇ जवाब ਕੋਲ दे ਹੋ दिया, ਸਕਿਆ ਉਹ ਕਰਾਂਗੇ। कालू वाली गाल ਦਾ ਜਵਾਬ ਗੱਲ ਦੇ ਖਤਮ। ਦਿਆਂ, ਫਿਰ ਠੀਕ ਹੈ ਨਸਰੁੱਲਾ ਸਾਹਿਬ ਹਾਂ, ਕਾਲੂ ਕਾਲੂ ਦੀ ਗੱਲ ਤੁਸੀਂ ਕਾਲੂ ਨਾ ਕਰ ਲਿਓ, ਕਾਲੂ ਦੀ ਗੱਲ ਤੁਸੀਂ ਕਾਲੂ ਨਾ ਕਰ ਜਵਾਬ ਲਿਓ। ਦੇ ਦਿਆਂ ਤੁਸੀਂ, ਉਨੀ ਦੀ ਗੱਲ ਯਾਰ ਕਾਲੂ ਦੀ ਗੱਲ ਉਹਦੀ ਨਿਕਾਲੀ ਨਾ ਗੱਲ ਤੁਸੀਂ ਖੁਦ, ਅਗਰ ਤੁਸੀਂ ਬਨੀ ਇਸਰਾਇਲ ਦੀ ਗੱਲ ਦੇ ਯਾਰ ਜਵਾਬ ਦੇ ਨਹੀਂ 1122 ਸਾਹਿਬ ਸਿਰਫ ਆਪਣੀਆਂ ਹੀ ਗੱਲਾਂ ਕਰਨੀਆਂ ਸਰ। ਭਗਵਾਨ ਸਾਹਿਬ ਅਗਰ ਤੁਸੀਂ ਖੁਦ ਕਿਹਾ ਕਿ ਮੈਂ ਮੇਰੀ ਗੱਲ ਸੁਣੋ, ਤੁਸੀਂ ਖੁਦ ਕਿਹਾ ਕਿ ਮੈਂ ਭਗਵਾਨ ਦੀ ਗੱਲ ਦਾ ਜ਼ਿੰਮੇਦਾਰ ਨਹੀਂ, ਠੀਕ ਹੈ, ਤੇ ਮੈਂ ਫਿਰ ਕੈਸੇ ਕਾਲੂ ਦੀ ਗੱਲ ਦਾ ਜ਼ਿੰਮੇਦਾਰ ਹੋਈਆਂ ਫਿਰ? ਉਹ ਮੈਂ ਕਾਲੂ ਦੀ ਗੱਲ ਤੇ ਜ਼ਿੰਮੇਦਾਰ ਠਹਿਰਾ ਰਿਹਾ, ਹਾਂ, ਤੇ ਮੈਂ ਤੇ ਨਹੀਂ ਠਹਿਰਾ ਤੇ ਰਿਹਾ। ਫਿਰ ਕਾਲੂ ਦੀ ਗੱਲ ਤੁਸੀਂ ਕਾਲੂ ਨਾ ਕਰ ਲੈ, ਮੇਰੀ ਗੱਲ ਕਦੋਂ ਮੈਂ ਦੱਸੋ? ਕਹਿ ਰਿਹਾ ਤੁਸੀਂ ਕਾਲੂ
ਕਿਹੜੇ ਦਿਨ ਕਹਿ ਰਿਹਾ ਗਾਲ ਤੁਸੀਂ ਕਾਲੂ ਦੀ ਥਾਂ ਤੇ ਜਵਾਬ ਦਿਓ। ਕੱਢੀਏ, ਮਲਕ ਤਲਤ ਨੂੰ ਗਾਲ ਕੱਢੀਏ, ਦੱਸੋ ਜੀ।
ਮੈਂ ਕਹਿ ਰਿਹਾ ਤੁਸੀਂ ਕਾਲੂ ਦੀ ਗੱਲ ਦਾ ਜਵਾਬ ਦਿਓ। ਮੈਂ ਤੇ ਮੈਂ ਕਹਿ ਨਹੀਂ ਕਦੀ ਰਿਹਾ ਤੁਹਾਨੂੰ ਤੁਸੀਂ ਗਾਲ ਮੇਰੇ ਕੱਢੀ ਤੇ ਹੈ ਇਤਰਾਜ਼ ਬਨੀ ਇਸਰਾਈਲ ਕੀਤਾ ਅੱਜ ਕਿਉਂ ਗਾਲਾਂ ਕੱਢੀਆਂ ਫਿਰ ਉੱਥੇ? ਤੁਸੀਂ ਮੇਰੇ ਤੇ ਇਤਰਾਜ਼ ਕੀਤਾ ਵੇ, ਗੱਲ ਸੁਣ ਲਓ, ਤੁਸੀਂ ਮੇਰੇ ਤੇ ਇਤਰਾਜ਼ ਕੀਤਾ ਵੇ ਕਿ ਮੈਂ ਜਨਾਬ ਕਾਲੂ ਨੂੰ ਗਾਲਾਂ ਕੱਢੀਆਂ ਕੀਤਾ ਜੇ ਨਾ, ਮੈਂ ਉਹਦਾ ਜਵਾਬ ਦੇਣ ਲਗਾ। ਕਾਲੂ ਦੀ ਗੱਲ ਤੇ ਤੁਹਾਨੂੰ ਮੈਂ ਜ਼ਿੰਮੇਦਾਰ ਨਹੀਂ ਠਹਿਰਾ ਰਿਹਾ, ਉਹ ਕਾਲੂ ਦੀ ਗੱਲ ਕਾਲੂ ਨਾਲ ਏ ਜਿਹੜੀ ਮੈਂ ਕਾਲੂ ਨੂੰ ਗਾਲਾਂ ਕੱਢੀਆਂ ਦੇ ਲਿਆ ਜੇ। ਸੁਣ ਲਓ ਨਾ, ਜਿਹੜੀ ਮੈਂ ਕਾਲੂ ਨੂੰ ਗਾਲਾਂ ਕੱਢੀਆਂ ਨੇ ਜਵਾਬ ਦੇ ਆ ਜੇ ਨਾ, ਸਾਨੂੰ ਕੀ ਦਿੰਦੇ ਪਏ? ਚਲੋ ਕਰ ਲਾਂ ਦੋਨੇ ਤੁਸੀਂ ਯਾਰ, ਮੈਨੂੰ ਮੈਂ ਗੱਲ ਕਰ ਲਾਂ। ਤੁਸੀਂ ਮੈਨੂੰ ਕਿਉਂ ਇਲਜ਼ਾਮ ਦੇ ਰਹੇ ਹੋ ਫਿਰ? ਸਰ ਇਲਜ਼ਾਮ ਤੁਹਾਨੂੰ ਹੀ ਪੈਂਦਾ, ਤੁਸੀਂ ਗਾਲਾਂ ਕੱਢੀਆਂ हाँ ਨੇ ਮੈਨੂੰ ਪੈਂਦਾ, ਮੈਨੂੰ ਜਵਾਬ भी देन दियो ना फिर। आप इखलाक की बातें कर रहे हैं ना, दसना ना यार, दसना गल करन दियो, क्यों नहीं हो गल करन दिंदे? की रोला की अच्छा भगवान साहब देखो, भगवान साहब सुनो, ਤੁਹਾਡੀ ਬਰਾਤ ਤੇ ਜਾਈਏ, ਜਿਹਦੇ ਤੁਹਾਡੀ ਬਰਾਤ ਤੇ ਜਾਈਏ, ਮੈਂ ਇੰਜ ਹੀ ਤਰਲੇ ਪਾਣਾ ਹਾਂ ਨਾ ਪਿਆ ਸਵੇਰ ਦਾ, ਮੈਨੂੰ ਗੱਲ ਕਰਨ ਦਿਓ। ਗੱਲ ਇਸ ਤਰ੍ਹਾਂ, ਅੱਛਾ ਗੱਲ ਇਸ ਤਰ੍ਹਾਂ ਨਹੀਂ ਮੈਨੂੰ ਸਿਰਫ ਇੰਨੀ ਗੱਲ ਦੱਸੋ, ਉੱਥੇ ਵੀ ਤਾਂ ਤੁਸੀਂ ਮੋਟ ਹੀ ਸੁਣਾ, ਮੈਨੂੰ ਵਾਰੀ ਲੈ ਕੇ ਦਿੱਤੀ ਸਾਜੇ ਯਾਰ। ਮੈਂ ਤੇ ਤੁਹਾਡੀ ਮੈਂ ਉੱਥੇ ਵੀ ਨਹੀਂ ਯਾਰ, मैं कोई नहीं किसे पास से मॉडरेशन की थी। ਜਦੋਂ तो मॉडरेटर आप नहीं थे तो आपने क्यों गालियां निकाली हैं? अच्छा तो मेरा मुझे ये बताएं कि यार ये पूछी जाते हो गालां क्यों कटियां जवाब लेंदे नहीं हो। बनी इस्राइल को कहा था ना उसने, कुछ आपको तो कुछ नहीं कहा था ना उसने। बनी इस्राइल नु फिर जाके पूछ, तो आपने क्यों गालियां निकाली हैं? ये बता दो आपने क्यों गालियां दी है? हाँ दसना जवाब देन दियो ना, फिर हौसला करो। दे लो जी जवाब दे लो, दे दो पूछी जा रहे हो गालां क्यों ओ यार मरना चाहिए, जवाब दे ला यार। चलो खामोश हो। गाल इस तरह में कालू ने जितनी देर बनी इसराइल नु मुखातब करके गाल कड्डी, मैं नहीं बोलिया। उस तो बाद कालू ने जमा इच गालां कड्डियां ने और मैं वापस गाल नहीं कड्डी। रिकॉर्डिंग लाओ इत्थे, मैं कहा कि कालू ने जेड़ी गाल मनु कड्डी है ना, कुत्ती के बच्चे, ए मिर्जा साहब ने कड्डी सी। सुन लो ਉਹਨੇ ਮੇਰੀ ਗੱਲ ਸੁਣ ਲਓ, ਅਗਰ ਉਹਨੇ ਗਾਲ ਕੱਢੀ ਸੀ, ਉਹਨੇ ਉਹਨਾਂ ਨੂੰ ਕੱਢੀ ਸੀ ਜਿਨ੍ਹਾਂ ਨੇ ਜਮਾ ਦੇ ਸੀਗੇ ਦੇ ਵਿੱਚ ਆਮਰ ਨਜ਼ੀਰ ਹੁੰਦਾ ਸੀ। ਕਿਉਂ ਕਿ ਉਹਨੇ ਕਾਬਰੀਨ ਨੂੰ ਗਾਲਾਂ ਕੱਢੀਆਂ ਸਾਡੇ ਨੂੰ, ਜਮਾ ਦੇ ਸੀਗੇ ਦੇ ਵਿੱਚ ਕਾਬਰੀਨ ਦੇ ਵਿੱਚ ਨਾਲ ਜਿਹੜਾ ਬੰਦਾ ਗੱਲ ਕਰ ਰਿਹਾ, ਝੂਠ ਗਲਤ ਗੱਲ ਕਰ ਰਿਹਾ, ਤੋਬਾ ਕਰ ਕੁਰਾਨ ਜਿਹੜਾ ਬੰਦਾ ਗਾਲਾਂ ਕਢਵਾ ਰਿਹਾ ਸੀ ਜਮਾ ਦੇ ਸੀਗੇ ਤੇ ਉਹ ਗਾਲ ਨਹੀਂ ਕਾਜ਼ਮੀ ਨੇ ਕੱਢੀ। ਗੱਲ ਸੁਣੋ, ਇਹਨੂੰ ਇੱਕ ਗਾਲ ਨਹੀਂ ਇਮਰਾਨ ਕਾਲੂ ਨੇ ਕੱਢੀ, ਇਹਨੂੰ ਇੱਕ ਗਾਲ ਨਹੀਂ ਕੱਢੀ ਇਮਰਾਨ ਕਾਲੂ ਨੇ। ਉਹਨੇ ਕੱਢੀ ਐਵੇਂ ਲੱਗੇ ਬਨੀ ਇਸਰਾਈਲ ਨੂੰ ਕਿਹਾ ਸੀਗਾ ਕਿ ਸੂਰਾ ਮੈਨੂੰ ਕਿਉਂ ਬੁਲਾ ਕਰ ਰਹੇ? ਸਾਡਾ ਝੂਠ ਨਾ ਬੋਲ ਭਗਵਾਨ, ਝੂਠ ਮਤ बोलो। ताहर भाई आए सन, ताहर भाई ने मेरी तो आप झूठ क्यों? मैं ऊपर आया था, मैंने बोला क्यों गालियां निकाल रहे हो भगवान, क्यों गालियां निकाल रहे हो? मैंने तुम्हें आके ऊपर बोला था, मैंने बोला था आके तुम्हें, ਅੱਗੇ ਤੁਸੀਂ ਕਿਹਾ ਸੀ ਕਾਲੂ ਦਾ ਜਵਾਬ ਦੇ, ਨਹੀਂ ਹੁਣ ਉਹਦੀ ਥਾਂ ਤੇ ਜਵਾਬ पे तुम्हारा तो मसला ही है। ਭਗਵਾਨ ਸਾਹਿਬ ਪਿਆਰ ਮੁਹੱਬਤ ਦੇ ਨਾਲ, ਪਿਆਰ ਮੁਹੱਬਤ ਨਾਲ ਗੱਲ ਨੂੰ ਖਤਮ ਕਰ ਰਿਹਾ ਸੀ ਨਾ। ਹਾਂ ਤੇ ਤੁਸੀਂ ਨਹੀਂ ਕਰ ਰਹੇ ਪਿਆਰ ਮੁਹੱਬਤ। ਹਾਂ मैं कह रहा हूं प्यार मुहब्बत ਨਾਲ ਗੱਲ ਨੂੰ ਖਤਮ ਕਰ ਦਿਓ। हमने तो कल आपके मुंह से गालियां सुन के भी आपको आप कह रहे हैं। हाँ अभी देखिए, मैं यहाँ पे मैंने सबसे पहले कहा कि अगर भगवान को किसी ने गाली दी, मैं एहतजाज नहीं आप कह रहे झूठ बोल रहे सैफी, थल्ले मेरी दादी ਨੂੰ ਗਾਲਾਂ ਕੱਢ ਕੇ ਗਿਆ। ਉਹ ਥੱਲੇ ਕਿਤੇ ਜ਼ਮੀਨ ਦੇ ਤੈਅ ਕਰਨੇ ਚ ਕਿਤੇ ਗਾਲ ਨਿਕਲ ਗਈ ਹੈ। ਹੁਣ ਉਹ ਥੱਲਿਆਂ ਤੇ ਨਾ ਜਾਓ, ਥੱਲਿਆਂ ਤੇ ਜਾਵਾਂਗੇ ਤਾਂ ਮੈਂ ਦੱਸਣਾਗਾ ਕਿ ਤੁਸੀਂ ਵੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਦੇ ਉੱਤੇ ਬੜੀਆਂ ਗੱਲਾਂ ਕੀਤੀਆਂ ਨੇ, ਜਿਹਦੀ ਵਜ੍ਹਾ ਤੋਂ ਤੁਹਾਡੇ ਨਾਲ ਬਾਈਕਾਟ ਕਾਜ਼ਮੀ ਸਾਹਿਬ ਜਿਹੜੇ निकाल के गया है जो कालू ने जमा में गाली। मुझे बता, जब तेरा बनी इस्राइल के साथ तेरा कोई ताल्लुक नहीं है, बात सुन, जब तेरा कुत्ती के बच्चे, ये कौन कह रहा था कल? कौन कह रहा था? तुम्हें कुछ नहीं, उसने एक लफ्ज नहीं बोला, उसने मॉडरेटर को बोला है। अगर तू मॉडरेटर नहीं है तो, अगर तू मॉडरेटर नहीं है तो अपने ऊपर क्यों ले रहा है ये गाली? तू मॉडरेटर है तो तू गाली क्यों ले रहा है अपने ऊपर? एक होर पलंडा खुल गया जी, एक होर पलंडा खुल गया जी। जग्गे नु थल्लो चुको जी, जग्गे नु थल्लो चुलो। भगवान साहब ये गालियां दी हैं उसने, भगवान साहब तुम्हें गाली नहीं दी यार, कोई तुम्हें गाली नहीं दी यार। ये कालू को पूछूंगा ना, भगवान साहब एक नवा पंगा पै गया जी, भगवान साहब एक नवा पंगा पै गया जी। सुन लो, ਤੁਹਾਡੇ ਵੀ ਕੰਮ ਦਾ ਪੰਗਾ ਜੀ, ਸੁਣ ਲਓ पंगा। कोई भी बंदा भाईजान नवा, मेरी गल तो सुन लो भगवान साहब, प्यारे गल तो सुन लो, आपस में सुलह करें। नहीं जी बिल्कुल बिल्कुल से बैठे, बिल्कुल। ये एक दूसरे की माँ बहन को गालियां देना, आपने खुद गालियां नहीं देनी चाहिए। मैं भी कहता हूं भाई गालियां नहीं देनी चाहिए। हाँ तो आप मुझे साहब जग्गे नु सुनिए, जग्गे नु चुको, आप मुझे दोगे तार भाई अगो आओ ना यार, जग्गे नु चुको, हुणे काम
ਯਾਰ ਇਜਾਜ਼ਤ ਹੈ 1 ਮਿੰਟ ਗੱਲ ਕਰਨ ਦੀ ਭਾਈ। ਅੱਜ ਪੰਜਾਬ ਸਾਹਿਬ ਬੜੀ ਜ਼ਰੂਰੀ ਗੱਲ ਹੈ, ਇੱਕ ਮਿੰਟ ਯਾਰ ਚੁਕਵਾਣਾ है। पंजाब के बब्बर शेर साहब ने मुझे गालियां दी हैं, 1122 में मैंने तो इनको गाली नहीं दी। यार आपने कल बिला वजह गाली दी है। दूसरा मोबाइल है, पंजाब के बब्बर शेर ने मुझे गालियां दी, मैंने तो इन्हें गाली नहीं दी। मैं बता देता देखो हूँ ना। भगवान साहब आपने कहा कि मैं अपनी बात का जिम्मेदार हूँ। सुन तो ले, गाल छड़नी पवे दी भगवान साहब इंशाल्लाह ताला छोड़ दे, भगवान छोड़ भाई दे, छोड़ सुन दे। तो ले। कहानियां मामा भगवान साहब भगवान साहब सैफी साहब म्यूट लाओ, सैफी साहब म्यूट लाओ, सैफी साहब यार कर लेंदे हो यार। सैफी साहब म्यूट ਲਾਓ। ਭਗਵਾਨ ਸਾਹਿਬ ਆਪਸੀ ਸੁਲ੍ਹਾ ਨਾਲ ਤੁਸੀਂ ਇੱਥੇ ਬੈਠੇ ਆ, ਗੱਲ ਆਖੀਏ ਕਿ ਤੁਸੀਂ ਆਪਣੀ ਗੱਲ ਦੇ ਜ਼ਿੰਮੇਦਾਰ ਹੋ, ਇੰਜ ਕਿਹਾ ਜਨਾ। ਬਿਲਕੁਲ ਮੈਂ ਆਪਣੀ ਗੱਲ ਦਾ ਜ਼ਿੰਮੇਦਾਰ, ਮੈਂ ਤੁਹਾਡੀ ਗੱਲ ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗਾ, ਤੁਸੀਂ ਉਹਦੇ ਜਵਾਬ ਦੇ ਦੋਗੇ? ਹਾਂ ਮੈਂ ਆਪਣੀ ਗੱਲ ਦਾ ਬਿਲकुल ਜਵਾਬ ਦਿਆਂ। ਠੀਕ ਹੈ। ਆਈਜੀ ਪੰਜਾਬ ਸਾਹਿਬ ਤੁਹਾਡੇ ਕੋਲ ਦੂਜਾ ਮੋਬਾਈਲ ਹੈ ਵੇ? ਮੇਰੇ ਤਾਰ ਬਾਈ ਚੱਕਿਓ ਜ਼ਰਾ ਉਹਨਾਂ ਨੂੰ। ਤਾਰ ਬਾਈ ਜੱਗੇ ਨੂੰ ਚੱਕਿਓ, ਤਾਂ ਜੱਗਾ ਆ ਗਿਆ ਥੱਲੇ, ਜੱਗੇ ਨੂੰ ਚੁੱਕ ਯਾਰ। ਤਾਰ ਬਾਈ ਅਗਰ ਆ ਗਏ ਹੋ ਜੱਗੇ ਨੂੰ ਚੱਕਿਓ, ਜੱਗਾ ਇਸ ਬੈਕ ਵਾਲੀ ਆ ਸੋ ਇਹ ਗੱਲਾਂ ਜਿਹੜਾ 1122 ਸਾਹਿਬ ਇਹਨਾਂ ਦਾ ਕੋਈ ਭਗਵਾਨ ਭਾਈ ਤੁਸੀਂ ਲਾੜ ਹਾਰ ਕੇ ਗਾਲਾਂ ਕੱਢ ਕੇ ਥੱਕਣਾ ਹੀ ਹੈ ਨਾ। ਨਾ ਤੁਹਾਨੂੰ हमने गाली निकालनी नहीं है। अगर हमने नहीं गाली यार यार कट दियो पे कहने हमने गाली इंशाल्लाह हम गाली नहीं देंगे। सैफी साहब म्यूट लाओ, सैफी साहब म्यूट लाओ। जग्गा साहब म्यूट ला के। जग्गा साहब, भगवान साहब मैं एक बार फिर हूं थले को बंदा अपनी रिकॉर्डिंग शुरू कर लो भाई। भगवान साहब आपने कहा है कि मैं अपनी बात का जिम्मेदार हूँ, ऐसे ही है? बिल्कुल जिम्मेदार। हाँ ठीक है, चलो जगह साहब म्यूट, सारे म्यूट ला लो जी। म्यूट का छड़े लगाएं जी, लगाएं मेरी रिकॉर्डिंग लगाएं। ਮਿਰਜ਼ੇ ਦੀ ਜ਼ੁਰੀਅਤ ਹੈ ਨਾਲ ਹੀ ਮਿਰਜ਼ੇ ਕਾਦੀਆਨੀ ਦੀ ਟੋਈ ਚੁਰੂ मोहम्मद रसूल अल्लाह ने ਜਿੱਥੇ ਮਿਰਜ਼ਾ ਕਾਦੀਆਨੀ ਦੀ ਵੀ ਮਾਂ ਨੂੰ ਚੋਦੋ ਤਾਂ मोहम्मद रसूल अल्लाह ने ਮਿਰਜ਼ੇ ਕਾਦੀਆਨੀ ਦੀ सारी ਨਾ ਜੱਗੇ ਬੰਦ ਕਰ ਦੇ। मोहम्मद रसूल अल्लाह दी फलां फलां फलां, ठीक है? अल्फाज सुने जे अपने? मैं सुना सुने जे? और सुन ला, और म्यूट करो जग्गा साहब म्यूट कर लो, जग्गा साहब म्यूट कर लो। क्या राय चाहिए आपको? क्या जग्गा साहब म्यूट कर लो, जग्गा साहब म्यूट कर लो। एक बंदा मिर्जा साहब ਨੂੰ अलैहिस्सलाम ਨੂੰ ਸਾਡੇ ਨਬੀ ਨੂੰ ਯਾਨੀ ਕਿ ਸਹੀ ਹੈ ਤੇ ਇਹ ਉਹਨਾਂ ਨੂੰ ਗਾਲਾਂ ਕੱਢ ਰਿਹਾ, ਤੁਸੀਂ ਤੁਹਾਡੇ ਅਕਾਬਰ ਨੂੰ ਤੁਹਾਡੇ ਵਾਲਿदैन ਨੂੰ ਵੀ ਗਾਲਾਂ ਨਹੀਂ ਕੱਢ ਰਿਹਾ, ठीक है? ਤੁਸੀਂ ਮੁਕਾਬਲੇ 'ਚ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਪਾਕ ਜ਼ਾਤ ਨੂੰ ਗੰਦੀਆਂ ਗਾਲਾਂ ਕੱਢ ਰਹੇ ਹੋ। गलत दियो बात। जवाब। पहली बात तो ये पहली हाँ जवाब देने दे। पहली बात तो ये है कि मैंने ये जो हरकत की है बिल्कुल मैं इस पे शर्मिंदा हूँ। मैंने ये बहुत ही इखलाक से गलीज तरीन घटिया हरकत की है, लेकिन जो रंग आप देना चाह रहे हैं उस तरह नहीं। ये शहनशाह साहब जो आप आईडी उनकी शहनशाह पहले मलिक थी, ये मलिक साहब ने पहले मुझे कहा है, हरामी कहा है, उसके अलावा बड़े बड़े अलकाबात दिए थे और उसके बाद वार्निंग देने के बावजूद वो नहीं थे रुके। तब जाके मैंने ये जो भी कहा है, जो भी अल्फाज कहे हैं वो कहे थे, नबी और मैं शर्मिंदा हूँ इन पे। हाँ नबी करीम सल्लल्लाहु अलैहि वसल्लम के बारे में, और मैं शर्मिंदा हूँ। बहुत अच्छी बात है, सही है आपकी हाँ, लेकिन आपकी इज्जत बड़ी है। एदा भी कोई हाल नहीं निकलना। हाँ कोई हाल तुसा गालां कढनियां ने यार भगवान नहीं कट गए गालां। भगवान आप हर रोज गाली निकाल के बाद में कहते हो मैं शर्मिंदा हूँ। हर रोज गाली निकाल अच्छा राणा साहब थले चुको, राणा साहब थले चुको। कल तो आपने कल गाली निकाली है, बहुत टाइम दे दिया, इजाजत दो इंशाल्लाह ताला। कल आपने सूअर पता नहीं सूरनी का बच्चा पता नहीं क्या क्या गाली निकाली है आपने कल यार। जो मुझे गालियां दे के गया है वो रिपीट और आपको तो गाली दी नहीं, आपने मॉडरेटर उस लाइव के, आपको तो कुछ कहा ही नहीं है भाई। जमा में दी है देखो बात सुनो, जब आप मॉडरेटर ही नहीं हो, जब आप मॉडरेटर ही नहीं हो तो आपको कैसे गाली चलेगी? वो तो मॉडरेटर उसको कह रहा था। गजनी ਨੂੰ ਥੱਲੇ ਚੁੱਕਿਓ, गजनी ਰਾਣਾ ਸਾਹਿਬ ਨੂੰ ਥੱਲੇ ਚੁੱਕਿਓ, ठीक है? ਤੇ ਮੈਨੂੰ ਨਾ ਇਜਾਜ਼ਤ ਦੇ ਦਿਓ। ਬਹਰਹਾਲ ਬਹੁਤ ਸ਼ੁਕਰੀਆ ਕਾਜ਼ਮੀ ਸਾਹਿਬ ਇੱਥੇ ਹੀ ਕੰਮ ਰੱਖਣਾ। ਅੱਜ ਇਹ ਸ਼ਰਮਿੰਦਾ ਹੋਏ ਨੇ। राणा साहब की शो नहीं हो रही, आईडी शो नहीं हो रही। ਰਾਣਾ ਸਾਹਿਬ दोबारा करो। हाँ ये हर रोज ही शर्मिंदा होते हैं, शर्मिंदगी इनकी कोई बात नहीं, अभी ये शुरुआत है। हम आस्ता आस्ता बनी इसराइल जिद्दन बनी इसराइल सामने बह गया ना, जिद्दन बनी इसराइल सामने बह गया ओदियां भी ਇਹੋ ਜਿਹੀਆਂ ਗਾਲਾਂ ਖਾਵਾਂਗੇ। ਗੱਲ ਸੁਣੋ ਮੇਰੀ। ਸਲਾਮ ਅਲੈਕੁਮ ਰਾਣਾ ਸਾਹਿਬ ਸਲਾਮ ਅਲੈਕੁਮ। ਇੱਕ ਮਿੰਟ ਵਾਲੇਕੁਮ ਸਲਾਮ। ਹਾਂਜੀ ਇੱਕ ਮਿੰਟ ਗੱਲ ਦਿਓ, ਗੱਲ ਸੁਣੋ। ਇਹ ਜਿਹੜੀ ਆਡੀਓ ਹੈ ਨਾ ਉਹ ਚੁੱਪ ਕਰ ਓਏ, ਉਹ ਭਗਵਾਨ ਚੁੱਪ ਕਰ यार गजनी मेरी बारी है, बात करने दो।
तेरी और तारी तमीज बारी से है बात कर, तू गाला कर ओ बंद कर तू बकवास बंद कर अपनी तमीज से बात करो, तमीज से। खंजीर दिया बच्चा ने रसूल अल्लाह सल्लल्लाहु अलैहि वसल्लम ਨੂੰ ਗਾਲਾਂ ਕੱਢਦਾ ਤੇਰੇ ਮੈਂ ਮੂੰਹ 'ਚ ਪਿਸ਼ਾਬ ਕਰਾਂ ਕਿ ਖੰਜ਼ੀਰ ਦਿਆ ਬੱਚਿਆ ਰਸੂਲ ਅੱਲਾਹ ਸੱਲੱਲਾਹੁ ਅਲੈहि ਵਸੱਲਮ ਨੂੰ ਗਾਲਾਂ ਕੱਢਦਾ ਮੈਂ ਆਪ ਸੁਣੀਆਂ ਕਿ ਕੁੱਤੀ ਜਿਹਾ ਪੁੱਛਿਆ ਤੇਰੇ ਮੂੰਹ 'ਚ ਪਿਸ਼ਾਬ ਪਏ ਇਹਨੂੰ ਸਿੱਟੋ ਥੱਲੇ उठ सूरा नमाज ਮੀਂਹ पढ़। ਥੱਲੇ ਸਿੱਟੋ ਹਰਾਮਜ਼ਾਦੇ ਦੇ ਥੱਲੇ ਸਿੱਟੋ ਇਸ ਨੂੰ ਖੰਜ਼ੀਰ ਦਿਆ ਬੱਚਾ ਜ਼ਤਾ ਮੈਂ ਆਇਸ਼ਾ ਦੀ ਬਕਵਾਸ ਕਰਦਾ ਤੇਰੇ ਮੈਂ ਮੂੰਹ 'ਚ ਪਿਸ਼ਾਬ ਕਰਾਂ ਤੇਰੇ ਮਾਂ ਪਿਓ ਦੇ ਮੂੰਹ 'ਚ ਪਿਸ਼ਾਬ ਕਰਾਂ ਖੰਜ਼ੀਰ ਦਿਆ ਬੱਚਿਆ ਤੇਰੇ ਮੂੰਹ 'ਚ ਪਿਸ਼ਾਬ ਕਰਾਂ ਮੈਂ ਬੇਗੈਰਤ ਨਸਲ ਦੇ ਆ ਤੇਰੇ ਮੈਂ ਮੂੰਹ 'ਚ ਪਿਸ਼ਾਬ ਕਰਾਂ ਖੰਜ਼ੀਰੋ ਇਸ ਕੁੱਤੇ ਦੇ ਬੱਚੇ ਨੂੰ ਲਾਗੇ ਭਾਉਂਦੇ ਜੇ ਤੁਹਾਡੇ ਸਾਰਿਆਂ ਦੇ ਮੂੰਹ 'ਚ ਪਿਸ਼ਾਬ ਇਹਦੀ ਤੁਸੀਂ ਵੀਡੀਓ ਸੁਣੋ ਅੱਗੋਂ ਜਾ ਕੇ ਇਹਨੇ ਜੋ ਬਕਵਾਸ ਇਹਨੇ ਕੀਤੀ ਹੈ ਹਜਾ ਨਹੀਂ ਆਉਂਦਾ ਖੰਜ਼ੀਰ ਦੇ ਬੱਚਿਆਂ ਨੂੰ ਇਹਨਾਂ ਲੋਕਾਂ ਨੂੰ ਲੈ ਕੇ ਤੁਸੀਂ ਬਹਿ ਕੇ ਤੇ ਆਪਣੀਆਂ ਧੀਆਂ ਦਾ ਬੇਇੱਜ਼ਤ ਮਚਾਉਂਦੇ ਜੇ ਬਗੈਰ ਤੋਂ ਨਬੀਆਂ ਦੀਆਂ ਬੀਵੀਆਂ ਦੀਆਂ ਇੱਜ਼ਤ ਦੀ ਤੁਹਾਨੂੰ ਖਿਆਲ ਨਹੀਂ ਹੈ ਆਪਣੀ ਮਾਂ ਆਪਣੀਆਂ ਧੀਆਂ ਦੀਆਂ ਇੱਜ਼ਤਾਂ ਦੀਆਂ ਖਿਆਲ ਹੈ ਤੁਹਾਨੂੰ ਇਹ ਹੀ ਮੈਂ ਆਇਨਾ ਦਿਖਾਇਆ ਮਲਕ ਨੂੰ ਮੈਂ ਦਿਖਾਇਆ ਕਿ ਇਹ ਆਇਨਾ ਹੈ ਮਲਕਾ ਤੈਨੂੰ ਮੈਂ ਆਇਨਾ ਦਿਖਾਇਆ ਕਿ ਇੱਜ਼ਤ ਜਿਹੜੀ ਹੈ ਨਬੀ ਦੇ ਖਾਨਦਾਨ ਦੀ ਹੈ ਤੇਰੀ ਇੱਜ਼ਤ ਮੇਰੀ ਇੱਜ਼ਤ ਕੋਈ ਨਹੀਂ ਮੈਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਾਲਾਂ ਕੱਢ ਮੈਂ ਜੇ ਦੰਦ ਤੋਂ ਦੰਦ ਚੁੱਕ ਜਾ ਗੱਲ ਕਰੀ ਤੁਹਾਡੇ ਸਾਰਿਆਂ ਦੇ ਮੂੰਹ ਦੇ ਪਿਸ਼ਾਬ ਇਸ ਗੰਦ ਨੂੰ ਲੈ ਕੇ ਬੈਠੇ ਜੇ ਲੜ ਤੁਹਾਡੀ ਜ਼ਿੰਦਗੀ ਦੇ ਬਗੈਰ ਤੋਂ ਆਪਣੀ ਜ਼ਾਤ ਨਹੀਂ ਲੜਦੇ ਜੇ ਲੜ ਤੁਹਾਡੀ ਬਜਾਇਸ਼ ਤੇ ਤੂੰ ਅਗਰ ਟੱਟੀ ਕਰਨੀ ਮੂੰਹ ਚੋਂ ਬੰਦ ਕੀਤੀ ਹੈ ਨਾ ਤੇ ਤਿਆਰੀ ਕਰ 4 ਕਮਰੇ ਤਿਆਰ ਕਰੀ ਅੱਜ ਮੈਂ ਆਪ ਆਉਣਾ ਹੀ ਹਾਂ ਅੱਜ ਆਪ ਆਉਣੀ ਹੈ 2 ਕਮਰੇ ਮੇਰੇ ਲਈ ਰੱਖੀ ਮਲਕਾ ਤਿਆਰ ਹੋ ਮੂੰਹ ਚ ਟੱਟੀ ਕੱਢ ਮੈਂ ਤੇਰੀ ਟੱਟੀ ਬੰਦ ਨਹੀਂ ਹੋਣ ਦੇਣੀ ਟਿਕਟੌਕ ਤੇ ਕਰੋ ਗੱਲ ਮਲਕ ਸਾਹਿਬ ਸੁਣਦੇ ਪਏ ਹੋ ਤੁਸੀਂ ਮੈਨੂੰ ਪਤਾ ਉੱਥੇ ਇਹ ਖੰਜ਼ੀਰ ਵੀ ਪਾਇਆ ਜੇ ਉੱਥੇ ਠੀਕ ਹੈ ਤੁਹਾਨੂੰ 50 ਦਫਾ ਸਮਝਾਇਆ ਇਹ ਕੰਜਰ ਕੁੱਤੇ ਕਮੀਨੇ ਪਾਏ ਜੇ ਹੋਰ ਕੁਝ ਸੁਣਨਾ ਜੇ ਹੋਰ ਕੁਝ ਰਹਿ ਗਿਆ ਉਹ ਅਜੇ ਵੀ ਕੋਈ ਸਮਝ ਲਓ ਅਜੇ ਵੀ ਕੋਈ ਅਕਲ ਲੈ ਲਓ ਅਕਲ ਦੀ ਕੋਈ ਥੋੜੀ ਜਿਹੀ ਕੋਈ ਪੂਰੀ ਯਾਦ ਪੂਰੀ ਲੈ ਲਓ ਕੋਈ ਖੁਦਾ ਦਾ ਖੌਫ ਕਰ ਲਓ ਯਾਰ ਕੋਈ ਦਿਮਾਗ ਕੋ ਕੰਮ ਲੈ ਲਓ ਯਾਰ ਮਲਕ ਸਾਹਿਬ ਤੁਸੀਂ ਚੰਗੇ ਸਿਆਣੇ ਪਿਆਣੇ खंजीरी इस्लाम है, खंजीरी इस्लाम अफजल बड़ाए दे बकौल। ਆ ਜਿਹੜੀ ਵੀਡੀਓ ਨਾ ਜੱਗਾ ਸਾਹਿਬ ਇਹ ਜੇ ਤੁਸੀਂ ਸੁਣਾਈ ਹੈ ਇਹ ਪੂਰੀ ਵੀਡੀਓ ਸੁਣਾ ਦਿਓ ਤੇ ਇਹਨਾਂ ਦੇ ਮੂੰਹ ਤੇ ਸਾਰਿਆਂ ਦੇ ਕਾਲਕ ਮਲੀ ਜਾਏਗੀ ਕਿਹਨਾਂ ਦੇ ਨਾਲ ਖਲੋਤੇ ਨੇ ਇਹ ਕਿਹਨਾਂ ਦੇ ਨਾਲ ਬਹਿੰਦੇ ਨੇ ਇਹਨਾਂ ਦੇ ਮੂੰਹ 'ਚ ਪਿਸ਼ਾਬ ਹੋ ਜਾਏਗਾ ਮੈਂ ਤੁਹਾਨੂੰ 100% ਦੱਸਦਾ ਉਹਨਾਂ ਦੇ ਹਾਂ सुनो ਹੌਸਲੇ ਨਾਲ ਸੁਣੋ ਤਿੰਨ ਜਗ੍ਹਾ ਦੱਸੋ ਲੋਕਾਂ ਨੂੰ ਜੱਗਾ ਇੱਕ ਮਿੰਟ ਠਹਿਰ ਜਾ ਇੱਕ ਗੱਲ ਮੈਨੂੰ ਹੋਰ ਕਰ ਲੈਂਦੇ ਵਕਾਸ ਤੇਰਾ ਸਾਰਾ ਕੁਝ ਹੈਗਾ ਜੋ ਤੂੰ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਕਾਰਟੂਨ ਬਣਾ ਕੇ ਬਰਾਡਾ ਲਾਂਦਾ ਰਿਹਾ ਬਗੈਰਤ ਇਨਸਾਨਾ ਕਿਸੇ ਗੰਦੀ ਮਾਂ ਦੇ ਗੰਦਿਆ ਬੱਚਿਆ ਓਏ ਆ ਜਿਹੜਾ ਖੰਜ਼ੀਰ ਆਇਆ ਸੀ ਨਾ ਹੁਣ ਆ ਜਿਹੜਾ ਖੰਜ਼ੀਰ ਆਇਆ ਸੀ ਇਹ ਉਹ ਖੰਜ਼ੀਰ ਹੈ ਇਹ ਤੁਹਾਡੀਆਂ ਰਿਕਾਰਡਿੰਗਾਂ ਸਾਰੀਆਂ ਪਾਕਿਸਤਾਨ ਅੱਲਾ ਦੇ ਹੁਕਮ ਨਾਲ ਜਾਣਦੀਆਂ ਇਹ ਉਹ ਆ ਜਿਹੜਾ ਆਇਆ ਸੀ ਆ ਭਗਵਾਨ ਗੱਲ ਸੁਣੋ ਮੇਰੀ ਆ ਜਿਹੜਾ ਭਗਵਾਨ ਆਇਆ ਸੀ ਇਹ ਉਹ ਖੰਜ਼ੀਰ ਹੈ ਜਦੋਂ ਸਿੱਖਾਂ ਨੇ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੇ ਖਾਨਦਾਨ ਦੇ ਉੱਤੇ ਬਕਵਾਸ ਕਰਦੇ ਸਨ ਨਾ ਇਹ ਉਹ ਖੰਜ਼ੀਰ ਸੀ ਜਿਹੜਾ ਉਹਨਾਂ ਨੂੰ ਮਤਲਬ ਉਹ ਜਿਹੜੀਆਂ ਆਪਣਾ ਜ਼ਈਫ ਹਦੀਸਾਂ ਕੱਢ ਦਿੰਦਾ ਸੀ ਔਰ ਉਹਨਾਂ ਨੂੰ ਕਹਿੰਦਾ ਸੀ ਇਹ ਵੇਖੋ ਇਹਨਾਂ ਦੇ ਉੱਤੇ ਗੱਲ ਕਰੋ ਮਤਲਬ ਇਹਨਾਂ ਖੰਜ਼ੀਰਾਂ ਦਾ ਸਾਨੂੰ ਭੁਲੇਖਾ ਹੈ ਇਹ ਨਬੀ ਔਰ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਖਾਨਦਾਨ ਦੀ ਹੁਰਮਤ ਦੀ ਗੱਲ ਕਰਨਗੇ ਮਤਲਬ ਆ ਤੁਸੀਂ ਗੱਲ ਸੁਣ ਲਓ ਅੱਗੇ ਜਾ ਕੇ ਜੋਧਾ ਉਹ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਪੁਕਾਰਦਾ ਹੁਣ ਜਰਾ ਸੁਣਾ ਦੀ ਇਹਨਾਂ ਰਿਕਾਰਡਿੰਗ ਵੀ ਮਲਕ ਸਾਹਿਬ ਦੂਜੀ ਗੱਲ ਮਲਕ ਸਾਹਿਬ ਚੱਲ ਮਲਕਾ ਆਪਣਾ ਉਹ ਨਹੀਂ ਸੁਣਦੇ ਪਏ ਨਾ ਉਹ ਬੰਦ ਕਰਤਾ ਹੈ ਮਲਕ ਸਾਹਿਬ ਫਿਰ ਉਹਨੇ ਬੰਦ ਕਰਤਾ ਹੈ ਨਹੀਂ ਸੁਣਦਾ ਪਿਆ ਮੈਂ ਤੁਹਾਡੇ ਪਾਏ ਨੇ ਮਲਕ ਸਾਹਿਬ ਇੱਕ ਮਿੰਟ ਕਾਲੂ ਸਾਹਿਬ ਇੱਕ ਮਿੰਟ ਛੱਡੋ ਯਾਰ ਉਹ ਬਈ ਜੱਜ ਸਾਹਿਬ ਪੰਜਾਬ ਦੇ ਸ਼ੇਰ ਸਾਹਿਬ ਇੱਕ ਮਿੰਟ ਠਹਿਰੋ ਇਸ ਭਗਵਾਨ ਨੇ ਇੱਥੇ ਬਹਿ ਕੇ ਇਹ ਹਰ ਰੋਜ਼ ਸ਼ਰਮਿੰਦਾ ਹੁੰਦਾ ਹੈ ਹਰ ਰੋਜ਼ ਇਹ ਐਸੇ ਕੋਈ ਗਿਰਗਟ ਦੀ ਤਰ੍ਹਾਂ ਰੰਗ ਬਦਲਦੇ ਨੇ ਇੱਕ ਦਿਨ ਗਾਲਾਂ ਕੱਢਦੇ ਨੇ ਨਬੀ ਪਾਕ ਨੂੰ ਅਜ਼ਵਾਜ ਨੂੰ ਲੋਕਾਂ ਨੂੰ ਗਾਲਾਂ ਕੱਢਦੇ ਨੇ ਸਾਰੇ ਮੁਸਲਮਾਨਾਂ ਦਾ ਮਜ਼ਾਕ ਉਡਾਉਂਦੇ ਨੇ ਅਗਲੇ ਦਿਨ ਕਹਿੰਦੇ ਅਸੀਂ ਸ਼ਰਮਿੰਦਾ ਅਸੀਂ ਅੱਜ ਸ਼ਰਮਿੰਦਾ ਅਸੀਂ ਕੱਲ ਸ਼ਰਮਿੰਦਾ ਉਹ ਤੂੰ ਕੱਲ ਗਾਲਾਂ ਕੱਢੀਆਂ ਨੇ ਬਗੈਰ ਕਿਸੇ ਵਜ੍ਹਾ ਤੋਂ ਇਮਰਾਨ ਕਾਲੂ ਨੂੰ ਤੂੰ ਗਾਲਾਂ ਕੱਢੀਆਂ ਨੇ ਇਮਰਾਨ ਕਾਲੂ ਨੇ ਅਗਰ ਕੁਝ ਕਿਹਾ ਸੀਗਾ ਤਾਂ ਬਣੀ ਮੋਡਰੇਟਰ ਨੂੰ ਕਿਹਾ ਸੀ ਤੂੰ ਮੋਡਰੇਟਰ ਹੈ ਹੀ ਨਹੀਂ ਸੀ ਉਸ ਲਾਈਵ ਦਾ ਤਾਂ ਤੇਰੇ ਉੱਤੇ ਉਹ ਗੱਲ ਕਿਵੇਂ ਆ ਗਈ ਤੂੰ ਕੱਲ ਉੱਥੇ ਬਹਿ ਕੇ ਸੂਅਰ ਤੇ ਪਤਾ ਨਹੀਂ ਕੀ ਤੂੰ ਬਕਵਾਸ ਕੀਤੀ ਏ ਮੈਂ ਤੈਨੂੰ ਉੱਤੇ ਚੜ ਕੇ ਕਿਹਾ ਸੀ ਤੂੰ ਮੇਰੇ ਨਾਲ ਗੱਲ ਕਰ ਸਾਹਮਣੇ ਤੂੰ ਮੇਰੇ ਸਾਹਮਣੇ ਗਾਲ ਕੱਢ ਮੈਂ ਫਿਰ ਤੈਨੂੰ ਦੱਸਾਂ ਤੂੰ ਕਹਿ ਰਿਹਾ ਕਿ ਤੂੰ ਗਾਲਾਂ ਹੀ ਨਹੀਂ ਕੱਢਦਾ ਤੂੰ ਗਾਲਾਂ ਕੱਢੀਆਂ ਅਮਰ ਖੰਜ਼ੀਰ ਤੋਂ ਤੁਸੀਂ ਗਾਲਾਂ ਕਢਵਾਈਆਂ ਕੱਲ ਮਲਕ ਤਲਤ ਨੇ ਗਾਲਾਂ ਕਢਵਾਈਆਂ ਉੱਥੇ ਬਹਿ ਕੇ ਗਾਲਾਂ ਕਢਵਾਈਆਂ ਇਹਨੇ ਤੂੰ ਸਾਨੂੰ ਕਹਿ ਰਿਹਾ ਕਿ ਇਹ ਪਿੱਛੇ ਹਟ ਜਾਓ ਗਾਲਾਂ ਅਸੀਂ ਤਾਂ ਗਾਲ ਕੱਢ ਹੀ ਨਹੀਂ ਰਹੇ ਅਸੀਂ ਤਾਂ ਗੱਲ ਜਿਹੜੀ ਕਰਨੀ ਸੀ ਕੱਢ ਦਿੱਤੀ ਏ ਹੁਣ ਮਲਕ ਨੇ 24 ਘੰਟੇ ਹੋ ਗਏ ਨੇ ਮਲਕ ਹੀ ਗਾਲਾਂ ਕੱਢ ਰਿਹਾ ਸੀ ਤਾਂ ਬਸ ਗੱਲ ਕਰਨੀ ਸੀ ਕੱਢ ਦਿੱਤੀ ਬਸ ਜੀ
ਗਵਾਂਢੀ ਦੇ ਬੱਚੇ ਨੇ ਗਾਲਾਂ ਅੱਛਾ ਆਓ ਅਗਰ ਤੂੰ ਜੱਗਿਆ ਕੁਝ ਸੁਣਾਉਣਾ ਤੇ ਸੁਣਾ ਤੇ ਸ਼ੇਰ ਸਾਹਿਬ ਉਹ ਨਹੀਂ ਸੁਣਦੇ ਹੁਣ ਛੱਡ ਦਿਓ ਉਹਨਾਂ ਨੂੰ ਕੋਈ ਮੈਸੇਜ ਨਹੀਂ ਜਾ ਰਿਹਾ ਬੰਦ ਕਰਤਾ ਉਹਨਾਂ ਹੁਣ ਸੁਣਾ ਦਈਏ ਕਿ ਰਹਿਣ ਦਈਏ ਫਿਰ ਜੱਗਿਆ ਇਹ ਸਾਰੀਆਂ ਵੀਡੀਓ ਮੈਨੂੰ ਵੀ ਭੇਜਣੀਆਂ ਨੇ ਮੈਂ ਹੋਰ ਵੀ ਇਕੱਠੀਆਂ ਕੀਤੀਆਂ ਨੇ ਜਿਹੜੀ ਵੀ ਗੰਦੀ ਤੋਂ ਗੰਦੀ ਗਾਲ ਨਿਕਲੀ ਹੈ ਮਲਕ ਤਲਤ ਦੀ ਲਾਈਵ ਦੇ ਉੱਤੇ ਨਬੀ ਪਾਕ ਨੂੰ ਨਿਕਲੀ ਹੈ ਮਸੀਹ ਮੌਦ ਅਲੈਹਿਸਸਲਾਤੁ ਵਸਲਾਮ ਦੇ ਖਾਨਦਾਨ ਨੂੰ ਨਿਕਲੀ ਹੈ ਨਬੀ ਪਾਕ ਦੇ ਖਾਨਦਾਨ ਨੂੰ ਨਿਕਲੀ ਇਹ ਭਾਵੇਂ ਦਾਦੇ ਗੁਜਰ ਉਹ ਤਾਂ ਸਾਡਾ ਉਹਦੇ ਨਾਲ ਜੱਗੂ ਦਾਦਾ ਨਾਲ ਕੋਈ ਨਹੀਂ ਲੇਕਿਨ ਉਹਨੇ ਇਹਦੇ ਤਲਫ ਮਲਕ ਦੀ ਲਾਈਵ ਤੇ ਕੱਢੀਆਂ ਨੇ ਨਾ ਕੱਲ ਵੀ ਜਿੰਨੀਆਂ ਗਾਲਾਂ ਅਮਰ ਖਨਜ਼ੀਰ ਨੇ ਕੱਢੀਆਂ ਨੇ ਹਜ਼ਰਤ ਮਸੀਹ ਮੌਦ ਅਲੈਹਿਸਸਲਾਤੁ ਵਸਲਾਮ ਨੂੰ ਇਹ ਮਲਕ ਤਲਤ ਦੀ ਲਾਈਵ ਤੇ ਕੱਢੀਆਂ ਨੇ ਬਨੀ ਇਸਰਾਈਲ ਉੱਥੇ ਮੋਡਰੇਟਰ ਸੀਗਾ ਮੇਰੀ ਗੱਲ ਸੁਣੋ ਆ ਜਿਹੜੀ ਵੀਡੀਓ ਹੈ ਨਾ ਇਹਨੂੰ ਜਿਹੜੀ ਲਾਈ ਹੈ ਇੱਥੇ ਜੱਗੇ ਨੇ ਇਹਨੂੰ ਸੁਣ ਲਓ ਔਰ ਇਹ ਸਾਰੀ ਰਿਕਾਰਡ ਕਰੋ ਔਰ ਇਹਨਾਂ ਦੇ ਮੂੰਹ ਤੇ ਮਾਰੋ ਆ ਜਿਹੜੇ ਬੰਦੇ ਇਕੱਠੇ ਹੋ ਕੇ ਬੈਠੇ ਨੇ ਨਾ ਇਹਨਾਂ ਨੂੰ ਪਤਾ ਲੱਗੇ ਕਿ ਕਿੰਨਾ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਖਲੋਤੇ ਨੇ ਜਿਹੜੇ ਲੋਕ ਸ਼ੈਤਾਨ ਨੇ ਜਿਹੜੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਤੇ ਔਰ ਉਹਨਾਂ ਦੇ ਅਜ਼ਵਾਜ ਦੇ ਉੱਤੇ ਔਰ ਮਤਲਬ ਮੁਬਾਰਕ ਹਸਤੀਆਂ ਦੇ ਉੱਤੇ ਭੌਂਕਦੇ ਨੇ ਇਹ ਵੇਖੋ ਕਿ ਹਾਂ ਅਮਰ ਖਨਜ਼ੀਰ ਕਿਹਕੋ ਬੈਠਾ ਇਹ ਵੇਖੋ ਕਿ ਮਲਕ ਕਿਹਦੀ ਝੋਲੀ 'ਚ ਬੈਠਾ ਇਹਨਾਂ ਦਾ ਸਾਰਿਆਂ ਸਾਹਮਣੇ ਇੱਜ਼ਤ ਜੇ ਨਬੀਆਂ ਦੀ ਇੱਜ਼ਤ ਨਹੀਂ ਨਾ ਮੇਰੇ ਸੋਹਣੇ ਤੇ ਸਾਡੀ ਕੋਈ ਇੱਜ਼ਤ ਨਹੀਂ ਮੈਨੂੰ ਬਿਲਕੁਲ ਇੱਜ਼ਤ ਨਹੀਂ ਚਾਹੀਦੀ ਨਬੀ ਦੀ ਬੇਗਮ ਦੀ ਅਗਰ ਇੱਜ਼ਤ ਕੋਈ ਨਹੀਂ ਨਾ ਹੈ ਸਾਡੀ ਮਾਂ ਦੀ ਇੱਜ਼ਤ ਕੋਈ ਨਹੀਂ ਨਾ ਹੈ ਮੈਨੂੰ ਨਹੀਂ ਇੱਜ਼ਤ ਚਾਹੀਦੀ ਮੈਂ ਇਸ ਇੱਜ਼ਤ ਤੋਂ ਆ ਰਹੀ ਹਾਂ ਮੇਰੇ ਵੱਲੋਂ ਮੈਨੂੰ ਨੰਗਿਆਂ ਕਰਕੇ ਨਾ ਜਾਓ ਇੱਥੇ ਇਹਨਾਂ ਬਗੈਰਤਾਂ ਨੂੰ ਹਯਾ ਨਹੀਂ ਆਉਂਦਾ ਇਹ ਉਹਨਾਂ ਦੇ ਇਸਲਾਮ ਦੇ ਰਸੂਲੁੱਲਾਹ ਦੇ ਅੱਲਾਹ ਦੇ ਦੁਸ਼ਮਣਾਂ ਦੇ ਨਾਲ ਬਹਿ ਕੇ ਕਰਦੇ ਨੇ ਕੇਸ ਬਣਾਉਂਦੇ ਨੇ ਜਿਨ੍ਹਾਂ ਨੇ ਜਿਹੜੇ ਮਤਲਬ ਜਿਹੜੇ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਕਵਾਸੀਅਤ ਕਰਦੇ ਨੇ ਹੁਣ ਉਹ ਬੰਦੇ ਜਿਹੜੇ ਨੇ ਹੁਰਮਤੇ ਰਸੂਲ ਦੇ ਬਣੇ ਨੇ ਕਿੰਗ ਮਤਲਬ ਹੁਰਮਤੇ ਰਸੂਲ ਸਿਰਫ ਸ਼ਰਾਰਤੀ ਲੋਕ ਨੇ ਔਰ ਅੰਦਰ ਇਹਨਾਂ ਕੁਝ ਵੀ ਨਹੀਂ ਇਹਨਾਂ ਨੂੰ ਕਿਸੇ ਨੂੰ ਪੁੱਛ ਲਓ ਤੁਸੀਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਦੇ ਜੇ ਇਹਨਾਂ ਨੇ ਮੰਨਦੇ ਹੀ ਨਹੀਂ ਇਹ ਕਹਿੰਦੇ ਉਹ ਸਿਫਤ ਇੱਕ ਮੁਹੰਮਦ ਕਿਸੇ ਨਬੀ ਨੂੰ ਨਹੀਂ ਮੰਨਦੇ ਕਿਸੇ ਇੱਕ ਨਬੀ ਨੂੰ ਨਹੀਂ ਮੰਨਦੇ ਇਹਨਾਂ ਨੇ 4 ਦਿਨ ਤਮਾਸ਼ਾ ਮੈਂ ਮਲਕ ਦਾ ਜ਼ੋਰ ਵੇਖਣਾ ਔਰ ਮਲਕਾ ਜ਼ੋਰ ਲਾਉਣਾ ਤੂੰ ਮੈਂ ਤੇਰੇ ਮੂੰਹ ਦੇ ਵਿੱਚੋਂ ਸਿਰਫ ਔਰ ਸਿਰਫ ਟੱਟੀ ਕਢਾਉਣੀ ਹੈ ਤੂੰ ਜਿੰਨੇ ਦਿਨ ਟਿਕ ਟੈਕ ਤੇ ਰਹਿਣਾ ਦੇਖੋ 2 ਹੀ ਚੋਇਸਾਂ ਨੇ ਮੈਂ ਪਹਿਲੇ ਚੋਇਸ ਦਿੱਤੀ ਹੈ ਕਿ ਪਹਿਲੇ ਇਨਸਾਨ ਦਾ ਬੱਚਾ ਬਣ ਰਿਕਾਰਡਿੰਗ ਕੱਢ 4 ਬੰਦੇ ਬਾ ਰਿਕਾਰਡਿੰਗ ਆਪਣੀ ਸੁਣਾ ਜੋ ਤੂੰ ਕਰਤੂਤ ਕੱਲ ਘੋਲੀ ਹੈ ਉਹ ਜਿਹੜੀ ਕਰਤੂਤ ਹੈ ਤੈਨੂੰ ਪਤਾ ਲੱਗੇ ਉੱਤੇ ਨਦਾਮਤ ਹੋਏ ਤੈਨੂੰ ਪਤਾ ਲੱਗੇ ਕਿ ਤੂੰ ਕਿਹੜੀ ਖਤੂਨ ਦੇ ਉੱਤੇ ਤੂੰ ਬਕਵਾਸ ਕਰਵਾਈ ਉੱਥੇ ਬਹਿ ਕੇ ਔਰ ਜਾਣ ਬੁੱਝ ਕੇ ਤੂੰ ਕਰਵਾਈ ਹੈ ਤੂੰ ਰੋਜ਼ ਦਾ ਕੰਮ ਆ ਤੇਰਾ ਜਾਂ ਤੇ ਮਾਫੀ ਮੰਗ ਉਸ ਗੱਲ ਤੇ ਇਨਸਾਨ ਦਾ ਬੱਚਾ ਬਣ ਜਾ ਲੇਕਿਨ ਨਹੀਂ ਤੇ ਅਦਰਵਾਈਜ਼ ਤੇਰਾ ਤੁਹਾਡਾ ਇੱਥੇ ਮੈਚ ਪਿਆ ਤੈਨੂੰ ਜੇ ਆਪਣੀਆਂ ਧੀਆਂ ਦੀ ਆਪਣੀ ਮਾਂ ਦੀ ਆਪਣੀ ਬਾਜੀ ਦੀ ਆਪਣੀਆਂ ਸਾਰੀਆਂ ਦੀ ਇੱਜ਼ਤ ਹੈ ਨਾ ਉਹਨਾਂ ਦੀ ਇੱਜ਼ਤ ਤੇਰੇ ਤੋਂ ਨਬੀਆਂ ਦੇ ਖਾਨਦਾਨਾਂ ਤੋਂ ਵੱਡੀਆਂ ਨੇ ਤੇ ਸੋਹਣਿਆ ਤੇ ਜੇ ਤੂੰ ਗਾਲਾਂ ਉਹਨਾਂ ਨੂੰ ਕਢਾਏਂਗਾ ਤਾਂ ਸਾਹ ਅਸੀਂ ਤੈਨੂੰ ਵੀ ਨਹੀਂ ਲੈਣ ਦੇਣਾ ਤੂੰ ਜਿੰਨੀ ਦੇਰ ਟਿਕਟੌਕ ਤੇ ਰਹਿਣਾ ਤੇਰੇ ਮੂੰਹ ਤੇ ਸਿਰਫ ਗੂੰ ਹੀ ਕਢਾਉਣਾ ਮੈਂ ਤੇਰੇ ਪਿੱਛੇ ਤੁਕਾ ਤੋਂ ਦੇਣਾ ਜਿੰਨਾ ਤੁਕਾ ਬਾਹਰ ਹੋਣਾ ਨਾ ਉਹਨਾਂ ਤੁਕਾ ਫਿਰ ਇੱਕ ਦਿਨ ਬਾਅਦ ਵਿੱਚ ਤੇ ਦੇਣਾ ਫਿਰ ਤੂੰ ਮੂੰਹ 'ਚ ਟੱਟੀ ਕਰਾਉਣੀ ਹੈ ਤੈਨੂੰ ਤੂੰ ਤਿਆਰ ਹੈ ਤੂੰ ਟਿਕਟੌਕ ਦਾ ਸਭ ਤੋਂ ਵੱਡਾ ਕੁੱਤਾ ਸਾਬਤ ਹੋਏਗਾ ਜਿੰਨੀ ਦੇਰ ਤੂੰ ਟਿਕਟੌਕ ਤੇ ਰਹੇਗਾ ਤੰਬੀ ਤੇਰੀ ਮੈਂ ਲਾ ਕੇ ਤੇ ਤੇਰੇ ਮੈਂ ਮੋਢੇ ਤੇ ਰੱਖ ਦੇਣੀ ਹੈ ਤੇ ਤੈਨੂੰ ਮੈਂ ਨੰਗਾ ਕਰਕੇ ਕੁੱਕੜ ਬਣਾਉਣਾ ਤੂੰ ਇੱਥੇ ਕੁੱਤਾ ਬਣ ਕੇ ਫਿਰੇਗਾ ਗਾਲਾਂ ਕੱਢੇਗਾ ਬਸ ਤੇਰਾ ਇੱਕੋ ਹੀ ਕੰਮ ਹੈ ਕਿਉਂਕਿ ਤੇਰੀ ਔਕਾਤ ਹੈ ਜੇ ਨਬੀਆਂ ਦੇ ਖਾਨਦਾਨ ਨਾਲ ਤੂੰ ਗਾਲਾਂ ਪਵਾਏਗਾ ਤੇ ਸੋਹਣਿਆ ਤੈਨੂੰ ਅਸੀਂ ਸਾਹ ਕੋਈ ਨਹੀਂ ਲੈਣ ਦੇਣਾ ਮਾਫੀ ਮੰਗ ਇਨਸਾਨ ਦਾ ਬੱਚਾ ਬਣ ਨਦਾਮਤ ਹੋਏ ਤੇਰੇ ਵਿੱਚ ਇਹ ਹਰਕਤਾਂ ਬੰਦ ਕਰ ਅੱਗੇ ਤੋਂ ਇਹ ਖਨਜ਼ੀਰਾਂ ਨੂੰ ਜਿਹੜਾ ਤੂੰ ਭਾਉਂਦਾ ਹੈ ਉਹ ਜਿਹੜੇ ਲੋਕਾਂ ਦੀਆਂ ਇੱਜ਼ਤਾਂ ਛਾਲਦੇ ਨੇ ਉਹ ਇਹ ਤੇਰਾ ਹੁਣ ਸਾਡਾ ਤਮਾਸ਼ਾ ਲੱਗ ਗਿਆ ਇਹ ਜੋ ਤੂੰ ਗਾਲਾਂ ਕੱਢਣੀਆਂ ਸੀ ਕੱਢ ਲਈਆਂ ਨੇ ਤੇਰੇ ਕੋਲ ਜਿੰਨੀਆਂ ਦਿਲ ਕਰਦਾ ਹੋਰ ਕੱਢ ਸਾਡੀਆਂ ਮਾਵਾਂ ਭੈਣਾਂ ਨੂੰ ਗੱਲ ਕਿਉਂਕਿ ਤੇਰੇ ਕੋਲ ਹੈ ਹੀ ਹੈ ਕੁਛ ਤੇਰੇ ਕੋਲ ਹੋਰ ਕੁਛ ਹੈ ਹੀ ਕੋਈ ਨਹੀਂ ਤੇਰੇ ਕੋਲ ਜੋ ਹੈ ਨਾ ਉਹ ਅਸੀਂ ਤੇਰੇ ਅੰਦਰੋਂ ਕੱਢਣਾ ਇਹ ਤੇਰੇ ਢਿੱਡ ਦੇ ਵਿੱਚ ਜਿੰਨਾ ਗੂੰ ਇਕੱਠਾ ਹੋਇਆ ਨਾ ਤੇਰੇ ਮੂੰਹ ਥਾਂ ਨਹੀਂ ਕਢਾਉਣਾ ਅਸੀਂ ਇਹ ਤੈਨੂੰ ਹੀ ਖੜਿਆ ਹੋਣਾ ਪੈਣਾ ਮੁੜਨਾ ਤੇ ਮੁੜ ਜਾ ਗਾਲਾਂ ਕੱਢ ਰੋਜ਼ ਤੈਨੂੰ ਇਸ ਕੰਮ ਤੋਂ ਮੈਂ ਵਿਹਲੇ ਨਹੀਂ ਹੋਣ ਦੇਣਾ ਤੂੰ ਜਦੋਂ ਤੂੰ ਹੋਣਾ ਨਾ ਵੇਰਾ ਮੈਂ ਵੇਖਿਆ ਤੇਰੇ ਮੂੰਹ 'ਚ ਟੱਟੀ ਨਹੀਂ ਸੀ ਨਿਕਲਣ ਦੀ ਮੈਂ ਫੌਰਨ ਤੁਕਾ ਕੇ ਵਿੱਚ ਤੁੰਨਿਆ ਵਾਪਸ ਚੱਲ ਦੁਬਾਰਾ ਟੱਟੀ ਕੱਢ ਮੂੰਹ ਤਾਂ ਨਹੀਂ ਟੱਟੀ ਕਰਾਉਣੀ ਹੈ ਤੈਨੂੰ ਟਿਕਟੌਕ ਤੇ ਤੂੰ ਸਿਰਫ ਮਸ਼ਹੂਰ ਹੋ ਜਾਏਗਾ ਕਿ ਮੂੰਹ ਨਾਲ ਟੱਟੀ ਕਰਦਾ ਜੀ ਮਲਕ ਤਲਤ ਮਲਕ ਵੀ ਗੱਲ ਆ ਤੂੰ ਤੇਲੀ ਹੈ ਬਾਅਦ ਜਦੋਂ ਜਾਣਾ ਅਲੀ ਦੀ ਲਾ ਤੇ ਮੂੰਹ ਚੋਂ ਏਦਾਂ ਹੀ ਟੱਟੀ ਨਹੀਂ ਨਿਕਲ ਸਕਦੀ ਜਿਹੜੇ ਤੇਰੇ ਮੂੰਹ 'ਚ ਟੱਟੀ ਨਿਕਲ ਗਈ ਕਿਉਂਕਿ ਅਲੀ ਦੀ ਔਲਾਦ ਜਿਹੜੀ ਹੈ ਉਹ ਤੇ ਪਾਕਬਾਜ਼ ਹੋਏਗੀ ਉਹਨਾਂ ਦੇ ਬਜ਼ੁਰਗ ਪਾਕ ਸਨ ਤੂੰ ਨਹੀਂ ਹੋ ਸਕਦਾ ਟੱਟੀ ਵਾਲਾ ਬੰਦਾ ਜਿਹਦੇ ਮੂੰਹ 'ਚ ਟੱਟੀ ਨਿਕਲਦੀ ਹੈ ਇਹ ਤੂੰ ਸਾਬਤ ਕੀਤਾ ਹੈ ਕਿ ਤੂੰ ਕੋਈ ਮਤਲਬ ਮੈਂ ਹਲੇ ਤੇ ਏਦਾਂ ਮੈਂ ਕੁਛ ਨਹੀਂ ਕਹਿਣਾ ਹਲੇ ਤੈਨੂੰ ਅਲਫਾਜ਼ ਕੁਛ ਨਹੀਂ ਕਹਿਣੇ ਅਲਫਾਜ਼ ਆਹਿਸਤਾ ਆਹਿਸਤਾ ਮੈਂ ਵਧਾਵਾਂਗਾ ਮੈਂ ਅਲਫਾਜ਼ ਆਪਣੇ ਜ਼ਾਇਆ ਨਹੀਂ ਕਰਨੇ ਮੈਂ ਤੇਰੇ ਮੂੰਹ 'ਚੋਂ ਟੱਟੀ ਰੋਜ਼ ਕਢਾਉਣੀ ਹੈ ਰੋਜ਼ ਤੂੰ ਟੱਟੀ ਕੱਢੇਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੱਟੀ ਕੱਢੇਗਾ ਕਿਉਂਕਿ ਤੂੰ ਇੱਕ ਗਲਾਜ਼ਤ ਦਾ ਢੇਰ ਹੈ ਤੂੰ ਗਟਰ ਹੈ ਗਟਰ ਦੇ ਵਿੱਚੋਂ ਸਿਰਫ ਗੂੰ ਕੱਢਿਆ ਜਾਂਦਾ
ਓਏ ਅਸੀਂ ਤੂੰ ਤੇਰੇ ਹਜ਼ਰਤ ਜਿੰਨੀ ਅਲੀ ਦੇਰ ਦੀ ਤੱਕ ਇੱਕ ਮਿੰਟ ਤੇਰਾ ਢਿੱਡ ਦਾ ਜਿਹੜਾ ਗਟਰ ਹੈ ਸਾਫ਼ ਨਾ ਹੋਇਆ ਓਨੀ ਦੇਰ ਤੱਕ ਤੇਰੇ ਮੂੰਹ ਚੋਂ ਟੱਟੀ ਕਢਾਵਾਂਗਾ, ਨਹੀਂ ਤੇ ਹੱਥ ਖੜੇ ਕਰ ਜਾ, ਨਹੀਂ ਤੇ ਇੱਥੇ ਰਾਣਾ ਸਾਹਿਬ ਤੁਸੀਂ ਇੱਕ ਮਿੰਟ ਕਟਾਗ ਦੇ ਉੱਤੇ ਸਿਰਫ ਟੱਟੀ ਕਰੇਗਾ ਮੂੰਹ ਨਾਲ। ਹਜ਼ਰਤ ਚਲੋ ਅਲੀ ਦੀ ਜ਼ਲੀਲ ਔਲਾਦੇ, ਉਹ ਹਜ਼ਰਤ ਅਲੀ ਦੀ ਜ਼ਲੀਲ ਔਲਾਦੇ, ਤੂੰ ਸਾਨੂੰ ਗਾਲਾਂ ਕੱਢ ਰਿਹਾ ਹੈ ਪਿਛਲੇ ਰੁਕ 6 ਰੁਕ ਰੁਕ ਮਹੀਨਿਆਂ ਤੋਂ। ਹੈਲੋ ਭਾਈ, ਉਹ ਮੇਰਿਆ, ਉਹ ਭਾਈ ਮੇਰੇ ਹਾਂਜੀ ਹਾਂਜੀ ਹਜ਼ਰਤ ਅਲੀ ਦਾ ਜ਼ਿਕਰ ਨਾ ਵਿੱਚ ਕਰ, ਇਦਾਂ ਦੀ ਅੱਛਾ ਲਾਦ ਠੀਕ ਹੋ ਨਹੀਂ ਹੈ। ਸਕਦੀ ਹਜ਼ਰਤ ਅਲੀ ਦੀ। ਇਹ ਕਹਿੰਦਾ ਹੈ ਕਿ ਮੈਂ ਹਜ਼ਰਤ ਅਲੀ ਦੀ ਔਲਾਦ ਹਾਂ। ਝੂਠ ਬੋਲਦਾ। ਝੂਠ, ਚਲੋ ਮੈਂ ਨਾਮ ਨਹੀਂ ਲੈਂਦਾ। ਉਹ ਜ਼ਲੀਲ ਔਲਾਦੇ, ਤੂੰ ਸਾਨੂੰ ਪਿਛਲੇ ਕਈ ਮਹੀਨਿਆਂ ਤੋਂ ਸਾਡੇ ਭਰਾਵਾਂ ਨੂੰ ਗਾਲਾਂ ਕੱਢ ਰਿਹਾ, ਕਦੀ ਨਾਦਰ ਨੂੰ, ਕਦੀ ਮਸਰੂਰ ਸਾਹਿਬ ਨੂੰ, ਕਦੀ ਕਿਹਨੂੰ ਅਨਸਰ ਰਜ਼ਾ ਸਾਹਿਬ ਨੂੰ। ਅਸੀਂ ਤੇਰਾ ਹਿਆ ਕੀਤਾ, ਕੋਈ ਨਹੀਂ ਯਾਰ, ਅਹਿਮਦੀਏ, ਕੋਈ ਨਹੀਂ ਯਾਰ, ਬੰਦੇ ਦਾ ਪੁੱਤਰ ਬਣ ਜਾਏਗਾ, ਕੋਈ ਨਹੀਂ, ਸਾਨੂੰ ਗਾਲਾਂ ਕੱਢਦਾ ਹੈ, ਕੱਢੀ ਜਾਵੇ। ਉਹ ਤੂੰ ਸਾਨੂੰ ਲੈ ਕੇ ਉੱਤੇ ਬਿਠਾ ਕੇ ਸਾਨੂੰ ਗਾਲਾਂ ਕੱਢਦਾ ਰਿਹਾ ਹੈ। ਉਹ ਤੁਸੀਂ ਕਿੱਥੋਂ ਹੋ, ਤੁਸੀਂ ਕੌਣ ਹੋ, ਸਰਕਾਰੀਓ, ਉਹ ਲਾਂਤੀਆ, ਤੇਰੀ ਐਸੀ ਦੀ ਤੈਸੀ। ਤੂੰ ਮਸੀਹ ਮੌਦ ਅਲੈਹਿਸਸਲਾਤੁ ਵਸਲਾਮ ਨੂੰ, ਉਹਨਾਂ ਦੀ ਔਲਾਦ ਨੂੰ ਗਾਲਾਂ ਕਢਾਵੇਂ, ਇੱਕ ਕੰਜਰੀ ਮਾਂ ਦੇ ਬੱਚੇ ਤੂੰ, ਆਮਰ ਖੰਜ਼ੀਰ ਤੂੰ, ਤੇ ਅਸੀਂ ਚੁੱਪ ਕਰਕੇ ਬਹਿ ਜਾਈਏ ਤੇ ਤੂੰ ਚੁੱਪ ਕਰਕੇ ਪਿੱਛੇ ਸੁਣੇ। ਅਸੀਂ ਤੇਰਾ ਢਿੱਡ ਜਿਹੜਾ ਨਾ, ਢਿੱਡ ਇਹ ਖਾਲੀ ਕਰਾਂਗੇ ਟੱਟੀ ਦੇ। ਟੱਟੀ ਜਿਹੜੀ ਵਿੱਚ ਵੜੀ ਹੋਈ ਹੈ ਤੇਰੇ ਅੰਦਰ, ਇਹ ਸਖਤ ਸੁੱਡੇ ਫਸੇ ਹੋਏ ਨੇ ਨਾ, ਇਹ ਤੇਰੇ ਮੂੰਹ ਦੇ ਵਿੱਚੋਂ ਕੱਢਣੇ ਨੇ। ਉਹ ਜਿਹੜਾ ਤੂੰ ਆਲਮ ਬਣਿਆ ਹੋਇਆ ਨਾ, ਜੇ ਤੂੰ ਕਹਿੰਦਾ ਮੇਰੇ ਕੋਲ ਕੁਰਾਨ ਦਾ ਬੜਾ ਜਮੀਲ ਰਿਕਾਰਡਿੰਗ ਚਲਾਓ, ਕਰਨ ਦੋ ਕੁਰਾਨ ਦਾ ਬੜਾ ਇਲਮ ਹੈ ਤੇਰੇ ਕੋਲ, ਜੇ ਤੂੰ ਕੁਰਾਨ ਦਾ ਇਲਮ ਦੱਸਦਾ ਹੈ ਨਾ, ਉਹ ਤੇਰੇ ਅਸੀਂ ਮੂੰਹ ਵਿੱਚੋਂ ਕੱਢਣਾ ਹੈ। ਉਹ ਬਗੈਰਤਾ ਸਾਡੇ ਬੱਚੇ ਨੂੰ ਸੁਣਾ ਰਿਕਾਰਡਿੰਗ, ਸਾਡੇ ਨਬੀ ਨੂੰ ਗਾਲਾਂ ਕਢਾਉਣਾ ਹੈ, ਸਾਡੇ ਨਬੀ ਦੀ ਔਲਾਦ ਨੂੰ ਗਾਲਾਂ ਕਢਾਉਣਾ ਹੈ। ਉਹ ਬਗੈਰਤਾ ਬਾਅਦ ਵਿੱਚ ਇਸ ਆਮਰ ਖੰਜ਼ੀਰ ਜਿਹਦੀ ਮਾਂ, ਉੱਥੇ ਕੰਜਰੀ ਮਸ਼ਹੂਰ ਹੈ ਪਿੰਡ ਦੇ ਵਿੱਚ, ਗੁਜਰਾਤ ਦੇ ਵਿੱਚ ਮਸ਼ਹੂਰ ਹੈ ਕਿ ਕੰਜਰੀ ਦਾ ਬੱਚਾ ਹੈ, ਕੰਜਰੀ ਮਾਂ ਦਾ ਬੱਚਾ ਹੈ, 95 ਸਾਲ ਦੀ ਕੰਜਰੀ ਮਸ਼ਹੂਰ ਹੈ ਉੱਥੇ। ਉਹਦੇ ਤੂੰ ਮਾਫੀਆ ਮੰਗਦਾ ਕੰਜਰ ਦੇ ਆ ਬਚਿਆ। ਉਹ ਕੰਜਰਾ ਇੱਕ ਕਿਸੇ ਮਾਂ ਦਾ ਦੁੱਧ ਪੀਤਾ ਹੀ ਨਾ, ਤੇ ਕਿਸੇ ਮਲਕ ਦਾ ਤੂੰ ਪੁੱਤਰ ਹੈ, ਇੱਥੇ ਆ ਕੇ ਗੱਲ ਕਰ। ਉਹ ਕਿਸੇ ਸੂਰਨੀ ਦੇ ਬਚਿਆ ਉੱਥੇ ਬਹਿ ਕੇ ਗਾਲਾਂ ਕਢਵਾਉਂਦਾ ਰਹੇ, ਅਸੀਂ ਤੈਨੂੰ ਭਰਾ ਮਲਕ ਭਾਈ। ਉਹ ਤੂੰ ਸਾਡਾ ਭਰਾ ਮਾਰ ਨਿਕਲਿਆ। ਉਹ ਬਗੈਰਤਾ, ਉਹ ਤੇਰੀ ਮਾਂ ਨੂੰ ਕੁੱਤੇ ਯੈਨ, ਉਹ ਬਗੈਰਤਾ ਸਾਨੂੰ ਗਾਲਾਂ ਕਢਾਉਣਾ ਹੈ। ਤੂੰ ਕੱਢੇਗਾ ਹੁਣ ਗਾਲਾਂ, ਤੂੰ ਕੱਢੇਗਾ। ਇਹ ਭਗਵਾਨ, ਇਹ ਬਨੀ ਇਸਰਾਈਲ ਜਿਹਨਾਂ ਨੇ ਗਾਲਾਂ ਕੱਢੀਆਂ ਨੇ, ਇਹਨਾਂ ਦੀਆਂ ਮਾਵਾਂ ਨੂੰ ਉਹ ਜ਼ਲੀਲੋ, ਉਹ ਬਗੈਰ ਤੋਂ ਗੇਮ ਕਰਦੇ ਹੋ, ਸਾਡੇ ਨਾਲ ਗੇਮ ਕਰਦੇ ਹੋ ਸਰਕਾਰੀ ਅਹਿਮਦੀ ਕਹਿ ਕੇ। ਜਦੋਂ ਤੂੰ ਸਾਨੂੰ ਸਾਈਡ ਲਾਈਨ ਕਰਕੇ ਬਕਵਾਸ ਕਰ ਰਿਹਾ ਕੁੱਤਿਆ, ਉਹ ਬਿਮਾਰੀਆ, ਉਹ ਨਬੀ ਪਾਕ ਦੇ ਉੱਤੇ ਭੌਂਕਣ ਵਾਲਿਆ ਕੁੱਤਿਆ। ਕਹਿੰਦਾ ਹੈ ਕੁਰਾਨ ਦੇ ਵਿੱਚ, ਕਹਿੰਦਾ ਹੈ ਕੁਰਾਨ ਵਿੱਚ ਭਾਈਓ ਆਏ ਤੇ ਅੱਲਾਹ ਦੀ ਇਤਾਅਤ ਕਰੋ, ਮੇਰੇ ਰਸੂਲ ਦੀ ਇਤਾਅਤ ਕਰੋ। ਤੇਰੀਆਂ ਕੁੜੀਆਂ ਨੂੰ ਜਵਾਂ ਮੈਂ ਗਸ਼ਤੀ ਮਾਰਿਆ ਬਚਿਆ, ਆ ਮਲਕ ਤੇਰੀ ਭੈਣ ਦੇ ਨਾਲ ਮੈਂ ਸੋਵਾਂ, ਆ ਮਲਕ ਗਸ਼ਤੀ ਹੋਇਆ ਬਚਿਆ, ਆਪਣੇ ਪਿਓ ਨੇ ਪਾਇਆ ਤੇ ਤੇਰੀ ਭੈਣ ਦੇ ਝੁੱਠੇ ਚ ਲੰਨ ਮਾਰਾਂ। ਮਲਕ ਆਪਣੇ ਪਿਓ ਦਾ ਇੱਧਰ ਆ, ਇਨ ਪਰਸਨ ਸਾਹਮਣੇ ਆ ਕੇ ਤੁਸੀਂ ਘੁੰਮ ਘੁਮਾ ਕੇ ਹਰ ਬੰਦਾ ਮਲਕ ਦੇ ਲੰਨ ਤੇ ਚੜ ਰਿਹਾ, ਸੂਰ ਦੇ ਸੂਰੋਂ ਮਰਦਈ। ਉਹ ਬਗੈਰਤਾ, ਉਹ ਤੇਰੀ ਮਾਂ ਨੂੰ ਤੁਹਾਡੀ ਮਾਂ ਨੂੰ ਬਾਂਦਰ ਗਿਆ ਨੇ, ਤੁਸੀਂ ਹਰ ਬੰਦਾ ਮਲਕ ਦੇ ਲੰਨ ਚੜ ਰਿਹਾ। ਪਹਿਲੇ ਗੱਲ ਤੇ ਪੁੱਛਣਾ ਚਾਹੀਦਾ ਗੱਲ ਕੀ ਹੋਈ ਹੈ, ਭੈਣ ਚੋਦੋ। ਉਹਦੀ ਨਿੱਕੀ ਲੁੱਲੀ ਤੇ ਚੜਾ ਦੇ ਮਲਕ ਨੂੰ, ਮਲਕ ਦੀ ਨਿੱਕੀ ਲੁੱਲੀ ਤੇ ਆਪਣੀ ਮਾਂ ਨੂੰ ਚੜਾ ਦੇ। ਸਰਕਾਰੀ ਮੁਸਲਮਾਨਾਂ, ਉਹਦੀ ਅੱਗੇ ਨਿੱਕੀ ਲੁੱਲੀ ਲਈ ਆਮਰ ਖੰਜ਼ੀਰ ਦੀ ਕੰਜਰੀ ਮਾਂ ਤਰਸ ਰਹੀ ਹੈ, ਤੂੰ ਚੜਾ ਦੇ ਕੁੱਤੀ ਦੇ ਆ ਬਚਿਆ। ਮਲਕ ਤੇਰੀ ਭੈਣ ਨੂੰ ਕੁੱਤੇ ਯੈਨ, ਉਹ ਸਾਨੂੰ ਗਾਲਾਂ ਕਢਾਉਣਾ, ਸਾਨੂੰ ਕੱਢ ਗਾਲਾਂ, ਸਾਨੂੰ ਕੱਢ। ਉਹ ਸਾਡੇ ਮਸੀਹ ਮੌਦ, ਸਾਡੇ ਨਬੀ ਨੂੰ ਗਾਲਾਂ ਕਢਾਉਣਾ। ਉਹ ਬਗੈਰਤਾ, ਤੇਰੀ ਗੈਰਤ ਮਰ ਗਈ ਕੁੱਤਿਆ। ਉਹ ਚੜਾ ਤੇ ਆਪਣੀ ਮਾਂ ਨੂੰ ਚੜਾ, ਲਿਆ ਕੇ ਚੜਾ, ਸੰਭਾਡੀ ਚੜਾ ਕੇ। ਸ਼ਹੀਦ ਰਾਜਾ ਬੈਠੇ ਉਹਦੇ ਨਾਂ ਦੀ ਵੀ ਗੱਲ ਹੋ ਜੇ।